ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਜੀ, ਹਾਜ਼ਰ ਲੈ ਕੇ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ, ਕੁਝ ਲੇਟੈਸਟ ਅਪਡੇਟਸ ਜਿਹਦੇ ਉੱਤੇ ਤੁਹਾਡੇ ਵੀ ਵਿਚਾਰ ਜਾਣਾਂਗੇ ਤੇ ਨਾਲ ਹੀ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਜਾਂ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ ਹੇਠ ਲਿਖੇ ਨੰਬਰਸ ਦੇ ਉੱਤੇ। ਤੇ ਸਭ ਤੋਂ ਪਹਿਲਾਂ ਜੀ ਜੋੜ ਲੈਂਦੇ ਹਾਂ ਮੇਰੇ ਸਹਿਯੋਗੀ ਮਰਗਿਨ ਨਾਚੀ ਨੂੰ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਤਰਨ ਮੇਰੇ ਵੱਲੋਂ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਸਤਿਕਾਰ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ ਐਂਡ ਹੈਪੀ ਕੈਨੇਡਾ ਡੇ। ਜੀ ਬਿਲਕੁਲ ਜੀ, ਮੈਂ ਕਹਿਣੀ ਲੱਗੀ ਸੀ ਹਮਦਰਦ ਟੀਵੀ ਦੇ ਸਮੂਹ ਦਰਸ਼ਕ ਦੁਨੀਆ ਦੇ ਕੋਨੇ-ਕੋਨੇ ਵਿੱਚ ਜੇਕਰ ਤੁਸੀਂ ਬੈਠੇ ਹੋ ਸਾਡਾ ਪ੍ਰੋਗਰਾਮ ਦੇਖ ਰਹੇ ਹੋ, ਤੁਹਾਨੂੰ ਸਭ ਨੂੰ ਕੈਨੇਡਾ ਡੇ ਦੀਆਂ ਬਹੁਤ-ਬਹੁਤ ਮੁਬਾਰਕਬਾਦ। ਸਰ ਅੱਜ 1 ਜੁਲਾਈ ਆ, ਕੈਨੇਡਾ ਡੇ ਹੈ। ਸਭ ਤੋਂ ਪਹਿਲਾਂ ਇਤਿਹਾਸ ਤੇ ਜ਼ਰੂਰ ਨਜ਼ਰ ਮਾਰੋ। ਅਸੀਂ ਕਹਿ ਦਿੰਦੇ ਹਾਂ ਕਿ ਕੈਨੇਡਾ ਡੇ ਹੈ, ਬਟ ਇਹ ਮਨਾਇਆ ਕਿਉਂ ਜਾਂਦਾ ਆ? ਤਰਨ ਦੇਖੋ, ਇਸ ਦਿਨ ਸਾਡਾ ਕੰਟਰੀ ਹੈ ਜੀ, ਆਈ ਐਮ ਪ੍ਰਾਊਡ ਟੂ ਬੀ ਕੈਨੇਡੀਅਨ। ਇਹ ਹੋਂਦ ਵਿੱਚ ਆਇਆ ਸੀਗਾ ਜੀ 1 ਜੁਲਾਈ 1867 ਨੂੰ ਆਇਆ ਸੀ ਹੋਂਦ ਦੇ ਵਿੱਚ। ਜਦੋਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਹਿਸਟਰੀ ਦੱਸ ਦਿੰਦਾ ਵੀ ਪਹਿਲਾਂ ਕਿਹੜਾ ਪ੍ਰੋਵਿੰਸਿਸ ਸੀਗੇ ਤੇ ਕਿਹੜੇ ਵੇਲੇ ਕਿਹੜੀ ਟਾਈਮ ਲਾਈਨ ਹੈਗੀ ਹੈ ਜੀ। 1867 ਦੇ ਵਿੱਚ ਜੀ ਅੰਟਾਰੀਓ, ਕੁਬੈਕ, ਨਿਊ ਬਰੰਸਵਿਕ ਤੇ ਨੋਵਾ ਸਕੋਸ਼ੀਆ, ਇਹ 4 ਸੂਬੇ ਸੀਗੇ ਜੀ ਜਿਨ੍ਹਾਂ ਨੇ ਜੁਆਇਨ ਕੀਤਾ ਸੀ। ਉਦੋਂ ਕੈਨੇਡਾ ਬਣਿਆ ਸੀਗਾ। ਤੇ 1870 ਵਿੱਚ ਮੈਨੀਟੋਬਾ ਤੇ ਨਾਰਥ ਵੈਸਟ ਟੈਰੀਟਰੀਜ਼ ਜੁਆਇਨ ਕੀਤਾ ਸੀਗਾ। 1871 ਵਿੱਚ BC ਬ੍ਰਿਟਿਸ਼ ਕੋਲੰਬੀਆ ਉਹਨੇ ਜੁਆਇਨ ਕੀਤਾ ਜੀ। 1873 ਵਿੱਚ ਪ੍ਰਿੰਸ ਐਡਵਰਡ ਆਈਲੈਂਡ, 1898 ਵਿੱਚ ਯੂਕਾਨ, 1905 ਅਲਬਰਟਾ, 1949 ਦੇ ਵਿੱਚ ਨਿਊ ਫਾਊਂਡ ਐਂਡ ਲੈਬਰਾਡੋਰ, 1999 ਵਿੱਚ ਜੀ ਸਾਡੀ 2 ਟੈਰੀਟਰੀ ਸੀਗੀਆਂ, ਉਹ ਤੋਂ 3 ਬਣਾਤੀਆਂ ਸੀਗੀਆਂ ਨੂਨਾਵਟ। ਸਾਡੇ ਜੀ 10 ਸੂਬੇ ਨੇ, 3 ਟੈਰੀਟਰੀਜ਼ ਨੇ। ਤੇ ਸਾਡੀ ਜਿਹੜੀ ਕੈਪੀਟਲ ਹੈ ਜੀ, ਇਸ ਵੇਲੇ ਦੀ ਕੈਪੀਟਲ ਆ, ਮੈਂ ਦੂਸਰੀ ਕੈਪੀਟਲ ਦੀ ਗੱਲ ਵੀ ਕਰਾਂਗੇ ਹੌਲੀ ਹੌਲੀ। ਜਿਹੜੀ ਇਸ ਵੇਲੇ ਦੀ ਕੈਪੀਟਲ ਆ, ਦੁਨੀਆ ਦੇ ਵਿੱਚ ਦੂਸਰੀ ਠੰਡੀ ਕੈਪੀਟਲ ਹੈ ਜੀ। ਪਹਿਲੀ ਮਾਸਕੋ, ਦੈਨ ਆਟਵਾ। ਬਿਲਕੁਲ ਜੀ। ਤੇ ਸਰ ਕੈਨੇਡਾ ਡੇ ਕਾਫੀ ਵਰੇ ਤੁਹਾਨੂੰ ਤਾਂ ਬਹੁਤ ਚਿਰ ਹੋ ਗਿਆ ਆਇਆਂ ਨੂੰ, ਕੈਨੇਡਾ ਦੇ ਵਿੱਚ ਕੀ ਚੇਂਜਸ ਤੁਹਾਨੂੰ ਦੇਖਣ ਨੂੰ ਮਿਲੇ? ਤਰਨ ਮੈਨੂੰ ਜ਼ਿਆਦਾ ਸਮਾਂ ਹੁਣ ਇੱਥੇ ਹੋ ਗਿਆ ਜੀ, ਥੋੜਾ ਸਮਾਂ ਮੇਰਾ ਇੰਡੀਆ 'ਚ ਰਹਿ ਗਿਆ ਜੀ। ਚੇਂਜਸ ਬਹੁਤ ਆਈਆਂ ਨੇ ਜੀ ਜਦੋਂ ਮੈਂ ਆਇਆ ਸੀਗਾ। ਇੱਕ ਤਾਂ ਖਾਸ ਕਰਕੇ ਜੇ ਆਪਾਂ ਆਪਣੀ ਕਮਿਊਨਿਟੀ ਦੇ ਬਾਰੇ ਗੱਲ ਕਰ ਲਈਏ ਤਾਂ ਉਸ ਵੇਲੇ ਸਾਡੀ ਦਸਤਾਰ ਇੰਨੀ ਜ਼ਿਆਦਾ ਨਹੀਂ ਸੀ ਦਿਸਦੀ ਸੀਗੇ, ਬਹੁਤ ਘੱਟ ਸੀਗੇ। ਮੇਰੇ ਆਉਣ ਤੋਂ ਬਾਅਦ ਹੋਈ RCMP ਦੇ ਵਿੱਚ ਦਸਤਾਰ ਅਲਾਉਡ ਕੀਤੀ ਗਈ ਹੈ ਜੀ। ਮੇਰੇ ਆਉਣ ਤੋਂ ਬਾਅਦ ਹੋਈ ਆਪਣੀ ਮਿਲਟਰੀ ਦੇ ਵਿੱਚ ਦਸਤਾਰ ਅਲਾਉਡ ਕੀਤੀ ਹੈ ਜੀ। ਮੇਰੇ ਆਉਣ ਤੋਂ ਬਾਅਦ ਸਾਡੀਆਂ ਪੁਲਿਸ ਫੋਰਸਿਸ ਨੇ ਇੱਥੋਂ ਦੀਆਂ, ਉਹਦੇ ਵਿੱਚ ਸਾਨੂੰ ਸਾਡੀ ਦਸਤਾਰ ਅਲਾਉਡ ਕੀਤੀ ਹੈ ਜੀ। ਈਵਨ ਅੰਟਾਰੀਓ ਐਂਡ ਬ੍ਰਿਟਿਸ਼ ਕੋਲੰਬੀਆ ਤੇ ਸ਼ਾਇਦ ਇੱਕ ਸੂਬਾ ਹੋਰ ਹੈ ਜੀ ਜਿੱਥੇ ਤੁਸੀਂ ਦਸਤਾਰ ਦੇ ਨਾਲ ਮੋਟਰਸਾਈਕਲ ਵੀ ਚਲਾ ਸਕਦੇ ਹੋ ਜੀ। ਬੜੀਆਂ ਚੇਂਜਸ ਆਈਆਂ ਨੇ। ਸਾਡੀ ਕਮਿਊਨਿਟੀ ਜਿਹੜੀ ਭਾਰਤੀ ਕਮਿਊਨਿਟੀ ਹੈ ਬੜੀ ਤਰੱਕੀ ਕੀਤੀ ਹੈ ਜੀ। ਅਸੀਂ ਬਹੁਤੇ ਲੋਕ 60 ਤੋਂ ਬਾਅਦ ਆਉਣ ਲੱਗੇ ਹਾਂ। ਅਤੇ ਇਸ ਵੇਲੇ ਸਾਡੀ ਕਮਿਊਨਿਟੀ ਨੇ ਕਿਸੇ ਕੋਈ ਵੇੜਾ ਹੁੰਦਾ ਸੀ ਸਾਡਾ ਮੈਂਬਰ ਪਾਰਲੀਮੈਂਟ ਨਹੀਂ ਸੀ ਹੁੰਦਾ, ਸਾਡਾ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਨਹੀਂ ਸੀ ਹੁੰਦਾ। ਇਸ ਵੇਲੇ ਹਾਲਤ ਇਹ ਹੈ ਜੀ ਕਿ ਇੱਕ ਸੂਬੇ ਦੇ ਸਾਡੇ ਪ੍ਰੀਮੀਅਰ, ਜਿਹਨੂੰ ਚੀਫ ਮਿਨਿਸਟਰ ਕਹਿੰਦੇ ਆ ਜੀ, ਉਹ ਵੀ ਇੰਡੀਅਨ ਓਰੀਜਨ ਤੋਂ ਬਣ ਚੁੱਕੇ ਨੇ। ਅਤੇ ਸਾਡੇ ਪ੍ਰੋਵਿੰਸਿਸ ਦੇ ਵਿੱਚ ਕਈਆਂ ਦੇ ਵਿੱਚ ਮਿਨਿਸਟਰਸ ਨੇ ਜੀ ਸਾਡੇ ਇੰਡੀਆ ਤੋਂ। ਔਰ ਸਾਡੀ ਜਿਹੜੀ ਫੈਡਰਲ ਗਵਰਨਮੈਂਟ ਹੈ ਉਹਦੇ ਵਿੱਚ ਪਿਛਲੇ ਕੁਛ ਪਾਰਲੀਮੈਂਟਰਾਂ ਤੋਂ ਉਹਦੇ 'ਚ ਸਾਡੇ ਇੰਡੀਅਨ ਓਰੀਜਨ ਦੇ ਮਿਨਿਸਟਰਸ ਵੀ ਇਸ ਵੇਲੇ ਹੈਗੇ ਨੇ ਜੀ। ਬਿਲਕੁਲ ਜੀ। ਤੇ ਵਾਕਈ ਜਿਵੇਂ ਮੈਨੂੰ ਇਸ ਟਾਈਮ ਨਾ ਗੈਰੀ ਸੰਧੂ ਦੇ ਗਾਣੇ ਦੀ ਇੱਕ ਲਾਈਨ ਯਾਦ ਆ ਗਈ, ਕਹਿੰਦੇ ਸਦਕੇ ਜਾਵਾਂ ਵਲੈਤ ਦੇ ਜਿਹਨੇ ਸਾਂਭੇ ਕੋਠੇ ਚੋਏ ਆ। ਪੰਜਾਬ ਦੇ ਵਿੱਚ ਜਦੋਂ ਬੇਰੁਜ਼ਗਾਰ ਲੋਕੀ ਹੁੰਦੇ ਸੀ ਤਾਂ ਉਮੀਦ ਇਹੀ ਕਰਦੇ ਸੀ ਕਿ ਕੈਨੇਡਾ ਜਾ ਕੇ ਆਪਣੇ ਸੁਪਨੇ ਪੂਰੇ ਕਰਨਗੇ, ਤੇ ਇੱਥੇ ਵੀ ਇਸ ਮੁਲਕ ਨੇ ਵੀ ਖੁੱਲੀਆਂ ਬਾਹਾਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ। ਗੱਲਬਾਤ ਕਰਾਂਗੇ, ਇੱਕ ਦਰਸ਼ਕ ਪਹਿਲਾਂ ਜੁੜ ਚੁੱਕੇ ਨੇ। ਹੈਲੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਕਿੱਥੋਂ ਬੋਲ ਰਹੇ ਹੋ? ਅਸੀਂ ਜੀ ਓਲੀਵਰ ਤੋਂ ਬੋਲਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਸਰ ਦੱਸੋ ਕੀ ਕਹਿਣਾ ਚਾਹੋਗੇ? ਹਾਂਜੀ, ਅਸੀਂ ਤਾਂ ਬਸ ਇੰਨਾ ਕਹਿਣਾ ਚਾਹੁੰਦੇ ਹਾਂ ਜੀ, ਜਿੱਦਾਂ ਮੇਰੇ ਮੰਮੀ ਡੈਡੀ ਵੀ ਤੁਹਾਡਾ ਚੈਨਲ ਦੇ ਦਿੰਦੇ ਆ, ਪ੍ਰੋਗਰਾਮ ਦੇ ਦਿੰਦੇ ਸ਼ਾਮ ਨੂੰ। ਜਿਵੇਂ ਤੁਹਾਡਾ ਬਹੁਤ ਵਧੀਆ ਚੈਨਲ ਆ ਜੀ, ਬਹੁਤ ਵਧੀਆ ਨਿਊਜ਼ ਦਿੰਦੇ ਆ। ਥੈਂਕ ਯੂ ਸਰ। ਸਾਰੀਆਂ ਜਿਵੇਂ ਵਧੀਆ ਨਿਊਜ਼ਾਂ ਦਿੰਦੇ ਆ ਤੁਸੀਂ ਜੀ। ਧੰਨਵਾਦ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਬਾਰੇ ਤੁਸੀਂ ਆਪਣੇ ਵਿਚਾਰ ਰੱਖੇ। ਅੱਜ ਫਿਰ ਕੈਨੇਡਾ ਡੇ ਆ ਸਰ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਕੋਈ ਕਹਿਣਾ ਚਾਹੋਗੇ? ਹਾਂਜੀ, ਹੈਪੀ ਕੈਨੇਡਾ ਦੇ ਸਾਰਿਆਂ ਨੂੰ ਮੈਂ ਕਹਿਣਾ ਚਾਹੁੰਦਾ ਜੀ। ਜਿਵੇਂ ਆਪਣੇ ਲਈ ਬਹੁਤ ਵਧੀਆ ਹੁੰਦਾ ਹੈ ਹੈਪੀ ਕੈਨੇਡਾ ਦੇ ਦਿਨ, ਤੇ ਪਰ ਸਾਰੇ ਜਾਣੇ ਆਪਦੀ ਸੇਫਟੀ ਦਾ ਧਿਆਨ ਰੱਖਣ ਦਾ ਸੁਖਵੀਰ ਜ਼ਿਆਦਾ ਇਕੱਠ ਨਾ ਕਰਨ। ਮੈਂ ਤਾਂ ਇੱਦਾਂ ਕਹਿਣਾ ਚਾਹੁੰਦਾ ਵਾ, ਜਿਵੇਂ ਕਿਤੇ ਵੀ ਜਾਣਾ ਵਾ ਸੇਫਟੀ ਨਾਲ ਜਾਣਾ ਵਾ, ਸੈਨੀਟਾਈਜ਼ ਕਰਕੇ ਜਾਣਾ ਵਾ। ਤੇ ਹਾਂਜੀ, ਇੰਨਾ ਹੀ ਕਹਿਣਾ ਸੀ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਤੇ ਥੈਂਕ ਯੂ ਸੋ ਮਚ ਸਰ, ਤੁਸੀਂ ਪ੍ਰੋਗਰਾਮ ਦੇਖਦੇ ਹੋ। ਥੈਂਕ ਯੂ ਜੀ। ਨਾਚੀ, ਅਸੀਂ ਅੱਜ ਕੈਨੇਡਾ ਦੀ ਗੱਲ ਕਰ ਰਹੇ ਹਾਂ। ਜਿੰਨੀਆਂ ਸਿਫਤਾਂ ਕੀਤੀਆਂ ਜਾਣ ਇਸ ਮੁਲਕ ਦੀਆਂ ਘੱਟ ਨੇ। ਜਦੋਂ ਅਸੀਂ ਕਹਿੰਦੇ ਹਾਂ ਕਿ ਮਲਟੀ ਕਲਚਰਲ ਦੇਸ਼ ਹੈ, ਅਕਸਰ ਦੇ ਵਿੱਚ ਇਹ ਇਸ ਪਰਿਭਾਸ਼ਾ ਦੇ ਉੱਤੇ ਖਰਾ ਉਤਰਦਾ ਆ। ਹਰ ਮੁਲਕ ਦੇ ਵਿੱਚੋਂ ਲੋਕੀ ਆ ਕੇ ਇੱਥੇ ਵਸਦੇ ਨੇ, ਵੱਖ-ਵੱਖ ਕਲਚਰ ਨਾਲ ਰੈਲੀਵੈਂਟ ਹੁੰਦੇ ਨੇ, ਪਰ ਆਪਣਾ
ਧਰਮ, ਆਪਣਾ ਵਿਰਸਾ, ਹਰ ਚੀਜ਼ ਇੱਥੇ ਮਨਾਉਣ ਦੀ ਪੂਰੀ ਆਜ਼ਾਦੀ ਹੈ। ਇਸ ਗੱਲ ਦੀ ਬਹੁਤ ਵੱਡੀ ਖਾਸੀਅਤ ਹੈ ਜੀ ਇਸ ਕੰਟਰੀ ਦੀ। ਮੈਂ ਜਿਹੜੇ ਲੋਕ ਹਜੇ ਤੱਕ ਇੱਥੇ ਨਹੀਂ ਆ ਸਕੇ ਜਾਂ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਜੀ ਸਾਡੀ ਕੰਟਰੀ ਆ ਚਾਹੇ ਕੁਛ ਵੀ ਹੈ ਜੀ ਕਾਨੂੰਨੀ ਤੌਰ 'ਤੇ ਖੁੱਲ੍ਹੀਆਂ ਬਾਹਾਂ ਨਾਲ ਇੰਤਜ਼ਾਰ ਕਰਦੇ ਆ ਜੀ। ਬਹੁਤ ਲੋਕ ਇੱਥੇ ਆ ਕੇ ਸੈਟਲ ਹੋਏ ਜੀ, ਸਾਡੇ ਵਰਗੇ ਆਏ ਨੇ ਔਰ ਅਸੀਂ ਇੱਥੇ ਕੋਈ ਵੀ ਆਉਂਦਾ ਚੰਗੇ ਭਵਿੱਖ ਵਾਸਤੇ ਆਉਂਦਾ ਔਰ ਜਿਹੜਾ ਵੀ ਇੱਥੇ ਇਮੀਗਰੈਂਟ ਆਇਆ ਉਹਨੇ ਇਸ 'ਤੇ ਚੰਗੇ ਭਵਿੱਖ ਵਾਸਤੇ ਕੰਮ ਕੀਤਾ, ਆਪਣਾ ਭਵਿੱਖ ਵੀ ਚੰਗਾ ਬਣਾਇਆ। ਪਰ ਮੈਨੂੰ ਕਈ ਵਾਰੀ ਇੱਕ ਗੱਲ ਥੋੜ੍ਹਾ ਜਿਹਾ ਮੈਨੂੰ ਸ਼ਿਕਵਾ ਰਹਿੰਦਾ ਕਿ ਸਾਡੇ ਪਿਛਲੇ ਕੰਟਰੀਜ਼ ਵਿੱਚ, ਮੈਂ ਇਕੱਲੇ ਇੰਡੀਆ ਦੀ ਗੱਲ ਨਹੀਂ ਕਰ ਰਿਹਾ ਜੀ, ਬਾਕੀ ਸਾਰੇ ਕੰਟਰੀਜ਼ ਦੇ ਵਿੱਚ ਵੀ ਸਾਡੀਆਂ ਉੱਥੇ ਕਈ ਵਾਰੀ ਐਸੀਆਂ ਪ੍ਰੋਬਲਮਸ ਹੁੰਦੀਆਂ ਨੇ, ਪੋਲੀਟੀਕਲ ਪ੍ਰੋਬਲਮਸ ਹੁੰਦੀਆਂ ਨੇ, ਅਤੇ ਅਸੀਂ ਉਹ ਪ੍ਰੋਬਲਮਸ ਨੂੰ ਇਸ ਇੰਨੇ ਸੋਹਣੇ ਦੇਸ਼ ਵਿੱਚ ਨਾਲ ਲੈ ਆਉਂਦੇ ਹਾਂ। ਮੈਂ ਇਹ ਕਹਿਣਾ ਕਿ ਉਹ ਜਿਹੜੀਆਂ ਪ੍ਰੋਬਲਮਸ ਨੇ ਠੀਕ ਆ, ਸੋਲਵ ਹੋਣੀਆਂ ਚਾਹੀਦੀਆਂ, ਪਰ ਉਹ ਪਿੱਛੇ ਜਾ ਕੇ ਸੋਲਵ ਕਰੋ। ਇੱਥੇ ਤੁਸੀਂ ਜੋ ਕੁਛ ਹੈਗਾ ਇੱਥੇ ਆਪਦੇ ਸੋਰਸਿਸ ਇਕੱਠੇ ਕਰੋ, ਉਹ ਪਿੱਛੇ ਜਾ ਕੇ ਸੋਲਵ ਕਰੋ। ਇਸ ਕੰਟਰੀ ਬਹੁਤ ਖੂਬਸੂਰਤ ਕੰਟਰੀ ਹੈ, ਬੜਾ ਸ਼ਾਂਤੀ ਪਸੰਦ ਦੇਸ਼ ਹੈ ਜੀ। ਇਹਨੂੰ ਪਲੀਜ਼ ਸ਼ਾਂਤੀ ਪਸੰਦ ਰਹਿਣ ਦਿਓ ਔਰ ਇਹਨੂੰ ਖੂਬਸੂਰਤ ਵੀ ਰਹਿਣ ਦਿਓ। ਬਿਲਕੁਲ ਜੀ, ਤੇ ਉਮੀਦ ਕਰਦੀ ਹਾਂ ਜਿਸ ਤਰੀਕੇ ਨਾਲ ਦੁਨੀਆ ਦੇ ਖੂਬਸੂਰਤ ਅਤੇ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਵਿੱਚ ਕੈਨੇਡਾ ਦਾ ਨਾਮ ਸ਼ੁਮਾਰ ਹੁੰਦਾ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਹੁੰਦਾ ਰਹੇ। ਸਾਰੇ ਮਿਲ ਕੇ ਕੈਨੇਡਾ ਨੂੰ ਹੋਰ ਵਧੀਆ ਬਣਾਈਏ। ਸਰ, ਕਰਮ ਭੂਮੀ ਦੀ ਤਾਂ ਗੱਲ ਹੋ ਗਈ, ਹੁਣ ਥੋੜੀ ਜਨਮ ਭੂਮੀ ਦੀ ਵੀ ਗੱਲ ਕਰ ਲਈਏ ਭਾਰਤ ਦੀ। ਜੀ ਬਿਲਕੁਲ ਜੀ, ਜਦੋਂ ਅਸੀਂ ਦੇਖਿਆ ਸੀ ਕਿ ਇੰਡੀਅਨ ਸੋਲਜਰਸ ਦੀ ਜਦੋਂ ਚਾਈਨਾ ਨਾਲ ਮੁਕਾਬਲਾ ਹੋਇਆ ਸੀ, ਡੈਥ ਦੀਆਂ ਖਬਰਾਂ, ਉਹਨਾਂ ਦੀ ਸ਼ਹਾਦਤ ਦੀਆਂ ਖਬਰਾਂ ਅੱਖ ਦੀ ਤਰ੍ਹਾਂ ਫੈਲੀਆਂ ਸੀ ਤੇ ਦੇਸ਼ ਵਾਸੀਆਂ ਨੇ ਵੀ ਇਸ ਉੱਤੇ ਕਾਫੀ ਸਵਾਲ ਚੁੱਕੇ ਸੀ ਕਿ ਸਾਡੀ ਸਰਕਾਰ ਕਰ ਕੀ ਰਹੀ ਹੈ, ਚੀਨ ਨੂੰ ਮੂੰਹ ਤੋੜ ਜਵਾਬ ਕਿਉਂ ਨਹੀਂ ਦੇ ਰਹੀ ਹੈਗੀ। ਸੋ ਭਾਰਤ ਨੇ ਵੀ ਆਰਥਿਕ ਪੱਖੋਂ ਜਿਹੜੀ ਆ ਚੀਨ ਨੂੰ ਹੁਣ ਹੌਲੀ ਹੌਲੀ ਸੱਟ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ 59 ਜਿਹੜੀਆਂ ਚਾਈਨੀਜ਼ ਐਪਸ ਸੀ, ਮੋਬਾਈਲ ਐਪਸ ਸੀ, ਉਹਨਾਂ ਨੂੰ ਬੈਨ ਕੀਤਾ ਆ। ਤੇ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਕੰਸਟਰਕਸ਼ਨ ਕੰਪਨੀਜ਼, ਭਾਰਤ ਦੀਆਂ ਕੰਸਟਰਕਸ਼ਨ ਕੰਪਨੀਜ਼ ਜਿਨ੍ਹਾਂ ਦੇ ਵਿੱਚ ਚਾਈਨਾ ਦਾ ਹਿੱਸਾ ਸੀ, ਉਹਨਾਂ ਕੰਪਨੀਜ਼ ਨੂੰ ਹੁਣ ਰਿਸਟ੍ਰਿਕਟ ਕੀਤਾ ਜਾ ਰਿਹਾ ਹੈ। ਬਿਲਕੁਲ ਤਰਨ, ਨਿਤਿਨ ਗਡਕਰੀ ਸਾਹਿਬ ਹੈ ਜੀ, ਉਹਨਾਂ ਦਾ ਬਿਆਨ ਇਹ ਆਇਆ ਜੀ ਜਿੰਨੀਆਂ ਵੀ ਕੰਪਨੀਆਂ ਦਾ ਸ਼ੇਅਰ ਹੋਏਗਾ ਉੱਥੋਂ ਦੀਆਂ ਕੰਸਟਰਕਸ਼ਨ ਕੰਪਨੀਜ਼ ਜਾਂ ਬਿਲਡਿੰਗ ਕੰਪਨੀ ਦੇ ਵਿੱਚ ਜਿਹੜਾ ਵੀ ਸ਼ੇਅਰ ਹੈਗਾ ਉਹ ਕੰਪਨੀਆਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਮੇਰਾ ਖਿਆਲ ਹੈ ਬਹੁਤ ਵਧੀਆ ਫੈਸਲਾ ਕੀਤਾ ਜੀ, ਚੰਗੀ ਗੱਲ ਹੈ, ਕਿਉਂਕਿ ਜਦੋਂ ਸਾਡੇ ਜਵਾਨ ਤਾਂ ਸ਼ਹੀਦ ਹੋ ਰਹੇ ਨੇ ਬਾਰਡਰ 'ਤੇ ਤੇ ਤੁਸੀਂ ਉਸੇ ਦੇਸ਼ ਦੇ ਨਾਲ ਆਪਣੇ ਵਪਾਰਕ ਸੰਬੰਧ ਪੂਰੇ ਰੱਖੇ ਹੋਏ ਨੇ। ਤੁਸੀਂ ਜੇ ਹਰਟ ਕਰਨਾ, ਅੱਜ ਕੱਲ੍ਹ ਹਰਟ ਕਰਨ ਦਾ ਢੰਗ ਸਭ ਤੋਂ ਵੱਡਾ ਤਰਨ ਇਹੀ ਹੈ ਕਿ ਤੁਸੀਂ ਉਹਨੂੰ ਫਾਈਨੈਂਸ਼ਲੀ ਹਰਟ ਕਰੋ, ਔਰ ਜੇ ਫਾਈਨੈਂਸ਼ਲੀ ਹਰਟ ਹੁੰਦੇ ਆ ਤਾਂ ਉਹਨਾਂ ਨੂੰ ਤਕਲੀਫ ਹੋਏਗੀ ਤਾਂ ਤੁਹਾਡੇ ਨਾਲ ਕਿਸੇ ਨਾ ਕਿਸੇ ਗੱਲ ਦੇ ਉੱਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ, ਕਿਸੇ ਨਾ ਕਿਸੇ ਗੱਲ 'ਤੇ ਰਾਜ਼ੀਨਾਮਾ ਹੋਵੇਗਾ। ਇਹ ਜਿਹੜੀ ਇੰਡੀਅਨ ਸਰਕਾਰ ਨੇ ਜਿਹੜਾ ਸਟੈਪ ਲਿਆ ਜੀ ਚਾਈਨਾ ਦੇ ਅਗੇਂਸਟ, ਮੇਰਾ ਖਿਆਲ ਹੈ ਜੀ ਬੜਾ ਵਧੀਆ ਸਟੈਪ ਆ। ਔਰ ਪ੍ਰੋਬਲਮ ਤਰਨ ਇਹ ਆ ਜਾਂਦੀ ਆ ਕਿ how do you define a Chinese company? How do you define a Chinese thing? How do you define ਜਿਹੜੀ ਚਾਈਨੀਜ਼ ਪ੍ਰੋਡਕਟ ਹੈ ਉਹਨੂੰ ਕਿਵੇਂ ਡਿਫਾਈਨ ਕਰੋਗੇ? ਕਿੰਨੇ ਪਰਸੈਂਟ ਵਾਲੀ ਨੂੰ ਤੁਸੀਂ ਮੰਨੋਗੇ ਵੀ ਇਹ ਚਾਈਨੀਜ਼ ਹੈ ਤੇ ਕਿੰਨੇ? ਕਿਉਂਕਿ ਹਰ ਚੀਜ਼ ਦੇ ਵਿੱਚ ਚਾਈਨਾ ਸਾਡੇ ਸਿਸਟਮ ਦੇ ਵਿੱਚ ਇੰਨਾ ਵੜ ਚੁੱਕਿਆ ਉੱਥੇ ਕਿ ਸਾਨੂੰ ਚਾਈਨਾ ਸ਼ਾਇਦ ਕੱਢਣਾ ਬਹੁਤ ਮੁਸ਼ਕਿਲ ਹੋ ਜਾਵੇ। ਪਰ ਇਹ ਦਿਸ ਇਜ਼ ਅ ਸਟੈਪ ਇਨ ਦ ਰਾਈਟ ਡਾਇਰੈਕਸ਼ਨ। ਆਈ ਹੋਪ ਕਿ ਸਰਕਾਰ ਇਹਨੂੰ ਹੋਰ ਵੀ ਚੰਗੀ ਤਰ੍ਹਾਂ ਸੋਚੇ, ਦੂਰ ਤੱਕ ਜਾਵੇ, ਜਿੰਨਾ ਵੀ ਚਾਈਨਾ ਨੂੰ ਅਸੀਂ ਫਾਈਨੈਂਸ਼ਲੀ ਹਰਟ ਕਰ ਸਕਦੇ ਹਾਂ ਤੇ ਚਾਈਨਾ ਉਨੀ ਛੇਤੀ ਹੋਈ ਗੱਲਬਾਤ ਵਾਸਤੇ ਤਿਆਰ ਹੋਵੇਗਾ। ਬਿਲਕੁਲ ਜੀ, ਚਾਈਨਾ ਦੀ ਗੱਲ ਕਰ ਰਹੇ ਹਾਂ ਸਰ। ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਿੱਥੇ ਇੱਕ ਪਾਸੇ ਚਾਈਨਾ ਸ਼ਾਂਤੀ ਦੀ ਗੱਲ ਕਰਦਾ ਆ, ਉੱਥੇ ਬਾਰਡਰ ਦੇ ਉੱਤੇ ਕੋਈ ਨਾ ਕੋਈ ਹਲਚਲ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਅੱਗੇ ਵੀ ਅਸੀਂ ਪਿੱਛੇ ਵੀ ਇਹ ਚੀਜ਼ਾਂ ਦੇਖੀਆਂ ਨੇ, ਐਗਜ਼ਾਮਪਲਸ ਦੇਖੀਆਂ ਨੇ, ਤੇ ਹੁਣ ਵੀ ਗਲਵਾਨ ਵੈਲੀ ਦੇ ਵਿੱਚ ਜੋ ਸਭ ਕੁਝ ਹੋਇਆ ਵਾ, ਉਸਨੇ ਇੱਕ ਵਾਰ ਫਿਰ ਇੱਕ ਪਾਸੇ ਤੁਸੀਂ ਸੋਲਜਰਸ ਨੂੰ ਮਾਰ ਰਹੇ ਹੋ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਤੁਸੀਂ ਸਰਹੱਦ ਨੂੰ ਪਾਰ ਕਰਕੇ ਦੂਜੀ ਧਰਤੀ ਦੇ ਵਿੱਚ ਜਾ ਰਹੇ ਹੋ, ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਸ਼ਾਂਤੀ ਦੀ ਗੱਲ ਕਰ ਰਹੇ ਹਾਂ। ਦੈਨ ਪੀਸ ਪੀਸ ਪੀਸ, ਇਹ ਉਹਨਾਂ ਦਾ ਆਖਰੀ ਵਰਡ ਹੁੰਦੇ ਨੇ। ਤਰਨ, ਪਤਾ ਗੱਲ ਕੀ ਹੈ, ਤੁਸੀਂ ਉਹਨਾਂ ਦਾ ਲਹਿਜਾ ਦੇਖੋ। ਸਾਡਾ ਇੰਡੀਆ ਦੀ ਗੱਲ ਕਰਦਾ ਜੀ ਮੈਂ, ਲਹਿਜਾ ਕਦੇ ਵੀ ਇਹੋ ਜਿਹਾ ਸਖਤ ਨਹੀਂ ਹੋਇਆ ਜਿੰਨਾ ਚਾਈਨਾ ਦਾ ਰਵੱਈਆ ਸਖਤ ਹੁੰਦਾ। ਚਾਈਨਾ ਦਾ ਜਦੋਂ ਵੀ ਕੋਈ ਬਿਆਨ ਆਵੇਗਾ ਜੀ, ਉਹਨਾਂ ਦੀ ਲੀਡਰਸ਼ਿਪ ਦਾ ਬਿਆਨ ਬਹੁਤ ਠੋਕਵਾਂ ਜਵਾਬ ਆਉਂਦਾ ਜੀ, ਠੋਕਵਾਂ ਬਿਆਨ ਆਉਂਦਾ ਜੀ, ਇੱਕ ਵਾਰੀ ਬੰਦੇ ਨੂੰ ਪੈਰੋਂ ਕੱਢ ਦਿੰਦਾ। ਵੈਸੇ ਉਹਨਾਂ ਦੇ ਬਿਆਨ ਆਉਂਦੇ ਨੇ, ਔਰ ਕਿਉਂਕਿ ਲੀਡਰਸ਼ਿਪ ਦਾ ਫਰਕ ਹੈ ਜੀ। ਔਰ ਉਹ ਕਦੇ ਪਹਿਲਾਂ ਛੇਤੀ ਕਿਤੇ ਆਪਣੀ ਗਲਤੀ ਨਹੀਂ ਜੀ ਮੰਨਦੇ, ਔਰ ਉਹ ਹਮੇਸ਼ਾ ਇਹ ਕਹਿੰਦੇ ਆ ਵੀ ਇੰਡੀਅਨ ਫੌਜਾਂ ਸਾਡੇ ਵੱਲ ਆਈਆਂ ਨੇ, ਹੋ ਸਕਦਾ ਆਉਂਦੀਆਂ ਹੋਣ ਪਰ ਉਹ ਵੀ ਜ਼ਰੂਰ ਆਉਂਦੇ ਹੋਣਗੇ ਜੀ। ਸਾਡਾ ਡਿਸਪਿਊਟ ਆ ਜੀ ਉਹਨਾਂ ਦੇ ਨਾਲ, ਬਹੁਤ ਵੱਡਾ ਏਰੀਆ, 45,000 ਸਕੁਅਰ ਮੀਲ ਆ ਮੇਰੇ ਖਿਆਲ, ਇੰਨਾ ਵੱਡਾ ਏਰੀਆ ਜੀ ਆਲ ਟੂਗੈਦਰ ਜੇ ਸਾਡਾ ਰਲਾ ਮਿਲਾ ਕੇ ਇੰਨੇ ਤੇ ਜਿਹਦਾ ਅਸੀਂ ਡਿਸਪਿਊਟ ਕੀਤਾ ਹੋਇਆ। ਔਰ ਚਾਈਨਾ ਨੂੰ ਜਦ ਤੱਕ ਅਜਿਹਾ ਸੁਨੇਹੇ ਨਹੀਂ ਜਾਣਗੇ ਜੀ, ਸਾਡੀ ਲੀਡਰਸ਼ਿਪ ਜਦ ਤੱਕ ਬਹੁਤ ਨਰਮੀ ਦਾ ਰਵੱਈਆ ਰੱਖੇਗੀ ਜਾਂ ਇਗਨੋਰ ਕਰੀ ਜਾਂਦੀ ਹੈ। ਅਸੀਂ ਹੋਰ ਪਾਸੇ ਸਰਕਾਰਾਂ ਬਦਲਣ ਤੋਂ ਜ਼ਿਆਦਾ ਬਿਜ਼ੀ ਹੈ ਜੀ ਸਾਡੀ ਫੈਡਰਲ ਗਵਰਨਮੈਂਟ ਹੈ। ਜੇ ਅਸੀਂ ਬਾਰਡਰ ਦਾ ਖਿਆਲ ਨਹੀਂ ਰੱਖਾਂਗੇ ਤਾਂ ਤੁਸੀਂ ਸਰਕਾਰਾਂ ਬਦਲਣ ਜੋਗੇ ਵੀ ਨਹੀਂ ਰਹਿਣਾ। ਸੋ ਸਾਨੂੰ ਬਾਰਡਰ ਦਾ ਖਿਆਲ
ਖਿਆਲ ਰੱਖਣਾ ਪਏਗਾ ਜੀ। ਚਾਈਨਾ ਜਿਹੜੇ ਸਾਡੇ ਗੁਆਂਢੀ ਮੁਲਕ ਨੇ ਉਹਨਾਂ ਨੂੰ ਬਣਾ ਕੇ ਤਾਂ ਰੱਖਣੀ ਪਈ, ਪਰ ਤਾਂ ਹੀ ਬਣਾ ਕੇ ਰੱਖ ਸਕਦੇ ਜੇ ਤੁਹਾਡਾ ਕੋਈ ਨਾ ਕੋਈ ਤੁਹਾਡੇ ਕੋਲ ਸਟੈਂਡ ਹੈ, ਤੁਹਾਡੇ ਕੋਲ ਇੰਨੀ ਤਾਕਤ ਹੈਗੀ ਕਿ ਤੁਸੀਂ ਅਗਰ ਦਾ ਜਵਾਬ ਦੇ ਸਕੋ, ਤਾਂ ਹੀ ਗੱਲ ਬਣੇਗੀ ਜੀ। ਜਿਹੜਾ ਇਹ ਮੈਂ ਜਿਵੇਂ ਪਹਿਲੀ ਗੱਲ ਕੀਤੀ ਹੈ, ਇੰਡੀਆ ਦਾ ਰਵੱਈਆ ਜਿਹੜਾ ਇਸ ਪਾਸੇ ਚਾਈਨਾ ਨੂੰ ਗਿਆ ਜੀ, ਚੰਗੀ ਗੱਲ ਹੈ ਜੀ। ਸਰ ਦੋ ਆਪਾਂ ਇਹ ਚੀਜ਼ ਡਿਸਕਸ ਨਹੀਂ ਕੀਤੀ ਸੀ, ਪਰ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੂੰਗੀ, ਇੰਡੀਆ ਦੇ ਵਿੱਚ ਐਵੇਂ ਦੀਆਂ ਵੀਡੀਓਜ਼ ਬਹੁਤ ਵਾਇਰਲ ਹੋ ਰਹੀਆਂ ਨੇ ਜਿਹਦੇ ਵਿੱਚ ਚਾਈਨੀਜ਼ ਐਪਸ ਬੰਦ ਕਰਨ ਦੀਆਂ ਗੱਲਾਂ ਤੋਂ ਬਾਅਦ ਲੋਕਾਂ ਦੇ ਵੀਡੀਓ ਸਾਹਮਣੇ ਆ ਰਹੇ ਨੇ ਕਿ ਰੋਸ ਪ੍ਰਗਟ ਕੀਤਾ ਜਾ ਰਿਹਾ। ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਪਰਮਿਟ ਤੇ ਸੀਗਾ ਜੀ ਇੱਥੇ ਜੀ। ਸਰ ਕਿੱਥੋਂ ਰਹੇ ਹੋ ਤੁਸੀਂ? ਮੈਂ ਸਰੀ ਤੋਂ ਬੋਲ ਰਿਹਾ ਜੀ। ਹਾਂਜੀ ਜੀ, ਮੈਂ ਪਰਮਿਟ ਤੇ ਸੀਗਾ ਜੀ। ਮੇਰੀ ਵਾਈਫ ਦਾ ਵੀ ਵੀਜ਼ਾ ਲੱਗਿਆ ਸੀ, ਉਹ ਵਾਪਸ ਚਲੇ ਗਏ ਸੀਗੇ ਜੀ। ਹਾਂਜੀ, ਉਸ ਤੋਂ ਬਾਅਦ ਮੈਂ ਆਪਣੇ ਬੱਚਿਆਂ ਦਾ ਅਪਲਾਈ ਕੀਤਾ ਜੀ। ਬੱਚਿਆਂ ਦਾ ਜੋ ਅਪਲਾਈ ਕੀਤਾ ਜੀ, ਉਹਨਾਂ ਬੱਚਿਆਂ ਦੀ ਇੰਟਰਵਿਊ ਆ ਗਈ ਤੇ ਜੀ ਇੰਟਰਵਿਊ ਆਈ ਤਾਂ ਜੀ ਉਹਨਾਂ ਨੇ ਮੇਰੀ ਵਾਈਫ ਦਾ ਇੰਟਰਵਿਊ 'ਚ ਬੱਚਿਆਂ ਦਾ ਵੀ ਉਹ ਕਹਿੰਦੇ ਗੁੱਡੀਆ ਥੋੜੀ ਨਹੀਂ, ਕਿਉਂਕਿ ਜਦੋਂ ਮੈਂ ਫਸਟ ਟਾਈਮ ਫਾਈਲ ਲਾਈ ਸੀ ਜੀ ਉਦੋਂ ਮੇਰੇ ਬੇਟੀ ਹੋਣ ਵਾਲੀ ਸੀ ਜੀ। ਉਸ ਤੋਂ ਪਹਿਲਾਂ ਮੈਂ ਫਾਈਲ ਭੇਜ ਚੁੱਕਾ ਜੀ ਜਾਂਡੋ ਇਮੀਗ੍ਰੇਸ਼ਨ ਨੂੰ, ਤੇ ਜੀ ਉਹ ਏਜੰਟ ਨੇ ਲੇਟ ਭੇਜੀ। ਮੈਂ ਤਾਂ ਫੀਸ ਲੈ ਲਈ ਸੀ ਜੀ ਇੰਡੀਆ। ਜੇ ਫੀਸ ਲੈਣ ਤੋਂ ਬਾਅਦ ਉਹਨਾਂ ਨੇ ਲੇਟ ਭੇਜੀ, ਬੇਟੀ ਹੋ ਗਈ। ਉਦੋਂ ਸਾਡਾ ਵੀਜ਼ਾ ਆ ਗਿਆ ਜੀ, ਅਸੀਂ ਆ ਕੇ ਟਰੈਵਲ ਕਰ ਲਿਆ। ਤੇ ਜਦੋਂ ਹੁਣ ਅਸੀਂ ਲਾਈ ਗਿਆ ਜੀ ਆ ਬੱਚਿਆਂ ਦੀ, ਉਹ ਕਹਿੰਦੇ ਤੁਹਾਡੀ ਬੇਟੀ ਨਹੀਂ, ਤੁਹਾਡੇ ਨਾਲ ਤੁਸੀਂ ਚੀਟ ਕਰ ਰਹੇ ਆ। ਜੇ ਮੇਰੀ ਵਾਈਫ ਦਾ ਉਹਨਾਂ ਨੇ ਵੀਜ਼ਾ ਕੈਂਸਲ ਕਰਤਾ ਜੀ, ਉਹਦੇ ਲਈ ਮੈਨੂੰ ਕੀ ਕਰਨਾ ਪਊਗਾ ਜੀ ਹੁਣ? ਬਿਲਕੁਲ ਸਰ, ਤੁਸੀਂ ਪ੍ਰੋਗਰਾਮ ਦੇ ਵਿੱਚ ਬਣੇ ਰਹੋ, ਇਹਦਾ ਸਵਾਲ ਦਾ ਜਵਾਬ ਦੇਵਾਂਗੇ, ਪਰ ਕੋਸ਼ਿਸ਼ ਕਰੋ ਇੱਕ ਚੰਗੇ ਇਮੀਗ੍ਰੇਸ਼ਨ ਕੰਸਲਟੈਂਟ ਨਾਲ ਇਸ ਬਾਰੇ ਵਿੱਚ ਗੱਲਬਾਤ ਕਰੋ, ਕਿਉਂਕਿ ਇਸ ਵਕਤ ਸਾਡੇ ਨਾਲ ਕੋਈ ਵੀ ਇਮੀਗ੍ਰੇਸ਼ਨ ਕੰਸਲਟੈਂਟ ਨਹੀਂ ਹੈਗੀ, ਕਿਉਂਕਿ ਤੁਹਾਡਾ ਜਿਹੜਾ ਕੇਸ ਹੈ ਨਾ ਇਹ ਬਹੁਤ ਜ਼ਿਆਦਾ, ਜੇ ਤੁਸੀਂ ਥੋੜੀ ਬਹੁਤ ਨਾਰਮਲ ਸਰ ਤੋਂ ਗੱਲਬਾਤ ਕਰਨੀ ਹੁੰਦੀ ਅਸੀਂ ਤੁਹਾਨੂੰ ਦੱਸ ਸਕਦੇ ਸੀ, ਪਰ ਤੁਹਾਡਾ ਕੇਸ ਬਹੁਤ ਜ਼ਿਆਦਾ ਪੇਚੀਦਾ ਕੇਸ ਹੈ, ਸੋ ਕੋਈ ਵੀ ਗਲਤ ਸਲਾਹ ਨਹੀਂ ਸੀ ਤੁਹਾਨੂੰ ਦੇਣਾ ਚਾਹੁੰਦੇ। ਹਾਂਜੀ, ਮੈਨੂੰ ਆਇਆ ਵੀ ਕੋਈ ਹੱਲ ਨਹੀਂ ਵੀ ਮੈਂ ਕਿਹਨੂੰ ਮਿਲ ਸਕਦਾ, ਮੈਂ ਇਸੇ ਕਰਕੇ ਪੁੱਛਿਆ। ਤੁਸੀਂ ਸਰ ਬਿਲਕੁਲ ਤੁਸੀਂ ਪ੍ਰੋਗਰਾਮ ਤੋਂ ਬਾਅਦ ਨਾ ਇਸੇ ਨੰਬਰ ਤੇ ਦੁਬਾਰਾ ਕਾਲ ਕਰ ਲਿਓ। ਕੋਸ਼ਿਸ਼ ਕਰਾਂਗੇ ਤੁਹਾਡੀ ਕਿਸੇ ਤਰੀਕੇ ਦੇ ਨਾਲ ਜੇ ਅਸੀਂ ਕੰਸਲਟੈਂਟ ਨਾਲ ਗੱਲ ਕਰਵਾ ਸਕੀਏ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਸੀਂ ਸਾਡੇ ਨਾਲ ਗੱਲ ਕਰ ਲਿਓ। ਥੈਂਕ ਯੂ ਸੋ ਮਚ ਜੀ ਕਾਲ ਕਰਨ ਲਈ। ਠੀਕ ਹੈ, ਓਕੇ ਜੀ ਸਰ, ਅਸੀਂ ਗੱਲ ਜੀ ਤੁਸੀਂ ਕੁਝ ਕਹਿਣਾ? ਤੁਸੀਂ ਐਪਸ ਦੀ ਗੱਲ ਕਰ ਰਹੇ ਸੀਗੇ ਜੀ, ਠੀਕ ਹੈ। ਜਿਹੜੀਆਂ ਐਪਸ ਦੀ ਲੋਕਾਂ ਹਰ ਕਿਸਮ ਦਾ ਬੰਦਾ ਤਰਨ, ਹਰ ਕਿਸਮ ਦਾ ਸੁਭਾਅ ਹੈਗਾ, ਹਰੇਕ ਨੂੰ ਹਰ ਗੱਲ ਫਿੱਟ ਨਹੀਂ ਆਉਂਦੀ, ਪਰ ਜਿਹੜੇ ਲੋਕ ਉਸ ਦੀ ਵਿਰੋਧਤਾ ਕਰ ਰਹੇ ਨੇ ਕਿ ਚਾਈਨੀਜ਼ ਐਪ ਸਾਨੂੰ ਚਾਹੀਦੇ ਨੇ, ਕੋਈ ਬਹੁਤੀ ਸਿਆਣੀ ਗੱਲ ਨਹੀਂ ਆ। ਅਸੀਂ ਨਾਲੇ ਇੱਕ ਗੱਲ ਹੋਰ ਜ਼ਰੂਰ ਹੈ, ਜਿਹੜੀ ਇੰਡੀਅਨ ਗਵਰਨਮੈਂਟ ਆ ਉਹਨੂੰ ਵੀ ਕੁਝ ਉਹਦੇ ਆਲਟਰਨੇਟ ਪ੍ਰੋਵਾਈਡ ਕਰਨੇ ਚਾਹੀਦੇ ਆ। ਬਿਲਕੁਲ ਜਿਵੇਂ ਇੰਡੀਆ ਬੰਦ ਕਰਤਾ ਸੀਗਾ। ਸਰ ਤੁਸੀਂ ਆਲਟਰਨੇਟ ਦੀ ਗੱਲ ਕੀਤੀ ਹੈ, ਵੀਡੀਓਜ਼ ਵਿੱਚ ਸ਼ਰੇਆਮ ਰੋ ਕੇ ਜਿਹੜੇ ਟਿਕਟੌਕ ਫੈਨਸ ਨੇ, ਟਿਕਟੌਕ ਲਵਰਸ ਨੇ, ਸ਼ਰੇਆਮ ਕਹਿ ਰਹੇ ਨੇ ਕਿ ਅਸੀਂ ਕੋਈ ਵੀ ਇੰਡੀਅਨ ਐਪ ਨਹੀਂ ਅਸੀਂ ਅਪਲੋਡ ਕਰਨੀ, ਆਪਣੇ ਫੋਨ 'ਚ ਡਾਊਨਲੋਡ ਨਹੀਂ ਕਰਨੀ, ਸਾਨੂੰ ਟਿਕਟੌਕ ਹੀ ਚਾਹੀਦੀ ਹੈ, ਟਿਕਟੌਕ ਤੋਂ ਬੈਨ ਹਟਾਇਆ ਜਾਵੇ। ਹਾਲਾਂਕਿ ਇਹ ਉਹਨਾਂ ਨੂੰ ਇਹ ਨਹੀਂ ਦਿਖ ਰਿਹਾ ਹੈਗਾ ਕਿ ਇੱਕ ਪਾਸੇ ਸੋਲਜਰਸ ਦੇ ਨਾਲ ਕੀ ਕੀਤਾ ਜਾ ਰਿਹਾ, ਦੂਜੇ ਪਾਸੇ ਤੁਸੀਂ ਚਾਈਨੀਜ਼ ਚੀਜ਼ਾਂ ਨੂੰ ਅਜੇ ਵੀ ਪ੍ਰਮੋਟ ਕਰਨ ਦੀ ਗੱਲ ਆਖ ਰਹੇ ਹੋ। ਤਰਨ ਇਹ ਤੰਗ ਸੋਚਣੀ ਹੈ, ਸਾਨੂੰ ਇਹ ਸੋਚਣਾ ਪਏਗਾ ਜੇ ਤੁਸੀਂ ਆਪਦੀ ਦੇਸ਼ ਬਾਰੇ ਇਹ ਨਾ ਪਿਛਲੇ ਅਸੀਂ ਜਦੋਂ ਛੋਟੇ ਹੁੰਦੇ ਸੀ ਤਰਨ, ਅਸੀਂ ਸਵੇਰੇ ਜਿਹੜੀ ਸਕੂਲ ਦੀ ਅਸੈਂਬਲੀ ਹੁੰਦੀ ਉਹ 'ਚ 3 ਨਾਅਰੇ ਜ਼ਰੂਰ ਆਉਂਦੇ ਹੁੰਦੇ ਸੀਗੇ। ਉਹ ਮੇਰੇ ਖਿਆਲ ਅੱਜ ਉਹ ਸਾਰੇ ਖਤਮ ਹੋ ਚੁੱਕੇ ਨੇ। देश की रक्षा कौन करेगा, कहने का हम करेंगे, देश को अर्पण तन मन धन ਤੇ ਭਾਰਤ ਮਾਤਾ ਕੀ ਜੈ, ਇਹ ਹਰ ਸਵੇਰੇ ਬੁਲਾਇਆ ਜਾਂਦਾ ਸੀਗਾ। ਉਸ ਵੇਲੇ ਅਜਿਹੀਆਂ ਗੱਲਾਂ, ਤੁਹਾਨੂੰ ਦੇਸ਼ ਪਿਆਰ ਦੀਆਂ ਗੱਲਾਂ, ਦੇਸ਼ ਪਿਆਰ ਦੇ ਗੀਤ ਗਾਏ ਜਾਂਦੇ ਸਨ, ਦੇਸ਼ ਪਿਆਰ ਦੇ ਗੀਤ ਸੁਣਾਏ ਜਾਂਦੇ ਸਨ। ਅੱਜ ਕੱਲ੍ਹ ਜੋ ਕੁਛ ਲਚਰ ਆ ਰਿਹਾ ਉਹ ਤੁਹਾਨੂੰ ਦੇਸ਼ ਪਿਆਰ ਕਿੱਥੇ ਲੈ ਕੇ ਜਾਵੇਗਾ? ਇਹ ਉਹੀ ਜਨਰੇਸ਼ਨ ਹੈ ਜਿਹੜੀ ਕਿ ਉਹਨਾਂ ਗੀਤਾਂ ਦੇ ਮਗਰ ਲੱਗੀ ਹੈ। ਦੇਸ਼ ਪਿਆਰ ਦਾ ਨਾਂ, ਦੇਸ਼ ਪਿਆਰ ਦੀ ਗੱਲ ਕਿਉਂ ਹੈ? ਕਿਉਂਕਿ ਸਾਡੇ ਲੀਡਰਸ ਉਹ ਟੀਚ ਹੀ ਨਹੀਂ ਕਰ ਰਹੇ, ਉਹ ਦੱਸ ਹੀ ਨਹੀਂ ਰਹੇ, ਸਾਨੂੰ ਉਹਨਾਂ ਚੀਜ਼ਾਂ ਨਾਲ ਜੋੜ ਹੀ ਨਹੀਂ ਰਹੇ, ਸਾਨੂੰ ਹੋਰਾਂ ਪਾਸੇ ਨੂੰ ਲਾਇਆ ਜਾ ਰਿਹਾ ਹੈ। ਇਸੇ ਕਰਕੇ ਇਹ ਜਿਹੜੇ ਟਿਕਟੌਕ ਵਾਲੇ ਲੋਕ ਹੈਗੇ ਨੇ ਉਹਦੀ ਚਾਹੁੰਦੇ ਵੀ ਅਸੀਂ ਹੋਰ ਕੋਈ ਡਾਊਨਲੋਡ ਹੀ ਨਹੀਂ ਕਰਨਾ। ਜ਼ਰੂਰ ਆਪਣੀ ਕੰਟਰੀ ਵਾਸਤੇ ਪਹਿਲਾਂ ਜ਼ਰੂਰ ਸੋਚਣਾ ਚਾਹੀਦਾ ਵੀ ਸਾਡੇ ਦੇਸ਼ ਦੀ ਹਾਲਤ ਕੀ ਹੈ, ਸਾਡੇ ਜਵਾਨ ਸਰਹੱਦ ਉੱਤੇ ਮਰ ਰਹੇ ਨੇ ਤੇ ਸਾਨੂੰ ਸਿਰਫ ਟਿਕਟੌਕ ਦੀ ਪਈ ਹੋਈ ਹੈ। ਬਿਲਕੁਲ ਜੀ। ਤੇ ਸਰ ਇਸ ਤੋਂ ਬਾਅਦ ਅਗਲੀ ਖਬਰ ਕਰੀਏ ਵੀ ਚਾਈਨਾ ਨਾਲ ਜੁੜੀ ਹੋਈ ਆ ਕਿ ਚਾਈਨਾ ਨੇ, ਜਿਵੇਂ ਅਸੀਂ ਦੇਖ ਰਹੇ ਸੀ ਕਿ ਯੂਐਸ ਵੱਲੋਂ ਚਾਈਨਾ ਦੀਆਂ ਕਦੇ 에ਅਰਲਾਈਨਸ ਨੂੰ ਬੈਨ ਕੀਤਾ ਜਾ ਰਿਹਾ, ਕਦੇ ਸਟੂਡੈਂਟਸ ਨੂੰ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਏਗਾ। ਹੁਣ ਚਾਈਨਾ ਨੇ ਵੀ ਇਹਦੇ ਲਈ ਸਟੈਪ ਲੈਣੇ ਸ਼ੁਰੂ ਕਰ ਦਿੱਤੇ ਨੇ। ਚਾਈਨਾ ਨੇ ਕਿਹਾ ਹੈ ਕਿ ਜਿਹੜੇ ਵੀ ਹੁਣ ਇਸ ਵਕਤ ਯੂਐਸ ਪੱਤਰਕਾਰ ਉੱਥੇ ਉਹਨਾਂ ਦੇ ਕੰਮ ਕਰ ਰਹੇ ਨੇ, ਕਿਹੜੀਆਂ ਲੋਕੇਸ਼ਨਸ ਤੇ ਨੇ ਤੇ ਕਿਹੜੇ ਅਮਰੀਕੀ ਪੱਤਰਕਾਰ ਚਾਈਨਾ 'ਚ ਇਸ ਵਕਤ ਹੈਗੇ ਨੇ, ਉਹਦਾ ਬਿਊਰਾ ਮੰਗਿਆ ਹੈ। ਕਰਨ ਕਿਉਂਕਿ ਯੂਐਸ ਨੇ ਇਹ ਗੱਲ ਪਹਿਲਾਂ ਕੀਤੀ ਹੋਈ ਸੀ, ਐਗਜ਼ੈਕਟਲੀ ਇਹੀ ਗੱਲ ਉਹੀ ਹੁਣ ਚਾਈਨਾ ਕਰ ਰਹੀ। ਚਾਈਨਾ ਨੇ ਜਿਹੜੀ ਐਸੋਸੀਏਟਡ ਪ੍ਰੈਸ ਹੈ, CBS ਨਿਊਜ਼ ਹੈ, ਨੈਸ਼ਨਲ ਪਬਲਿਕ ਰੇਡੀਓ ਹੈ ਐਂਡ ਯੂਨਾਈਟਿਡ ਪ੍ਰੈਸ UPI ਹੈ ਜਿਹੜੀ, ਇਹਨਾਂ ਸਾਰਿਆਂ ਨੂੰ ਜੀ ਇਹ ਜਿਹੜੀ ਗੱਲ ਤੁਸੀਂ ਇਹ ਨੋਟਿਸ ਦਿੱਤਾ ਵੀ ਸਾਨੂੰ ਇਹ ਦੱਸੋ ਤੁਹਾਡੇ ਕਿੰਨੇ ਬੰਦੇ ਸਾਡੇ ਦੇਸ਼ 'ਚ ਕੰਮ ਕਰ ਰਹੇ ਆ,
ਕਿੱਥੇ ਕਿੱਥੇ ਕੰਮ ਕਰ ਰਹੇ ਆ, ਤੁਹਾਡੇ ਆਫਿਸਿਸ ਕਿੱਥੇ ਨੇ, ਔਰ ਮੈਨੂੰ ਲੱਗਦਾ ਉਹਨਾਂ ਦਾ ਸਾਰਾ ਇਹ ਖਾਤਾ ਜੋੜ ਕੇ ਸਾਰਾ ਕੁਝ ਕਰਾ ਕੇ ਅਖੀਰ ਉਹਨਾਂ ਨੂੰ ਉਸ ਕੰਟਰੀ ਦੇ ਵਿੱਚੋਂ ਮੈਨੂੰ ਲੱਗਦਾ ਵੀ ਥੋੜ੍ਹੇ ਨੋਟਿਸ ਦੇ ਉੱਤੇ ਬਾਹਰ ਆਉਣਾ ਪੈ ਜਾਵੇਗਾ, ਜਿਹੜੇ ਹਿਸਾਬ ਦੇ ਵਿੱਚ US ਦੇ ਵਿੱਚ ਹੈਗਾ। ਪਰ ਦੂਸਰੀਆਂ ਹੋਰ ਬੜੀਆਂ ਏਜੰਸੀਜ਼ ਹੈਗੀਆਂ ਨੇ ਤਰ੍ਹਾਂ ਕੰਮ ਕਰਨ ਵਾਸਤੇ, ਸਾਰੇ ਕੋਲੈਬੋਰੇਸ਼ਨ ਦੇ ਵਿੱਚ ਕਰਦੀਆਂ ਨੇ। ਪਰ ਹਾਂ, ਚਾਈਨਾ ਦੇ ਵਿੱਚੋਂ ਜੇ ਚਾਈਨਾ ਚਾਹੇ ਜੀ ਬਾਹਰ ਜਿਹੜਾ ਮੈਸੇਜ ਆ ਨਿਕਲ ਨਹੀਂ ਦੇ ਸਕਦਾ ਕਿ ਉਹ ਉਹਦਾ ਜਿਹੜਾ ਇੰਟਰਨੈਟ ਆ ਬੜਾ ਕੰਟਰੋਲ ਕਰਦਾ ਜੀ। ਜਿਵੇਂ ਆਪਾਂ ਗੱਲ ਕੀਤੀ, ਉਹਨਾਂ ਦੇ ਜਿਹੜੇ ਸਰਚ ਇੰਜਨਸ ਵੀ ਨੇ, ਉਹਨਾਂ ਦੇ ਆਪਦੇ ਸਰਚ ਇੰਜਨਸ ਨੇ। ਗੂਗਲ ਵਗੈਰਾ ਉੱਥੇ ਕੰਮ ਨਹੀਂ ਜੀ ਕਰਦੇ, ਫੇਸਬੁੱਕ ਹੈ ਨਹੀਂ ਗੀ ਜੀ, ਉਹਨਾਂ ਦਾ ਆਪਦਾ ਫੇਸਬੁੱਕ ਹੈ। ਇੰਡੀਆ ਵੀ ਆਪਦਾ ਟਿਕਟੌਕ ਬਣਾ ਸਕਦਾ ਜੇ ਉਹ ਕਰ ਸਕਦੇ ਆ, ਕਿਉਂ ਨਹੀਂ ਜੀ? ਬਿਲਕੁਲ ਜੀ, ਸਾਰੇ ਐਪਸ ਹੈਗੀਆਂ ਨੇ। ਗੱਲ ਇਹ ਹੈ ਕਿ ਯੂਜ਼ ਜਿਹਨੇ ਜੋ ਕਰਨੀ ਆ ਉਹੀ ਹੈ। ਤੇ ਸਰ, ਚਾਈਨਾ ਦੀ ਜਿਵੇਂ ਅਸੀਂ ਗੱਲਬਾਤ ਕਰ ਰਹੇ ਹਾਂ, ਤੁਸੀਂ ਕਿਹਾ ਕਿ ਚਾਈਨਾ ਦਾ ਆਪਦਾ ਜਿਹੜਾ ਸ਼ੇਅਰ ਜਿਹੜੀ ਚੀਜ਼ ਆ ਜਿੰਨੀ ਕੋ ਚਾਹਣਗੇ ਉਨੀ ਹੀ ਬਾਹਰ ਨਿਕਲਦੀ ਆ, ਉਨੀ ਹੀ ਗੱਲਬਾਤ ਨਿਕਲਦੀ ਆ। ਕਰੋਨਾ ਵਾਇਰਸ ਦੇ ਉੱਤੇ ਕੋਈ ਹਜੇ ਤੱਕ ਮਾਮਲਾ ਇਸ ਬਾਰੇ ਗੱਲਬਾਤ ਨਹੀਂ ਸਾਹਮਣੇ ਆਈ ਕਿ ਕਿਵੇਂ ਫੈਲਿਆ। ਉਸ ਤੋਂ ਬਾਅਦ ਦੂਜੀ ਗੱਲ ਕਰੀਏ, ਗਲਵਾਨ ਵੈਲੀ ਦੇ ਵਿੱਚ ਕਿੰਨੇ ਚੀਨੀ ਜਿਹੜੇ ਆ ਸਿਪਾਹੀ ਮਾਰੇ ਗਏ ਨੇ, ਚਾਈਨੀਜ਼ ਸੋਲਜਰਸ ਕਿੰਨੇ ਇਸ ਵਕਤ ਮਾਰੇ ਗਏ ਜਾਂ ਕਿੰਨੇ ਕੁ ਜ਼ਖਮੀ ਹੋਏ ਨੇ, ਇਹਦੇ ਬਾਰੇ ਵੀ ਖਬਰ ਸਾਹਮਣੇ ਨਹੀਂ ਆਈ ਹੈਗੀ, ਨਾ ਹੀ ਉੱਥੋਂ ਦੀ ਕਿਸੇ ਮੀਡੀਆ ਨੇ ਇਸ ਬਾਰੇ ਵਿੱਚ ਜ਼ਿਆਦਾ ਛਾਪਿਆ। ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਆ ਉਹ ਇਹ ਹੈ ਕਿ ਚਾਈਨਾ ਨੇ ਕਿਹਾ ਹੈ ਕਿ ਜਿਹੜਾ ਹਾਂਗਕਾਂਗ ਦੇ ਉੱਤੇ ਜੋ ਨਵਾਂ ਲਾਗੂ ਕੀਤਾ ਗਿਆ ਨਿਯਮ ਲਾਗੂ ਕੀਤਾ ਗਿਆ, ਜਿਹੜਾ ਵੀ ਇਹਦੇ ਆਪੋਜ਼ਿਟ ਬੋਲਦਾ ਆ ਉਹਨੂੰ ਫੜਿਆ ਜਾਵੇ ਤੇ ਜੇਲ੍ਹਾਂ ਦੇ ਅੰਦਰ ਕੀਤਾ ਜਾਵੇ। ਤਰਨ, ਇਸ ਨਵੇਂ ਕਾਨੂੰਨ ਦੇ ਅੰਤਰਗਤ ਆਲਰੇਡੀ ਗ੍ਰਿਫਤਾਰੀਆਂ ਹੋ ਗਈਆਂ ਨੇ। ਸਵੇਰੇ ਜਦੋਂ ਪਹਿਲੀ ਖਬਰ ਆਈ ਸੀ ਉਸ 'ਚ 2 ਗ੍ਰਿਫਤਾਰੀਆਂ ਸੀ, ਪਰ ਜਦੋਂ ਹੁਣ ਆਪਾਂ ਖਬਰਾਂ ਦੇਣ ਤੋਂ ਪਹਿਲਾਂ 43 ਗ੍ਰਿਫਤਾਰੀਆਂ ਸਰਕਾਰੀ ਤੌਰ ਤੇ ਉੱਥੇ ਉਸੇ ਕਾਨੂੰਨ ਦੇ ਅੰਦਰ ਹੋ ਗਈਆਂ ਨੇ। ਇੱਕ ਗੱਲ ਹੋਰ ਬੜੀ ਵੱਡੀ ਕੀਤੀ ਹੈ ਚਾਈਨਾ ਨੇ। ਤਰਨ, ਫਸਟ ਆਫ ਆਲ ਸਾਰੀ ਡਿਟੇਲ ਨਹੀਂ ਆਈ ਜਿਹੜਾ ਇਹ ਕਾਨੂੰਨ ਉਹਨਾਂ ਨੇ ਚਾਈਨਾ, ਮੇਨਲੈਂਡ ਚਾਈਨਾ ਦੇ ਵਿੱਚ ਪਾਸ ਕੀਤਾ, ਨਾਟ ਇਨ ਹਾਂਗਕਾਂਗ, ਉਹ ਹੋ ਨਹੀਂ ਸੀ ਸਕਿਆ। ਇੱਕ ਗੱਲ ਜੀ ਉਸ ਕਾਨੂੰਨ ਦੇ ਵਿੱਚ ਬੜੀ ਵੱਡੀ ਐਡ ਕੀਤੀ ਹੋਈ ਹੈ ਤਰਨ, ਕਿ ਉੱਥੇ ਇੱਕ ਫੋਰਸ ਹੋਵੇਗੀ। ਹਾਂਗਕਾਂਗ ਦੀ ਗੱਲ ਕਰ ਰਿਹਾ, ਹਾਂਗਕਾਂਗ ਦੇ ਵਿੱਚ ਇੱਕ ਐਸੀ ਫੋਰਸ ਹੋਵੇਗੀ ਜਿਹੜੀ ਡਾਇਰੈਕਟਲੀ ਅੰਡਰ ਦਾ ਕੰਟਰੋਲ ਆਫ ਮੇਨਲੈਂਡ ਚਾਈਨਾ। ਸੋ ਉਹਦੇ ਉੱਤੇ ਹਾਂਗਕਾਂਗ ਦੀ ਪੁਲਿਸ, ਹਾਂਗਕਾਂਗ ਦੀ ਜਿਹੜੀ ਸਰਕਾਰ ਆ, ਉਹਦੇ ਕੋਈ ਵਸ ਨਹੀਂ ਹੋਏਗਾ। ਸੋ ਇਟ ਮੀਨਸ ਨਾਓ ਚਾਈਨਾ will be controlling, let's say not it's trying to control, China will be controlling the Hong Kong according to their wills, their wishes। ਉਹਨਾਂ ਦੇ ਮੁਤਾਬਕ ਹੁਣ ਹਾਂਗਕਾਂਗ ਚੱਲੇਗਾ ਜੀ, ਜਿਹਦਾ ਕਿ ਵਿਰੋਧ ਬਾਹਰ ਬਹੁਤ ਹੋ ਰਿਹਾ ਜੀ। ਇਹ ਚਾਈਨਾ ਕਿੰਨੀ ਕੁ ਪਰਵਾਹ ਕਰਦਾ, ਕਿੱਥੇ ਜਾ ਕੇ ਇਸ ਗੱਲ ਨੂੰ ਰੋਕਦਾ, ਇਹ ਆਉਣ ਵਾਲਾ ਸਮਾਂ ਦੱਸੇਗਾ ਜੀ। ਜੀ ਬਿਲਕੁਲ ਸਰ, ਹਾਂਗਕਾਂਗ ਦੀ ਗੱਲ ਕਰੀਏ, ਹਾਲਾਂਕਿ ਉੱਥੇ ਪ੍ਰੋਟੈਸਟ ਹੋ ਰਹੇ ਨੇ, ਉਹਨਾਂ ਨੂੰ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆਂ ਨੇ, ਪਰ ਬ੍ਰਿਟੇਨ ਨੇ ਇਸ ਵਕਤ ਵੈਲਕਮ ਕੀਤਾ। ਬ੍ਰਿਟੇਨ ਨੇ ਸਟੈਪ ਅੱਗੇ ਚੁੱਕਿਆ ਹੈ ਕਿ ਹਾਂਗਕਾਂਗ ਦੇ ਜਿਹੜੇ ਵਾਸੀ ਬ੍ਰਿਟੇਨ 'ਚ ਆਉਣਾ ਚਾਹੁੰਦੇ ਨੇ ਉਹਨਾਂ ਦਾ ਸਵਾਗਤ ਹੈ। ਤਰਨ, ਬ੍ਰਿਟੇਨ ਨੇ ਸਭ ਤੋਂ ਵੱਡੀ ਗੱਲ ਇੱਕ ਇਹ ਕਹੀ ਹੈ ਕਿ ਜੋ ਹੁਣ ਹਾਂਗਕਾਂਗ ਕਰ ਰਿਹਾ, ਹੁਣ ਹਾਂਗਕਾਂਗ ਦੇ ਉੱਤੇ ਆਏਗਾ ਨਾ, ਚਾਈਨਾ ਜੋ ਹਾਂਗਕਾਂਗ ਦੇ ਵਿੱਚ ਕਰ ਰਿਹਾ, ਉਹ ਸਹੀ ਨਹੀਂ ਹੈਗਾ। ਜਿਹੜਾ ਐਗਰੀਮੈਂਟ ਹੋਇਆ ਸੀਗਾ ਬ੍ਰਿਟੇਨ ਨੇ ਛੱਡ ਕੇ ਗਿਆ 1997 ਦੇ ਵਿੱਚ, 99 ਸਾਲ ਦੀ ਲੀਜ਼ ਤੇ ਲਿਆ ਹੋਇਆ ਸੀਗਾ ਜੀ। ਦੇਖੋ ਕੰਟਰੀ ਦੀ ਲੀਜ਼ ਤੇ ਦਿੱਤੇ ਜਾਂਦੇ ਨੇ, ਉਹ ਲਿਆ ਉਦੋਂ ਛੱਡ ਕੇ ਗਏ ਨੇ ਜੀ। ਉਦੋਂ ਜੋ ਕੁਛ ਉਹਨਾਂ ਦੀ ਟਰਮਸ ਸੀਗੀਆਂ, ਉਹ ਟਰਮਸ ਨੂੰ ਉਹ ਕਹਿੰਦੇ ਚਾਈਨਾ ਮੰਨ ਨਹੀਂ ਰਿਹਾ। ਔਰ ਉਹਦੇ ਵਿੱਚ ਇੱਕ ਗੱਲ ਜ਼ਰੂਰ ਕਹੀ ਆ ਕਿ ਜਿਹੜੇ ਉੱਥੋਂ ਦੇ ਫੋਰਨ ਸੈਕਟਰੀ ਹੈਗੇ ਨੇ ਜੀ, ਉਹਨਾਂ ਨੇ ਕਿਹਾ ਜਿਹੜੇ ਬ੍ਰਿਟਿਸ਼ ਨੈਸ਼ਨਲ ਪਾਸਪੋਰਟ ਹੋਲਡਰਸ ਨੇ ਜੀ ਹਾਂਗਕਾਂਗ ਦੇ ਵਿੱਚ ਤਕਰੀਬਨ 3 ਮਿਲੀਅਨ ਦੇ ਹੈਗੇ ਆ ਜੀ, ਉਹਨਾਂ ਨੂੰ ਕਿਹਾ ਜੀ ਉਹ ਇੰਗਲੈਂਡ ਦੇ ਵਿੱਚ ਆ ਸਕਦੇ ਨੇ। ਪਹਿਲਾਂ ਜਿਹੜਾ ਵੀਜ਼ਾ ਹੁੰਦਾ ਸੀ ਤਰਨ, ਉਹ 6 ਮਹੀਨੇ ਦਾ ਹੁੰਦਾ ਸੀਗਾ, ਵੀ 6 ਮਹੀਨੇ ਤੋਂ ਬਾਅਦ ਉਹ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਸੀਗਾ। ਪਰ ਹੁਣ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਵੀ ਉਹ 12 ਮਹੀਨੇ ਦਾ ਹੋਏਗਾ ਤੇ ਉਹ ਸਿਟੀਜ਼ਨਸ਼ਿਪ ਵਾਸਤੇ ਵੀ ਅਪਲਾਈ ਕਰ ਸਕਣਗੇ ਤੇ ਉਹਨਾਂ ਨੂੰ ਕੁਝ ਸਾਲਾਂ ਮਗਰੋਂ ਸਿਟੀਜ਼ਨਸ਼ਿਪ ਵੀ ਦਿੱਤੀ ਜਾਵੇਗੀ। ਸੋ ਬ੍ਰਿਟੇਨ ਨੇ ਸਭ ਤੋਂ ਪਹਿਲਾਂ ਇਹ ਵੱਡਾ ਸਟੈਪ ਲਿਆ ਜੀ ਕਿ ਜਿਹੜੇ ਲੋਕਾਂ ਦੇ ਕੋਲੇ ਬ੍ਰਿਟਿਸ਼ ਪਾਸਪੋਰਟਸ ਹੈਗੇ ਨੇ ਪਰ ਹਾਂਗਕਾਂਗ ਦੇ ਨੇ, ਉਹਨਾਂ ਨੂੰ 2.9 ਮਿਲੀਅਨ ਨੇ ਜੀ ਟੋਟਲ, ਉਹ ਸਭ ਨੂੰ ਉਹਨਾਂ ਨੇ ਕਿਹਾ ਵੀ ਉਹ ਬ੍ਰਿਟੇਨ ਦੇ ਵਿੱਚ ਆ ਕੇ ਸਿੱਧੇ ਜਾਂ ਅਸਿੱਧੇ ਢੰਗ ਦੇ ਨਾਲ ਸੈਟਲ ਹੋ ਸਕਦੇ ਨੇ ਜੀ। ਔਰ ਚਾਈਨਾ ਵਾਸਤੇ ਬੜਾ ਵੱਡਾ ਸੁਨੇਹਾ ਹੈਗਾ ਜੀ ਬ੍ਰਿਟੇਨ ਨੇ ਜਿਹੜਾ ਇਹ ਸੁਨੇਹਾ ਦਿੱਤਾ। ਮੈਨੂੰ ਲੱਗਦਾ ਇਹ ਜਿਹੜਾ ਸੁਨੇਹਾ ਇਹ ਟਰੰਪ ਸਾਹਿਬ ਵਾਲਿਆਂ ਸੁਨੇਹਾ ਨਾਲ ਵੀ ਕਿਤੇ ਵੱਡਾ ਹੈ। ਕਰੋਨਾ ਵਾਇਰਸ ਦੀ ਥੋੜੀ ਜਿਹੀ ਗੱਲ ਕਰ ਲਈਏ ਸਰ, ਅੱਜ ਭਾਵੇਂ ਕੈਨੇਡਾ ਡੇ ਹੈ, ਅਸੀਂ ਦੇਖਿਆ ਕਿ ਥਾਂ ਦੇ ਉੱਤੇ ਹਜੇ ਵੀ ਅੱਜ ਅਸੀਂ ਆਊਟਡੋਰ ਕਰਕੇ ਆਏ ਹਾਂ, ਦੇਖ ਕੇ ਆਏ ਹਾਂ, ਤੇ ਕਿਸੇ ਨੇ ਵੀ ਮਾਸਕ ਨਹੀਂ ਪਾਏ ਹੋਏ ਹੈਗੇ, ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਹੈ। ਬੱਚਿਆਂ ਨੂੰ ਨਾਲ ਲੈ ਕੇ ਬਾਹਰ ਬੀਚਿਸ ਤੇ ਜਾਇਆ ਜਾ ਰਿਹਾ, ਦੇਖਿਆ ਕਿ ਉੱਥੇ ਬਿਲਕੁਲ ਵੀ ਇਹਤਿਆਤ ਨਹੀਂ ਵਰਤੇ ਜਾ ਰਹੇ, ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਹੈਗੀ। ਹਾਲਾਂਕਿ ਮੌਤਾਂ ਦਾ ਅੰਕੜਾ ਪੂਰੀ ਦੁਨੀਆ ਵਿੱਚ ਦੇਖੀਏ ਤਾਂ 5 ਲੱਖ ਤੱਕ ਜਾ ਚੁੱਕਿਆ ਵਾ, ਇਸ ਦੇ ਬਾਵਜੂਦ ਵੀ ਲੋਕੀ ਨਹੀਂ ਦੇਖ ਰਹੇ। ਸਰ, ਅਸੀਂ ਇੱਕ ਰਿਪੋਰਟ ਆਪਾਂ ਗੱਲ ਕੀਤੀ ਸੀ, ਡਿਸਕਸ ਕੀਤੀ ਸੀ ਕਿ ਉਹਦੇ ਵਿੱਚ US ਦੇ ਵਿੱਚ ਜਿਸ ਤਰੀਕੇ ਨਾਲ ਮੌਤਾਂ ਦਾ ਇੰਨਾ ਅੰਕੜਾ ਹੋ ਗਿਆ ਸੀ ਕਿ ਮਾਸ ਫਿਨਰਲ ਹੋਣਾ ਉੱਥੇ ਸ਼ੁਰੂ ਹੋ ਚੁੱਕਿਆ ਸੀ, ਲਾਸ਼ਾਂ ਨੂੰ ਜਿਹੜਾ ਆ ਇੱਕ ਪਾਸੇ ਦਬਾਇਆ ਜਾ ਰਿਹਾ ਸੀ। ਉਵੇਂ ਦੀ ਹੀ ਹੁਣ ਇੱਕ ਖਬਰ ਜਿਹੜੀ ਆ, ਇੱਕ ਵੀਡੀਓ ਕਾਫੀ ਵਾਇਰਲ ਹੋਈ ਆ ਭਾਰਤ ਤੋਂ ਵੀ,
ਜਿੱਥੇ ਕਿ ਕਰੋਨਾ ਦੇ ਕਰਕੇ ਜਿਹੜੀਆਂ ਮੌਤਾਂ ਹੋ ਰਹੀਆਂ ਉਹ ਡੈੱਡ ਬੋਡੀਜ਼ ਨੂੰ ਪਿਟਸ ਦੇ ਵਿੱਚ ਯਾਨੀ ਕਿ ਖੱਡਾਂ ਦੇ ਵਿੱਚ ਸੁੱਟਿਆ ਜਾ ਰਿਹਾ ਵਾ, ਜਿਹਨੂੰ ਲੈ ਕੇ ਹੁਣ ਅਧਿਕਾਰੀ ਭਾਵੇਂ ਮੁਆਫੀ ਤਾਂ ਮੰਗ ਰਹੇ ਨੇ ਪਰ ਬਹੁਤ ਹੀ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤਰਨ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਅਬਾਊਟ ਮੇਰੇ ਖਿਆਲ 3 ਹਫ਼ਤੇ ਜਾਂ 4 ਹਫ਼ਤੇ ਪਹਿਲਾਂ ਕੀਤੀ ਸੀ, ਜਿਹੜੀ ਕਿ ਨਿਊ ਜਰਸੀ ਦੇ ਵਿੱਚ ਆ ਬੋਡੀਜ਼ ਦੀ ਗੱਲ ਕੀਤੀ ਸੀਗੀ, ਐਗਜ਼ੈਕਟਲੀ ਉਹੀ ਗੱਲ ਹੈ ਜੀ। ਤੇ ਆਪਾਂ ਉਹਦੇ ਵਿੱਚ ਇੱਕ ਫੋਰਨ ਜਿਹੜੀ ਕੰਪਨੀ ਆ, ਮੇਰੇ ਕੋਲ ਰਾਇਟਰ ਸੀਗਾ, ਆਪਾਂ ਉਹਦੇ ਬੇਸ ਤੇ ਵੀ ਗੱਲ ਕੀਤੀ ਸੀ ਕਿ ਉਹ ਦਿੱਲੀ ਦੇ ਇੱਕ ਹਸਪੀਟਲ ਦੇ ਵਿੱਚ ਜਾ ਕੇ ਆਏ ਸੀ ਜਿੱਥੇ ਉਹਨੇ ਕਿਹਾ ਸੀ ਲਾਸ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਆ। ਉਹ ਤਾਂ ਦਿੱਲੀ ਦੀ ਸੀਗੀ, ਹੁਣ ਕਰਨਾਟਕਾ ਦੀ ਆ ਗਈ ਹੈ ਜੀ। ਇਹ ਜੇ ਇਕੱਲੇ ਕਰਨਾਟਕਾ ਵਿੱਚ ਹੀ ਨਹੀਂ ਹੋਗਾ ਤਾਂ ਆਪਾਂ ਆਮ ਗੱਲਾਂ ਕਰਦੇ ਹਾਂ ਕਿ ਲੱਗਦਾ ਇਉਂ ਹੈ, ਇਹ ਕਿਵੇਂ ਹੋ ਸਕਦਾ ਵੀ ਇਕੱਲੇ 2 ਸੂਬਿਆਂ ਵਿੱਚ ਹੀ ਹੋਵੇ ਕੋਵਿਡ-19 ਦਾ ਪ੍ਰਕੋਪ ਤੇ ਬਾਕੀ ਥਾਵਾਂ ਤੇ ਨਾ ਹੋਵੇ। ਕਰਨਾਟਕਾ ਦੀ ਗੱਲ ਆ ਗਈ ਹੈ ਜੀ। ਹੁਣ ਕਰਨਾਟਕਾ ਦੇ ਵਿੱਚ ਜਿਹੜੀ ਇਹ ਤੁਸੀਂ ਗੱਲ ਕੀਤੀ ਹੈ ਕਿ ਬੋਡੀਜ਼ ਨੂੰ ਡੰਪ ਕੀਤਾ ਜਾ ਰਿਹਾ ਟੋਏ ਦੇ ਵਿੱਚ, ਸੋ ਇਮੈਜਿਨ ਕਿੰਨੀਆਂ ਡੈਥਸ ਹੋ ਰਹੀਆਂ ਨੇ ਔਰ ਇਹਦੀ ਵੀਡੀਓ ਆ ਗਈ ਹੈ। ਹੋਰ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋਇਆ ਹੋਵੇਗਾ, ਕਿੰਨੇ ਕੋਵਿਡ-19 ਨਾਲ ਡੈਥਸ ਹੋਈਆਂ ਹੋਣਗੀਆਂ। ਇਹ ਬੜੀ ਮੰਦਭਾਗੀ ਖਬਰ ਹੈ ਜੀ। ਔਰ ਇਹਦੇ ਨਾਲ ਨਾਲ ਤਰਨ ਇਸ ਦੇ ਵਿੱਚ ਜਿਹੜੇ ਰਿਕਾਰਡਡ ਹੈ ਅਬਾਊਟ 69 ਡਾਕਟਰਸ, ਉਹਨਾਂ ਦੀ ਡੈਥ ਹੋਈ ਹੈ ਜੀ ਕੋਵਿਡ-19 ਦੇ ਅੰਡਰ ਇਨ ਇੰਡੀਆ, ਇੰਨੀ ਹੋ ਚੁੱਕੀ ਹੈ ਜੀ। ਔਰ ਜਿਹੜੇ 2000 ਤੋਂ ਉੱਪਰ ਹੈਲਥ ਵਰਕਰ ਨੇ ਪੋਜ਼ਿਟਿਵ ਕੋਵਿਡ-19 ਦੇ ਆਏ ਨੇ ਜੀ। ਇਕੱਲੇ ਦਿੱਲੀ ਦੀ ਗੱਲ ਕਰ ਰਹੇ ਜੀ। ਇਮੈਜਿਨ ਕਰੋ ਜਿਹੜੇ ਉਹ ਲੋਕ ਜਿਨ੍ਹਾਂ ਦੇ ਕੋਲੇ ਪੂਰਾ ਇਕਵਿਪਮੈਂਟ ਨਹੀਂ ਹੈਗਾ, ਇਕਵਿਪਮੈਂਟ ਜਿਹੜਾ ਉੱਪਰਲਿਆਂ ਨੂੰ ਹੀ ਦਿੱਤਾ ਜਾ ਰਿਹਾ ਹੈ। ਤਾਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਇੱਕ ਡਾਕਟਰ ਦੀ, ਜਿਹੜੇ ਕਿ ਉਹਨਾਂ ਨੂੰ ਬਾਅਦ 'ਚ ਪਾਗਲ ਕਰਾਰ ਦਿੱਤਾ ਗਿਆ ਸੀਗਾ। ਜਿਹੜੇ ਲੋਕ ਸੱਚ ਬੋਲਦੇ ਆ ਔਰ ਜਿਹੜੇ ਲੋਕ ਕੰਮ ਕਰਦੇ ਆ, ਫਰੰਟ ਲਾਈਨ ਵਰਕਰਸ ਹੈ, ਜੇ ਉਹਨਾਂ ਨੂੰ ਇਕਵਿਪਮੈਂਟ ਹੀ ਹੈ ਨਹੀਂਗਾ ਤਾਂ ਫਾਈਟ ਕਿਵੇਂ ਕਰਨਗੇ? ਕਰੋਨਾ ਕੋਵਿਡ-19 ਨੂੰ ਕਿਵੇਂ ਕੰਟਰੋਲ 'ਚ ਕੀਤਾ ਜਾਵੇਗਾ? ਇਹ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ। ਜੇ ਮੈਂ ਦੁਬਾਰੇ ਫੇਰ ਰਿਪੀਟ ਕਰਦਾ, ਹਜੇ ਸਰਕਾਰਾਂ ਬਦਲਣੀਆਂ ਬੰਦ ਕਰ ਦਿਓ, ਥੋੜ੍ਹੀ ਦੇਰ ਕਰ ਲਿਓ, ਜਦੋਂ ਮਰਜ਼ੀ ਕਰ ਲਿਓ ਬਦਲਣੀਆਂ, ਕਿੱਡੀ ਗੱਲ ਆ। ਪਹਿਲਾਂ ਪਲੀਜ਼ ਆਪਦੇ ਜਿਹੜੇ ਤੁਹਾਡੇ ਨਾਗਰਿਕ ਨੇ ਉਹਨਾਂ ਦੀ ਸਿਹਤ ਦਾ ਖਿਆਲ ਰੱਖੋ। ਬਿਲਕੁਲ ਠੀਕ। ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ, ਹਾਈ, ਮੈਂ ਪੁੱਛਣਾ ਸੀਗਾ ਕਿਹੜੀ 에ਅਰਲਾਈਨ ਚੱਲਦੀ ਹੈ ਪਈ ਰਾਈਟ? ਲਫਟਾਂਸਾ ਵਾਲੀ ਕਿਹੜੀ 에ਅਰਲਾਈਨ ਆ, ਉਹ ਤੁਹਾਨੂੰ ਪਤਾ ਜੇ ਚੱਲਦੀ ਹੈ, ਮੈਂ ਕਿਹੜੇ ਤਰੀਕਾ ਤੋਂ ਚੱਲੂੰਗੀ? ਮੈਮ ਤੁਸੀਂ ਕਿੱਥੋਂ ਤੋਂ ਕਿੱਥੇ ਤੱਕ ਜਾਣਾ ਹੈ ਇਹ ਸਾਨੂੰ ਦੱਸ ਸਕਦੇ ਹੋ? ਹਾਂਜੀ, ਮੇਰੀ ਗ੍ਰੈਂਡਮਾ ਉਹ ਇੰਡੀਆ, ਉਹਨਾਂ ਨੂੰ ਇੰਡੀਆ ਦੀ ਫਲਾਈਟ ਅਸੀਂ ਲਈ ਆ ਪਰ ਲਫਟਾਂਸਾ ਤਾਂ ਨਹੀਂ ਹੈ ਰਾਈਟ? ਸੋ ਅਸੀਂ ਪੁੱਛਣੀ ਸੀ ਕਿ ਉਹ 에ਅਰਲਾਈਨ ਚੱਲਦੀ ਪਈ ਹੈ ਕੈਨੇਡਾ। ਇੰਡੀਆ ਤੋਂ ਕਿੱਥੇ ਜਾਣਾ ਜੀ ਉਹਨਾਂ ਨੇ? US ਜਾਂ ਕੈਨੇਡਾ? ਕੈਨੇਡਾ। ਇੰਡੀਆ ਟੂ ਕੈਨੇਡਾ ਕਿਹੜੀ ਫਲਾਈਟ ਚੱਲ ਰਹੀ ਹੈ, ਤੁਸੀਂ ਇਹਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ? ਥੈਂਕ ਯੂ ਸੋ ਮਚ ਜੀ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ ਜੀ। ਲਫਟਾਂਸਾ 에ਅਰਲਾਈਨ ਚੱਲਦੀ ਹੈ ਜੀ। ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਾਂ ਸਾਰੇ ਸਵਾਲਾਂ ਦੇ ਜਵਾਬ ਤਰਨ ਜਾਣ ਤੋਂ ਪਹਿਲਾਂ ਦੇ ਕੇ ਜਾਵਾਂਗੇ ਜੀ। ਹਾਂ ਜੀ, ਆਪਾਂ ਪ੍ਰੋਗਰਾਮ ਨਾਲ ਜੁੜੇ ਰਹੋ। ਪ੍ਰੋਗਰਾਮ ਦੇ ਅਖੀਰ 'ਚ ਅਸੀਂ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ। ਸਰ, ਕਰੋਨਾ ਵਾਇਰਸ ਦੀ ਗੱਲ ਤਾਂ ਇੱਕ ਪਾਸੇ ਰਹੀ, ਅਸੀਂ ਦੇਖ ਰਹੇ ਸੀ ਕਿ ਕੁਝ ਸਮੇਂ ਤੋਂ ਇੱਕ ਲਹਿਰ ਦੇ ਉੱਤੇ ਬਹੁਤ ਜ਼ਿਆਦਾ ਅਸੀਂ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਟ੍ਰੈਂਡਿੰਗ ਕਰ ਰਹੀ ਹੈ। ਇਹ ਲਹਿਰ ਗੱਲ ਸੀ ਖਾਲਿਸਤਾਨ ਦੀ, ਤੇ ਸੁਣਨ ਦੇ ਵਿੱਚ ਆਇਆ ਕਿ ਭਾਰਤ ਸਰਕਾਰ ਦਾ ਹੁਣ ਇੱਕ ਨਵਾਂ ਫੈਸਲਾ ਆਇਆ ਜਿਹਦੇ ਵਿੱਚ ਖਾਲਿਸਤਾਨ ਲਹਿਰ ਨਾਲ ਜੁੜੇ ਜਿੰਨੇ ਵੀ ਬਾਹਰ ਵਿਦੇਸ਼ਾਂ ਵਿੱਚ ਵਸਦੇ ਲੋਕ ਨੇ, ਕੁਝ ਖਾਸ ਉਹਦੇ ਵਿੱਚ ਨਾਮ ਸ਼ਾਮਿਲ ਨੇ, ਉਹਨਾਂ ਨੂੰ ਹੁਣ ਅੱਤਵਾਦੀ ਐਲਾਨਿਆ ਗਿਆ ਆ। ਬਿਲਕੁਲ ਤਰਨ, ਦੇਖੋ ਜਿਹੜਾ ਆਹ ਖਾਲਿਸਤਾਨ ਦੇ ਬਾਅਦ ਜਿਹੜੇ ਸਾਈਨ ਚੱਲ ਰਹੇ ਨੇ, ਇਹ ਲਹਿਰ ਚੱਲੀ ਹੋਈ ਹੈ ਜੀ। ਜਿਹੜੇ ਆਪਣੇ US ਦੇ ਵਿੱਚ ਇਹਨਾਂ ਦੇ ਲੀਡਰ ਨੇ ਗੁਰਪਤਵੰਤ ਸਿੰਘ ਪੰਨੂ ਸਾਹਿਬ, ਉਹ ਤੇ UK ਦੇ ਵਿੱਚ ਤੁਹਾਡੇ ਕੋਲ ਸਾਰੀ ਲਿਸਟ ਹੈਗੀ, ਤੁਸੀਂ ਮੈਨੂੰ ਉਹ ਨਾਮ ਪੜ੍ਹ ਸਕਦੇ ਜੀ। ਉਹਨਾਂ ਸਾਰਿਆਂ ਨੂੰ ਜਿਹੜੀ ਇੰਡੀਅਨ ਗਵਰਨਮੈਂਟ ਆ ਉਹਨਾਂ ਨੇ ਅੱਤਵਾਦੀ ਕਰਾਰ ਦਿੱਤਾ ਜੀ। ਔਰ ਕਿਉਂਕਿ ਦੇਖੋ ਜਿਹੜੀ ਸਰਕਾਰ ਦੇ ਅਗੇਂਸਟ ਅਜਿਹੀਆਂ ਗੱਲਾਂ ਹੋਣੀਆਂ ਨੇ, ਸਰਕਾਰ ਤਾਂ ਕੋਈ ਵੀ ਨਹੀਂ ਚਾਹੁੰਦੀ ਇਹ ਵੀ ਅਜਿਹੀ ਗੱਲ ਕੀਤੀ ਜਾਵੇ। ਜਿਹੜੇ ਲੋਕ ਉੱਥੇ ਵੱਖਵਾਦੀ ਹੈ, ਵੱਖਵਾਦ ਹੋਣਾ ਚਾਹੁੰਦੇ ਆ, ਆਪਦਾ ਕੰਟਰੀ ਬਣਾਉਣਾ ਚਾਹੁੰਦੇ ਆ, ਉਹ ਆਪਣੇ ਵਾਸਤੇ ਕੰਮ ਕਰ ਰਹੇ ਨੇ ਤੇ ਸਰਕਾਰ ਇਹ ਗੱਲ ਨਹੀਂ ਹੋਣਾ ਦੇਣਾ ਚਾਹੁੰਦੀ। ਸੋ ਸਰਕਾਰ ਨੇ ਉਸ ਚੀਜ਼ ਦੇ ਤਹਿਤ ਜਿਹੜੇ ਇਹ ਨਵਾਂ ਆਰਡੀਨੈਂਸ ਜਾਰੀ ਕੀਤਾ ਹੈ ਤੇ ਉਹਨਾਂ ਸਾਰਿਆਂ ਨੂੰ ਮੇਰੇ ਖਿਆਲ ਤੁਸੀਂ ਬਾਕੀ ਨਾਮ ਵੀ ਦੱਸ ਸਕਦੇ ਹੋ ਕਿਹੜੇ ਕਿਹੜੇ। ਬਿਲਕੁਲ ਜੀ, ਇਹਦੇ ਵਿੱਚ ਕਾਫੀ ਨਾਮ ਸਰਕਾਰ ਨੇ ਦਿੱਤੇ ਹੋਏ ਨੇ। ਜਿਹੜੇ ਪ੍ਰਮੁੱਖ ਮੈਂਬਰ ਨੇ ਉਹਨਾਂ ਦੇ ਵਿੱਚ ਤੁਸੀਂ ਨਾਮ ਤਾਂ ਲੈ ਦਿੱਤਾ ਹੈ ਜੀ, ਪਰ ਉਹਨਾਂ ਦਾ ਦੱਸ ਚੁੱਕੇ ਗੁਰਪਤਵੰਤ ਸਿੰਘ ਪੰਨੂ UK ਤੋਂ ਨੇ। ਉਹਨਾਂ ਤੋਂ ਇਲਾਵਾ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਪਰਮਜੀਤ ਸਿੰਘ, ਉਸ ਤੋਂ ਬਾਅਦ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨੇਚਰ। ਇਸ ਤੋਂ ਇਲਾਵਾ ਬਹੁਤ ਸਾਰੇ ਕਈ ਅਜਿਹੇ ਨਾਮ ਨੇ ਜਿਹੜੇ ਅਲੱਗ-ਅਲੱਗ ਸੰਸਥਾਵਾਂ ਚਲਾ ਰਹੇ ਨੇ, ਉਹਨਾਂ ਸੰਸਥਾਵਾਂ ਦੇ ਪ੍ਰਮੁੱਖ ਨੇ ਜਿਨ੍ਹਾਂ ਦੇ ਨਾਮ ਇਸ ਵਿੱਚ ਸ਼ਾਮਿਲ ਨੇ। ਸੋ ਸਰਕਾਰ ਜਿਹੜੀ ਇਸ ਵਕਤ, ਸਰ ਕੋਈ ਵੀ ਸਰਕਾਰ ਆਪਣੇ ਦੇਸ਼ ਨੂੰ ਆਫ ਕੋਰਸ ਵੰਡਣਾ ਨਹੀਂ ਚਾਹੁੰਦੀ ਹੈਗੀ, ਤੇ ਅਲੱਗ-ਅਲੱਗ ਜਿਹੜੀਆਂ ਭਾਵਨਾਵਾਂ ਨੇ ਇੱਕ ਤਰੀਕੇ ਦੇ ਨਾਲ ਬੈਠ ਕੇ ਇਸ ਗੱਲ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਰ, ਸਰਕਾਰਾਂ ਜਿਵੇਂ ਅਲੱਗ-ਅਲੱਗ ਮੁੱਦੇ ਉੱਤੇ ਗੱਲਬਾਤ ਕਰਦੀਆਂ ਨੇ, ਸੋ ਇਹ ਵੀ ਅਜਿਹਾ ਮੁੱਦਾ ਜਿਹਦੇ ਉੱਤੇ ਬੈਠ ਕੇ ਕੋਈ ਗੱਲਬਾਤ ਕੀਤੀ ਜਾ ਸਕਦੀ ਹੈ, ਕਿਉਂਕਿ ਤੁਸੀਂ ਵੀ ਹਮੇਸ਼ਾ ਕਹਿੰਦੇ ਹੋ ਕਿ ਇਹੋ ਜਿਹਾ ਕੋਈ ਮੁੱਦਾ ਨਹੀਂ ਜਿਹਦਾ ਹੱਲ ਟੇਬਲ ਤੇ ਨਾ ਨਿਕਲ ਸਕੇ। ਸਹੀ ਗੱਲ ਹੈ ਤਰਨ। ਵੈਸੇ ਮੈਂ ਇੱਕ ਗੱਲ ਨਾਲ ਥੋੜ੍ਹੀ ਜਿਹੀ ਹੋਰ ਐਡ ਕਰਨੀ ਚਾਹਾਂਗਾ ਕਿ ਜਿਹੜਾ ਇੰਡੀਆ ਇੰਨੇ ਧਰਮਾਂ ਦਾ, ਇੰਨੀਆਂ ਜ਼ਾਤਾਂ ਦਾ, ਇੰਨੀਆਂ ਨਸਲਾਂ ਦਾ ਸੁਮੇਲ ਕਹਿ ਲੈਣਾ ਮੈਂ ਅਜੇ ਹੈਗਾ, ਇੰਨੇ ਲੋਕਾਂ ਨੂੰ ਅਜਿਹੀਆਂ ਵੱਖਰੀ ਵੱਖਰੀ ਵਿਚਾਰਧਾਰਾਵਾਂ ਨੂੰ
ਇਕੱਠਾ ਰਹਿਣਾ ਬਹੁਤ ਮੁਸ਼ਕਿਲ ਆ। ਇਹ ਤਾਂ ਹੀ ਇਕੱਠਾ ਰਹੇਗਾ ਜੇ ਉੱਥੇ ਇੰਪਲੋਇਮੈਂਟ ਹੋਏਗੀ। ਜਦ ਅਨਇੰਪਲੋਇਮੈਂਟ ਸ਼ੁਰੂ ਹੋਣ ਲੱਗ ਜਾਂਦੀ ਹੈ, ਜ਼ਿਆਦਾ ਹੋਣ ਲੱਗ ਜਾਂਦੀ ਹੈ, ਤਾਂ ਫਿਰ ਅਜਿਹੀਆਂ ਵੱਖਵਾਦੀ ਗੱਲਾਂ ਉੱਠਦੀਆਂ ਨੇ। ਅਗਲਾ ਕਹਿੰਦਾ ਮੈਂ ਇਹ ਜੇ ਨਾ ਰਹਿ ਕੇ ਕਰਨਾ ਕੀ ਹੈ ਜਦ ਮੇਰਾ ਆਪਣਾ ਕੋਈ ਸਰਦਾ ਨਹੀਂ ਹੈ। ਸਰਕਾਰ ਨੂੰ ਇੰਪਲੋਇਮੈਂਟ ਓਪਰਚੁਨਿਟੀਜ਼ ਪ੍ਰੋਵਾਈਡ ਕਰਨੀਆਂ ਪੈਣਗੀਆਂ। ਜੇ ਨਹੀਂ ਕਰੇਗੀ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਹੁਣ ਤੋਂ 5 ਸਾਲਾਂ ਨੂੰ, ਆਉਣ ਵਾਲੀ ਸੈਂਚਰੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਜੇ ਹਾਲਾਤ ਇਹੀ ਰਹੇ ਤੇ ਇੰਡੀਆ ਇੰਨਾ ਵੱਡਾ ਮੁਲਕ ਇੱਕ ਰਹਿ ਜਾਏਗਾ। ਇਹਦੇ ਚਾਂਸਸ ਆ ਕਿ ਇਹਦੇ ਟੁਕੜੇ ਹੋਣਗੇ ਜੀ, ਕਿਸੇ ਵੇਲੇ ਹੋ ਜਾਣ, ਰਜ਼ਾਮੰਦੀ ਨਾਲ ਹੋ ਜਾਣ। ਕਿਉਂਕਿ ਜਦੋਂ ਇਹੋ ਜਿਹੀਆਂ ਲਹਿਰਾਂ ਉੱਠਦੀਆਂ ਨੇ ਕੇਂਦਰ ਸਰਕਾਰ ਦੇ ਅਗੇਂਸਟ, ਕੋਈ ਸਮਾਂ ਐਸਾ ਆਏਗਾ ਕਿ ਕਈ ਲਹਿਰਾਂ ਵੱਖਰੀਆਂ ਵੱਖਰੀਆਂ ਥਾਵਾਂ ਤੋਂ ਇਕੱਠੀਆਂ ਉੱਠਣਗੀਆਂ ਜੇ ਇਸ ਚੀਜ਼ ਦਾ ਕੋਈ ਇਲਾਜ ਨਾ ਕੀਤਾ ਗਿਆ। ਜੇ ਸਭ ਤੋਂ ਵੱਡੀ ਅਨਇੰਪਲੋਇਮੈਂਟ ਦੀ ਗੱਲ ਕਰ ਰਿਹਾ ਜੀ ਮੈਂ, ਜੇ ਅਜਿਹੀ ਚੀਜ਼ ਦਾ ਇਲਾਜ ਨਾ ਹੋਇਆ ਜੀ ਤਾਂ ਕੋਈ ਸਮਾਂ ਐਸਾ ਆਏਗਾ ਕਿ ਇੰਡੀਆ ਟੁੱਟ ਜਾਏਗਾ। ਜੇ ਇੰਪਲੋਇਮੈਂਟ ਬਹੁਤ ਵੱਡਾ ਕੰਮ ਹੈ, ਜੇ ਇੰਪਲੋਇਮੈਂਟ ਰਹਿੰਦੀ ਹੈਗੀ ਤਾਂ ਛੇਤੀ ਕਿਤੇ ਇੰਡੀਆ ਟੁੱਟੇਗਾ ਨਹੀਂ ਜੀ। ਬਿਲਕੁਲ। ਇਸ ਤੋਂ ਬਾਅਦ ਨੈਕਸਟ ਅਸੀਂ ਖਬਰ ਤੇ ਪਹੁੰਚੀਏ। ਆਸਟ੍ਰੇਲੀਆ ਦੀ ਖਬਰ ਹੈ। ਹਾਲਾਂਕਿ ਕਰੋਨਾ ਵਾਇਰਸ ਕਰਕੇ ਬਹੁਤ ਸਾਰੀਆਂ ਅਰਥ ਵਿਵਸਥਾਵਾਂ ਲੜਖੜਾਈਆਂ ਨੇ। ਆਸਟ੍ਰੇਲੀਆ ਦੀ ਗੱਲ ਕਰੀਏ, ਪਿਛਲੇ 30 ਸਾਲਾਂ ਦਾ ਸਭ ਤੋਂ ਬਿਗੇਸਟ ਲਾਸ ਇਸ ਵਾਰੀ ਇਕਨੋਮੀ ਨੂੰ ਹੋਇਆ। ਪਰ ਮਿਸਟਰ ਉੱਥੋਂ ਦੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਸਰ, ਉਹਨਾਂ ਦਾ ਬਿਆਨ ਆਇਆ ਹੈ ਕਿ ਇਸ ਵਾਰੀ ਡਿਫੈਂਸ ਦੇ ਉੱਤੇ ਜਿਹੜਾ ਆ ਉਹ ਵੱਧ ਖਰਚ ਕੀਤਾ ਜਾਏਗਾ। ਤਰਨ ਬੜਾ ਵੱਡਾ ਨੰਬਰ ਹੈ, $270 ਬਿਲੀਅਨ। ਇਹਨਾਂ ਨੇ ਜਿਹੜੇ ਸਕਾਟ ਮੋਰਿਸਨ ਹੈ ਜੀ, ਉਹਨਾਂ ਦੇ ਬਾਰੇ ਲੌਂਗ ਟਰਮ ਹੁੰਦਾ ਹੈ, ਉਹ ਨਹੀਂ ਵੀ ਇੱਕ ਵਾਰੀ ਇਹਨੇ ਇਕੱਠੇ ਖਰਚ ਦੇਣੇ। ਲੌਂਗ ਟਰਮ ਹੈਗੀ ਇਨਵੈਸਟਮੈਂਟ ਕਰਨੀ ਹੈ ਜੀ ਉਹਨਾਂ ਨੇ। ਲੌਂਗ ਰੇਂਜ ਮਿਸਲਸ, ਸ਼ਾਰਟ ਰੇਂਜ ਮਿਸਲਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਡਿਪਲੋਏ ਕਰਨਾ, ਹੋਰ ਆਪਦੀ ਜਿਹੜੀ ਡਿਫੈਂਸ ਦੇ ਉੱਤੇ ਉਹ ਇੰਨੇ ਪੈਸੇ ਖਰਚ ਜਾਣਗੇ ਜੀ। ਜਿਹੜਾ ਵੈਸਟਰਨ ਵਰਲਡ ਹੈਗਾ ਉਹਦੇ ਵਿੱਚ ਆਸਟ੍ਰੇਲੀਆ ਦਾ ਬਹੁਤ ਵੱਡਾ ਹਿੱਸਾ ਹੈ। ਤਰਨ ਚਾਹੇ ਵੱਖਰਾ ਠੀਕ ਹੈ ਕੰਟੀਨੈਂਟ ਆ, ਪਰ ਬਹੁਤ ਵੱਡਾ ਟਾਪੂ ਹੈ, ਉਹਨੂੰ ਇੰਨਾ ਬਹੁਤਾ ਖਤਰਾ ਨਹੀਂ ਹੈਗਾ। ਪਰ ਕਿਉਂਕਿ ਕਿਸੇ ਨਾ ਕਿਸੇ ਦੇ ਨਾਲ ਅਲਾਇੰਸ ਤਾਂ ਹੈਗੀ ਹੈ। ਉਸ ਅਲਾਇੰਸ ਦੇ ਵਿੱਚ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਤਰਨ, ਜਦੋਂ ਇਰਾਕ ਵਾਰ ਚੱਲ ਰਹੀ ਸੀਗੀ ਉਹਦੇ ਵਿੱਚ ਜਿੰਨੀ ਸਾਰੇ ਪਲੇਨਸ ਦੀ ਕੋਆਰਡੀਨੇਸ਼ਨ ਵਗੈਰਾ ਹੁੰਦੀ ਸੀਗੀ, ਜੋ ਕੁਛ ਦੇ ਵਰ ਡਨ ਬਾਏ ਦ ਆਸਟ੍ਰੇਲੀਅਨਸ ਦੇ ਏਅਰ ਦੇ ਵਿੱਚ ਜਿਹੜਾ ਰੇਡਾਰ ਸਿਸਟਮ ਹੈ ਏਅਰ ਵਾਲਾ, ਮੋਸਟਲੀ ਦੈਟ ਵਾਜ਼ ਯੂਜ਼ਡ ਬਾਏ ਆਸਟ੍ਰੇਲੀਅਨਸ। ਸੋ ਆਸਟ੍ਰੇਲੀਅਨ ਵੱਧ ਚੜ ਕੇ ਐਸਾ ਹਿੱਸਾ ਲੈਂਦੇ ਨੇ। ਔਰ ਜਿਹੜੀ ਇੰਨੀ ਵੱਡੀ ਇਹ $270 ਬਿਲੀਅਨ ਦੀ ਇਹ ਬਹੁਤ ਵੱਡੀ ਰਕਮ ਹੈ ਜਿਹੜੀ ਕਿ ਆਸਟ੍ਰੇਲੀਅਨ ਗਵਰਨਮੈਂਟ ਆਫ ਦੇ ਡਿਫੈਂਸ ਵਾਸਤੇ ਵਰਤਨ ਜਾ ਰਹੀ ਹੈ ਜੀ। ਬਿਲਕੁਲ ਜੀ। ਇਸ ਤੋਂ ਇਲਾਵਾ ਇਸ ਤੋਂ ਅਗਲੀ ਖਬਰ ਦੀ ਗੱਲ ਕਰੀਏ ਸਰ, ਟੋਰਾਂਟੋ ਦੀ ਲਈ ਥੋੜੀ ਜਿਹੀ ਖੁਸ਼ਖਬਰੀ ਹੋ ਸਕਦੀ ਹੈ। NHL ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਾਫੀ ਫੈਨਸ ਉਹਦੇ ਕੈਨੇਡਾ ਦੇ ਵਿੱਚ ਹੈਗੇ ਨੇ। ਸੁਣਨ ਦੇ ਵਿੱਚ ਆਇਆ ਕਿ NHL ਜਿਹੜਾ ਆ ਆਪਣੀ ਇਸ ਸੀਜ਼ਨ ਲਈ ਐਡਮਿੰਟਨ ਤੇ ਟੋਰਾਂਟੋ ਨੂੰ ਵੀ ਚੂਜ਼ ਕਰ ਸਕਦਾ ਆ। ਬਿਲਕੁਲ ਤਰਨ, NHL ਨੈਸ਼ਨਲ ਹਾਕੀ ਲੀਗ ਹੈ ਜੀ ਸਾਡੀ, ਜਿਹੜੀ ਅਸੀਂ ਜਦੋਂ ਅਸੀਂ ਇੱਥੇ ਹਾਕੀ ਕਹਿੰਦੇ ਆ ਇਟ ਮੀਨਸ ਆਈਸ ਹਾਕੀ ਦੀ ਗੱਲ ਕਰਦੇ ਹਾਂ। ਜਿਹੜੀ ਆਪਣੀ ਇੰਡੀਆ ਪਾਕਿਸਤਾਨ ਵਾਲੀਆਂ ਹਾਕੀ ਨੇ ਜੀ, ਉਹਨੂੰ ਇੱਥੇ ਅਸੀਂ ਫੀਲਡ ਹਾਕੀ ਬੋਲਦੇ ਆ। NHL ਨੈਸ਼ਨਲ ਹਾਕੀ ਲੀਗ ਦੇ ਵਿੱਚ ਜੀ ਇਸ ਵੇਲੇ ਸਾਰਾ ਕੁਝ ਬੰਦ ਪਿਆ। ਫਿਰ ਉਹਦਾ ਸ਼ਾਰਟ ਸੀਜ਼ਨ ਹੈ। ਬਹੁਤ ਸਾਰੇ ਸ਼ਹਿਰਾਂ ਦੀਆਂ ਆਪਦੀਆਂ ਟੀਮਾਂ ਨੇ ਜੀ, ਪ੍ਰੋਫੈਸ਼ਨਲ ਟੀਮਾਂ ਨੇ, ਜਸਟ ਲਾਈਕ ਜਿਵੇਂ ਸੌਕਰ ਦੀਆਂ, ਫੁੱਟਬਾਲ ਦੀਆਂ ਟੀਮਾਂ ਨੇ ਯੂਰਪ ਦੇ ਵਿੱਚ ਜੀ। ਔਰ ਉਹਨਾਂ ਦਾ ਸ਼ਾਰਟਨਡ ਜਿਹੜਾ ਸੀਜ਼ਨ ਹੈ ਉਹਦੇ ਵਾਸਤੇ ਉਹਨਾਂ ਨੇ 9 ਸ਼ਹਿਰ ਚੁਣੇ ਸੀਗੇ ਜੀ। ਉਹਨਾਂ ਸ਼ਹਿਰਾਂ ਦੇ ਵਿੱਚੋਂ ਅਖੀਰ ਲੱਗਦਾ ਇਹ ਹੈ ਕਿ ਐਡਮਿੰਟਨ ਤੇ ਟੋਰਾਂਟੋ, ਉਹਦਾ ਇੱਕ ਬੜਾ ਵੱਡਾ ਰੀਜ਼ਨ ਹੈ ਕਿ ਅਸੀਂ ਕੈਨੇਡਾ ਦੇ ਵਿੱਚ ਆਪਦਾ COVID-19 ਕੰਟਰੋਲ ਕਰ ਰਿਹਾ। ਬਾਕੀ ਦੇ ਸਾਰੇ ਸ਼ਹਿਰ, ਇੱਕ ਮੌਂਟਰੀਅਲ ਵੀ ਹੈਗਾ ਜੀ ਸਾਡੇ ਕੈਨੇਡਾ ਦੇ ਵਿੱਚ, ਵੈਨਕੂਵਰ ਵੀ ਹੈਗਾ, ਪਰ ਉਹ ਬਾਕੀ ਦੇ ਜਿਹੜੇ ਸ਼ਹਿਰ ਨੇ ਜੀ US ਦੇ ਵਿੱਚ ਹੈ। COVID-19 ਅਜੇ ਕੰਟਰੋਲ 'ਚ ਨਹੀਂ ਆ। ਇਹ ਇੱਕ ਬਹੁਤ ਵੱਡਾ ਕਾਰਨ ਹੋਏਗਾ ਜਿਹੜੀ US ਦੇ ਵਿੱਚ ਸ਼ਾਇਦ ਹੀ ਕਿਸੇ ਸਿਟੀ ਦੇ ਵਿੱਚ NHL ਦੀ ਕੋਈ ਗੇਮ ਹੋਵੇਗੀ ਜੀ। ਦੋ ਸ਼ਹਿਰਾਂ ਦੇ ਵਿੱਚ ਸਾਰੀ ਲੀਗ ਦੇ ਮੈਚਸ ਹੋਣਗੇ। ਸਾਰੀਆਂ ਟੀਮਸ ਇੱਥੇ ਆ ਕੇ ਖੇਡਣਗੀਆਂ ਆਪਸ ਵਿੱਚ। ਇੱਕ ਈਸਟਰਨ ਕਾਨਫਰੰਸ ਹੋਏਗੀ, ਇੱਕ ਵੈਸਟਰਨ ਕਾਨਫਰੰਸ ਹੋਏਗੀ। ਇਹਨਾਂ ਦੇ ਮੈਚਸ ਇੱਥੇ ਹੋਣਗੇ ਤੇ ਇੱਥੇ ਇਹਨਾਂ 'ਚੋਂ ਇੱਕ ਜਗ੍ਹਾ ਦੇ ਉੱਤੇ ਫਾਈਨਲ ਹੋਏਗਾ ਜੀ। ਹਲੇ ਫਾਈਨਲਾਈਜ਼ ਕੋਈ ਨਹੀਂ ਹੋਇਆ ਜੀ, ਪਰ ਬਹੁਤ ਨੇੜੇ ਪਹੁੰਚ ਗਿਆ ਟੋਰਾਂਟੋ ਐਂਡ ਐਡਮਿੰਟਨ ਇਸ ਵਾਸਤੇ ਜੀ। ਬਿਲਕੁਲ ਜੀ ਸਰ। ਇਸ ਤੋਂ ਬਾਅਦ ਅਸੀਂ ਥੋੜੀ ਜਿਹੀ ਗੱਲ ਕਰ ਲਈਏ ਅਮਰੀਕਾ ਦੀ। ਕਹਿੰਦੇ ਨੇ ਕਿ ਮਿਸਟਰ ਟਰੰਪ ਹੁਣ ਜਿਵੇਂ ਇਲੈਕਸ਼ਨਸ ਨੇੜੇ ਆ ਰਹੇ ਨੇ, ਇਸ ਵਕਤ ਬਹੁਤ ਜ਼ਰੂਰੀ ਹੈ ਕਿ ਉਹਨਾਂ ਦਾ ਸਾਥ ਕੌਣ ਦੇ ਰਿਹਾ ਕੌਣ ਨਹੀਂ। ਹੁਣ ਬਗਾਵਤੀ ਸੁਰ ਆਪਣੀ ਹੀ ਪਾਰਟੀ ਵਿੱਚ ਉੱਠਣੇ ਸ਼ੁਰੂ ਹੋ ਚੁੱਕੇ ਨੇ। ਮਿਸਟਰ ਬੁਸ਼ ਦੇ ਦੌਰਾਨ ਜਿਹੜੇ ਕਾਫੀ ਸੈਂਕੜਿਆਂ ਦੀ ਗਿਣਤੀ ਵਿੱਚ ਜਿਹੜੇ ਰਿਪਬਲਿਕਨ ਸੀ, ਹੁਣ ਰਿਪਬਲਿਕ ਪਾਰਟੀ ਤੋਂ ਪਾਸਾ ਵੱਟ ਕੇ ਹੁਣ ਅਸੀਂ ਦੇਖ ਰਹੇ ਹਾਂ ਕਿ ਮਿਸਟਰ ਬਾਈਡਨ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ। ਤਰਨ, ਇਹ ਬਹੁਤ ਵੱਡਾ ਝਟਕਾ ਜੀ ਟਰੰਪ ਜਿਹੜਾ ਕੈਂਪ ਵਾਸਤੇ। ਕਿਉਂ? ਇਹ ਜ਼ਬਾਨ ਦਾ ਰਸ ਹੈ ਜੀ। ਇਹ ਬਸ ਹੁਣ ਚੋ ਰਿਹਾ ਹੈ, ਇਹਨੂੰ ਸਾਂਭੋ ਹੁਣ ਟਰੰਪ ਸਾਹਿਬ। ਇਹਨਾਂ ਨੇ ਕਿਸੇ ਦੇ ਅਗੇਂਸਟ ਬੋਲਣ ਦੀ ਕਸਰ ਨਹੀਂ ਛੱਡੀ। ਆਪਾਂ ਪਰਸੋਂ ਜਾਂ ਚੌਥੇ ਗੱਲ ਕੀਤੀ ਸੀਗੀ ਵਰਲਡ ਲੀਡਰਸ ਦੇ ਕੋਲੇ, ਇਸ ਵੇਲੇ ਦੇ ਕਰੰਟ ਵਰਲਡ ਲੀਡਰਸ ਕੋਲੇ ਆਪਣੀ ਪਹਿਲੀ ਐਡਮਿਨਿਸਟ੍ਰੇਸ਼ਨ ਮਿਸਟਰ ਓਬਾਮਾ ਦੀ। ਚਲੋ ਮਿਸਟਰ ਓਬਾਮਾ ਅਗੇਂਸਟ ਬੋਲੋ ਕਿਉਂਕਿ ਉਹ ਡੈਮੋਕ੍ਰੇਟ ਸੀਗੇ, ਤੁਸੀਂ ਰਿਪਬਲਿਕਨ ਤੋਂ ਬਕਵਾਸ ਕਰਨਾ, ਹੋਰ ਬਹੁਤ ਕੁਝ ਕਰ ਰਹੇ ਹੋ।
ਉਹ ਵੀ ਕਰਤਾ ਠੀਕ ਆ। ਇਹਨਾਂ ਨੇ ਇੱਕ ਗੱਲ ਹੋਰ ਵੀ ਬੜੀ ਗਲਤ ਕੀਤੀ ਹੈ ਤਰਨ ਕਿ ਐਵਰੀ ਪ੍ਰੈਜ਼ੀਡੈਂਟ ਆਊਟਗੋਇੰਗ ਪ੍ਰੈਜ਼ੀਡੈਂਟ ਦੀ ਜਿਹੜੀ ਵਾਈਟ ਹਾਊਸ ਦੇ ਵਿੱਚ ਫੋਟੋ ਲੱਗਦੀ ਆ ਉਹਦੀ ਰਿਲੀਜ਼ ਕਰਦਾ ਹੈਗਾ। ਇਹਨੇ ਇਸ ਗੱਲ ਨੂੰ ਜਵਾਬ ਦਿੱਤਾ ਜੀ, ਛੱਡੋ ਪਰ ਇਸ ਗੱਲ ਨੂੰ। ਜਿਹੜੀ ਆਹ ਗੱਲ ਕੀਤੀ ਇਹਨਾਂ ਨੇ ਬਹੁਤ ਅਗੇਂਸਟ ਬੋਲੇ। ਔਰ ਓਬਾਮਾ ਨੂੰ ਤਾਂ ਛੱਡੋ, ਉਸ ਤੋਂ ਪਹਿਲੀ ਐਡਮਿਨਿਸਟ੍ਰੇਸ਼ਨ ਜਿਹੜੀਆਂ ਸੀਗੀਆਂ ਮਿਸਟਰ ਜੂਨੀਅਰ ਜਿਹੜੇ ਸੀਗੇ ਜਾਰਜ ਬੁਸ਼ ਸਾਹਿਬ ਜਿਹੜੇ ਕਿ ਰਿਪਬਲਿਕਨ ਨੇ, ਉਹਨਾਂ ਦੇ ਅਗੇਂਸਟ ਬਹੁਤ ਗਲਤ ਬੋਲਿਆ। ਸੋ ਹੁਣ ਉਹ ਸਵਾਦ ਲਓ ਜੀ। ਤੇ ਜਿਹੜੇ ਮਿਸਟਰ ਬੁਸ਼ ਵੇਲੇ ਦੇ ਬਹੁਤੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਲੋਕ ਸੀਗੇ ਦੇ ਆਰ ਰਿਪਬਲਿਕਨਸ ਐਂਡ ਉਹਨਾਂ ਨੇ ਇੱਕ ਗਰੁੱਪ ਫਾਰਮ ਕੀਤਾ। ਗਰੁੱਪ ਫਾਰਮ ਕਰਕੇ ਇਹ ਕਿਹਾ ਵੀ ਵਿਲ ਵੋਟ ਫॉर ਬਾਈਡਨ, ਵੀ ਵਿਲ ਵਰਕ ਫॉर ਬਾਈਡਨ। ਪਰ ਉਹ ਕਾਨੂੰਨੀ ਤੌਰ ਤੇ ਕਰ ਨਹੀਂ ਸਕਦੇ ਬਿਕਾਜ਼ ਦੇ ਆਰ ਰਿਲੇਟਡ ਟੂ ਦਾ ਰਿਪਬਲਿਕਨ ਪਾਰਟੀ। ਪਰ ਉਹ ਬਾਹਰੋਂ ਸਪੋਰਟ ਕਰ ਸਕਦੇ ਆ। ਉਹਦੇ ਵਿੱਚ ਜੋ ਬਾਈਡਨ ਸਾਹਿਬ ਦਾ ਬਿਆਨ ਆ ਗਿਆ ਜੀ, ਉਹ ਕਹਿੰਦੇ ਵੀ ਮੈਂ ਇਸ ਬਾਰੇ ਕੁਛ ਨਹੀਂ ਕਹਿ ਸਕਦਾ। ਹਾਂ, ਉਹ ਸਪੋਰਟ ਕਰਨੀ ਚਾਹੁੰਦੇ, ਦੈਟਸ ਫਾਈਨ। ਸੋ ਜਿਹੜੀ ਐਡਵਰਟਾਈਜ਼ਮੈਂਟ ਹੈ ਜੀ, ਇਹੋ ਜਿਹਾ ਕੁਛ ਹੈਗਾ ਉਹ ਗਰੁੱਪ ਕਰੇਗਾ ਜੀ, ਜਿਹੜੀ ਕਿ ਟਰੰਪ ਸਾਹਿਬ ਦੇ ਵਾਸਤੇ ਬਹੁਤ ਵੱਡਾ ਝਟਕਾ। ਸੈਕੰਡ ਇੱਕ ਗੱਲ ਹੋਰ ਹੋਈ ਆ, ਰਿਪਬਲਿਕਨ ਸੈਨੇਟਰਸ ਕਈ ਇਸ ਵੇਲੇ ਨੇ, ਉਹਨਾਂ ਨੇ ਸ਼ਰੇਆਮ ਪਬਲਿਕ ਦੇ ਵਿੱਚ ਇਹ ਗੱਲ ਕਹਿਣ ਲੱਗ ਪਏ ਨੇ, ਟਰੰਪ ਸਾਹਿਬ ਤੁਸੀਂ ਲੋਕਾਂ ਵਾਸਤੇ ਇੱਕ ਐਗਜ਼ਾਮਪਲ ਬਣਨੀ ਚਾਹੀਦੀ ਹੈ, ਤੁਹਾਨੂੰ ਮਾਸਕ ਪਾਉਣਾ ਚਾਹੀਦਾ ਹੈ। ਇਕੱਲੇ ਟਰੰਪ ਤੋਂ ਬਿਨਾਂ ਬਾਕੀ ਸਾਰਾ ਉਹਨਾਂ ਦਾ ਅਮਲਾ ਫੈਲਾ ਹੁਣ ਮਾਸਕ ਪਾਉਣ ਲੱਗਿਆ। ਪਰ ਟਰੰਪ ਉਹਨਾਂ ਦੀ ਜ਼ਿੱਦ ਹੈ, ਜਦ ਤੱਕ ਇਹ ਸਾਡਾ ਲੀਡਰ ਨਹੀਂ ਪਾਉਂਦਾ। ਔਰ ਕਈਆਂ ਨੂੰ ਤਾਂ ਟਰੰਪ ਸਾਹਿਬ ਦਾ ਬੜਾ ਪਤਾ ਗੱਲ ਕੀ ਹੈ, ਜਿਹੜਾ ਮਾਸਕ ਪਾਉਂਦਾ ਉਹ ਟਰੰਪ ਸਾਹਿਬ ਦੇ ਅਗੇਂਸਟ ਆ। ਉਹ ਸੰਗ ਮੰਨੋ, ਜਿਹੜਾ ਮਾਸਕ ਨਹੀਂ ਪਾਉਂਦਾ ਉਹ ਟਰੰਪ ਸਾਹਿਬ ਦੇ ਹੱਕ ਦਾ। ਔਰ ਜਦੋਂ ਅਜਿਹੀਆਂ ਗੱਲਾਂ ਹੋਣੀਆਂ ਨੇ ਤਾਂ ਤੁਸੀਂ ਕਰੋਨਾ ਵਾਇਰਸ ਦੇ ਜਿਹੜੇ ਕੇਸ ਹੈਗੇ ਨੇ, ਜਿਹੜੇ ਹਿਸਾਬ ਦੇ ਵਿੱਚ ਵੱਧ ਰਹੇ ਨੇ, ਜਿਵੇਂ ਆਪਾਂ ਫੌਜੀ ਸਾਹਿਬ ਜਿਹੜੇ ਕਿ ਬਿਮਾਰੀਆਂ ਦੇ ਐਕਸਪਰਟ ਨੇ, ਉਹਨਾਂ ਲਾਗ ਦੀਆਂ ਬਿਮਾਰੀਆਂ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਬਈ ਟਰੰਪ ਸਾਹਿਬ ਨੂੰ ਸੋਚ ਲੈਣਾ ਚਾਹੀਦਾ। ਔਰ ਇਹ ਮੈਨੂੰ ਲੱਗਦਾ ਜੀ ਇਹ ਦੇ ਆਰ ਗੋਇੰਗ ਦ ਸਲਿਪਰੀ ਸਲੋਪ ਔਰ there's no stopping, looks like it। ਬਿਲਕੁਲ ਸਰ, ਤੁਸੀਂ ਸਟਾਪ ਦੀ ਗੱਲ ਆਖੀ ਆ। ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦੇ ਕਈ ਫੈਸਲੇ ਅਜਿਹੇ ਨੇ ਜਿਹੜੇ ਕਿ ਲੋਕਾਂ ਨੂੰ ਵੀ ਜਿਹੜਾ ਸਖਤ ਦੇ ਵਿੱਚ ਪਾ ਰਹੇ ਨੇ, ਉਹਨਾਂ ਨੂੰ ਵੀ ਹੈਰਾਨ ਕਰ ਰਹੇ ਨੇ। ਇੱਕ ਪਾਸੇ ਕਿਹਾ ਜਾ ਰਿਹਾ, ਕਹਿੰਦੇ ਨੇ ਕਿ ਟਰੰਪ ਸਾਹਿਬ ਮੰਨ ਰਹੇ ਨੇ ਹੁਣ ਇਹ ਚੀਜ਼ ਕਿ ਕਰੋਨਾ ਵਾਇਰਸ ਹੁਣ ਹੈ ਹੀ ਨਹੀਂ, ਡਿਸਅਪੀਅਰ ਹੋ ਚੁੱਕਿਆ ਵਾ। ਹਾਂ, ਮੰਨਣਾ ਹੀ ਨਹੀਂ ਹੈ। ਬਿੱਲੀ ਵਾਲੀ ਗੱਲ ਹੈ ਜੀ, ਜਾਂ ਕਬੂਤਰ ਵਾਲੀ ਗੱਲ ਹੈ। ਅੱਖਾਂ ਮੀਚ ਲਿਆ, ਬਿੱਲੀ ਚਲੀ ਗਈ, ਨਹੀਂ ਗਈ, ਉੱਥੇ ਹੀ ਹੈ। ਕੇਸਿਸ ਵੱਧ ਰਹੇ ਨੇ ਔਰ ਬਹੁਤ ਜ਼ਿਆਦਾ ਵੱਧ ਰਹੇ ਨੇ। ਸਪੀਡ ਬੜੀ ਹੈ, ਲੋਕਾਂ ਨੂੰ ਤੁਸੀਂ ਖੁੱਲੀ ਛੁੱਟੀ ਦਿੱਤੀ ਹੈ, ਜਾਓ ਬੀਚਿਸ 'ਤੇ ਜੋ ਮਰਜ਼ੀ ਕਰੋ। ਜਿਹੜੇ ਥਾਵਾਂ 'ਤੇ ਓਪਨਿੰਗ ਹੋਈਆਂ ਸੀ ਉਹ ਸੋਚ ਰਹੀਆਂ ਨੇ ਦੁਬਾਰੇ ਵੀ ਅਸੀਂ ਫੇਰ ਬੰਦ ਕਰਨ ਲੱਗੀਏ। ਨਿਊਯਾਰਕ, ਟੈਕਸਸ, ਦੋਨੇ ਸਟੇਟਾਂ ਇਸ ਬਾਰੇ ਬਹੁਤ ਸੀਰੀਅਸਲੀ ਸੋਚ ਰਹੀਆਂ ਨੇ। ਔਰ ਉਹਨਾਂ ਨੇ ਆਪਣਾ ਆਲਰੇਡੀ ਜਿਹੜਾ ਓਪਨਿੰਗ ਫੇਸ ਸੀਗਾ ਉਹ ਤਾਂ ਸਟਾਪ ਕਰ ਹੀ ਦਿੱਤਾ। ਔਰ ਦੇ ਆਰ ਗੋਇੰਗ ਐਕਚੁਅਲੀ ਬੈਕਵਰਡਸ ਕਿ ਜੋ ਕੁਛ ਉਹਨਾਂ ਨੇ ਖੋਲ੍ਹਿਆ ਸੀ ਉਹਨੂੰ ਵੀ ਬੰਦ ਕਰਨ ਜਾ ਰਹੇ ਨੇ। ਅਤੇ ਟਰੰਪ ਸਾਹਿਬ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਸਰ, ਮੰਨਣ ਨੂੰ ਤਿਆਰ ਨਹੀਂ ਹੈਗੇ, ਪਰ ਸੁਣਨ ਦੇ ਵਿੱਚ ਆਇਆ ਕਿ ਅਮਰੀਕਾ ਨੇ ਇਸ ਵਕਤ ਜੋ ਕਰੋਨਾ ਵਾਇਰਸ ਦੀ ਅਧਿਕਾਰਿਕ ਦਵਾਈ ਸੀ ਉਹ ਸਾਰੀ ਦਵਾਈ ਦੀ ਜਿਹੜੀ ਆ ਖਰੀਦ ਲਈ ਆ, ਸਾਰੀ ਸਪਲਾਈ ਖਰੀਦ ਲਈ ਆ, ਜਿਹਦੇ ਕਰਕੇ ਬਾਕੀ ਮੁਲਕ ਇਸ ਗੱਲ ਦੀ ਕਾਫੀ ਨਿਖੇਧੀ ਕਰ ਰਹੇ ਨੇ। ਇੱਕ ਪਾਸੇ ਤੁਸੀਂ ਮੰਨ ਰਹੇ ਹੋ ਕਿ ਕਰੋਨਾ ਵਾਇਰਸ ਹੁਣ ਖਤਮ ਹੁੰਦਾ ਜਾ ਰਿਹਾ, ਦੂਜੇ ਪਾਸੇ ਤੁਸੀਂ ਸਾਰੀ ਦਵਾਈ ਖਰੀਦ ਲੈਂਦੇ ਹੋ। ਰੈਮਡੈਸਿਵਿਰ ਹੈ ਜੀ, ਇਹ ਜਿਹੜੀ ਦਵਾਈ ਹੈ ਇਹ US ਨੇ ਜਿੰਨੀ ਅਵੇਲੇਬਲ ਸੀ ਸਾਰੀ ਖਰੀਦ ਲਈ ਹੈ। ਪਤਾ ਨਹੀਂ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਤੁਸੀਂ ਕਹਿੰਦੇ ਕਰੋਨਾ ਵਾਇਰਸ ਹੈ ਨਹੀਂਗਾ ਅਤੇ ਤੁਸੀਂ ਦਵਾਈ ਕਿਉਂ ਖਰੀਦ ਰਹੇ ਹੋ। ਇਹ ਹੁਣ ਤੱਕ ਦੀ ਮੇਰੇ ਖਿਆਲ ਜਿੰਨੇ ਵੀ ਟਰੀਟਮੈਂਟਸ ਕੀਤੀਆਂ ਗਈਆਂ ਨੇ ਉਹਦੇ ਵਿੱਚ ਸ਼ਾਇਦ ਇਹ ਦਵਾਈ ਸਭ ਤੋਂ ਜ਼ਿਆਦਾ ਕਾਮਯਾਬ ਹੈ। ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਰੀ ਦੀ ਸਾਰੀ ਤੁਸੀਂ ਕਿਉਂ ਖਰੀਦ ਰਹੀ ਆ, ਉਹਦਾ ਆਲਰੇਡੀ ਵਿਰੋਧ ਹੋਣ ਲੱਗ ਪਿਆ। ਅਸੀਂ ਤਰਨ ਚਾਹੇ ਕੁਛ ਵੀ ਆ, ਦਿਸ ਇਜ਼ ਅ ਗਲੋਬਲ ਵਿਲੇਜ। ਅਸੀਂ ਇੱਕ ਦੂਜੇ ਦੀ ਮਦਦ ਕਰਦੇ ਹਾਂ। ਕਿਤੇ ਹੜ੍ਹ ਆ ਜਾਂਦਾ ਤਾਂ ਸਾਰੇ ਦੇਸ਼ ਉੱਥੇ ਜਾ ਕੇ ਮਦਦ ਕਰਦੇ ਆ, ਕਿਤੇ ਭੂਚਾਲ ਆ ਜਾਂਦਾ ਸਾਰੇ ਦੇਸ਼ ਉੱਥੇ ਜਾ ਕੇ ਮਦਦ ਕਰਦੇ ਆ। ਈਵਨ US ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਬਾਕੀ ਦੇ ਕੰਟਰੀਜ਼ ਆਫਰ ਕਰਦੇ ਆ ਵੀ ਅਸੀਂ ਤੁਹਾਡੀ ਮਦਦ ਕਰਾਂਗੇ। US ਦੂਸਰੇ ਕੰਟਰੀ ਵਿੱਚ ਜਾ ਕੇ ਮਦਦ ਕਰਦਾ ਹੈ। ਜਿਹੜੀ ਆਹ ਗੱਲ ਕੀਤੀ ਹੈ ਇਹ ਟਰੰਪ ਐਡਮਿਨਿਸਟ੍ਰੇਸ਼ਨ ਦੀ ਕੋਈ ਬਹੁਤੀ ਸਿਆਣਪ ਨਹੀਂ ਹੈ ਜੀ। ਬਿਲਕੁਲ ਗਲਤ ਗੱਲ ਹੈ ਕਿ ਤੁਸੀਂ ਸਾਰੀ ਦੀ ਸਾਰੀ ਦਵਾਈ ਆਪਦੇ ਕੋਲੇ ਰੱਖ ਲਓ ਅਤੇ ਬਾਕੀ ਦੇ ਦੇਸ਼ ਕੀ ਕਰਨਗੇ। ਬਾਕੀ ਦੇ ਲੋਕਾਂ ਨੂੰ ਵੀ ਦਵਾਈ ਦੀ ਲੋੜ ਹੈਗੀ ਹੈ, ਤੁਹਾਡੇ ਹੋ ਸਕਦਾ ਸਾਰਿਆਂ ਨੂੰ ਨਾ ਲੋੜ ਹੋਵੇ। ਵਿਚ ਇਜ਼ ਇਟਸ ਅ ਵੈਰੀ ਰੋਂਗ ਪ੍ਰੈਸੀਡੈਂਟ ਬੀਇੰਗ ਸੈਟ ਬਾਏ ਦ ਟਰੰਪ ਐਡਮਿਨਿਸਟ੍ਰੇਸ਼ਨ। ਟਰੰਪ ਉਹਨਾਂ ਨੂੰ ਇਹ ਪਤਾ ਨਹੀਂ ਕਿਹੜੇ ਹਿਸਾਬ 'ਚ ਸਰ ਉਹਨਾਂ ਨੂੰ ਇਹ ਬਸ ਦਵਾਈਆਂ ਖਰੀਦ ਲਓ ਜਿਹੜੀਆਂ ਵੀ ਹੁੰਦੀਆਂ। ਹਾਈਡਰੋਕਸੀਕਲੋਰੋਕੁਈਨ ਜਦੋਂ ਭਾਰਤ ਨੇ ਦੇਣ ਤੋਂ ਮਨਾ ਕੀਤਾ ਸੀ ਉਦੋਂ ਭਾਰਤ ਨੂੰ ਵੀ ਨਤੀਜਾ ਭੁਗਤਣ ਦੀ ਸਲਾਹ ਦਿੱਤੀ ਗਈ ਸੀ। ਇਹ ਕਿਉਂਕਿ ਆਪਾਂ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਵੀ ਡਿਸਕਸ ਕਰ ਰਹੇ ਸੀ, ਤੁਸੀਂ ਦੱਸ ਰਹੇ ਸੀਗੇ ਕਿਉਂਕਿ ਗਲੋਬਲੀ ਤੇ ਫੈਲ ਹੀ ਰਿਹਾ ਹੈ, ਅਜਿਹੀਆਂ ਥਾਵਾਂ ਤੇ ਵੀ ਫੈਲਣਾ ਸ਼ੁਰੂ ਹੋ ਚੁੱਕਿਆ ਜਿੱਥੇ ਕੋਈ ਰਹਿੰਦਾ ਵੀ ਨਹੀਂ ਹੈਗਾ। ਤਰਨ ਉਹ ਜਗ੍ਹਾ ਦਾ ਨਾਮ ਹੈ ਕਿ ਟਿੰਬਕਟੂ। ਇਹ ਮਾਲੀ ਕੰਟਰੀ ਹੈ, ਇੱਕ ਅਫਰੀਕਨ ਕੰਟੀਨੈਂਟ ਦੇ ਵਿੱਚ ਆ, ਜਿਹੜਾ ਅਫਰੀਕਾ ਦਾ ਬਿਲਕੁਲ ਉੱਪਰਲਾ ਹਿੱਸਾ ਉਹਦੇ ਐਨ ਸੈਂਟਰ ਦੇ ਵਿੱਚ ਆ ਜੀ। ਮਿਡਲ ਆਫ ਨੋਵੇਅਰ ਸਹਾਰਾ ਡੈਜ਼ਰਟ ਆ ਉੱਥੇ ਜੀ।
ਉੱਥੇ 55,000 ਆਬਾਦੀ ਹੈ ਜੀ, ਉੱਥੇ ਵੀ COVID-19 ਪਹੁੰਚ ਗਿਆ, ਪਤਾ ਨਹੀਂ ਕਿਹੜੇ ਹਿਸਾਬ 'ਚ ਪਹੁੰਚਿਆ। ਸੋ COVID-19 ਹੈ ਜਿਹੜਾ, ਇਹ ਅਜੇ ਤੱਕ ਕੰਟਰੋਲ 'ਚ ਨਹੀਂ ਆਇਆ, ਕਿਤੇ ਵੀ ਜਾ ਸਕਦਾ। ਔਰ ਮੈਨੂੰ ਇਹ ਲੱਗਦਾ ਤਾਂ ਜਿਹੜੀਆਂ ਇਹੋ ਜਿਹੀਆਂ ਥਾਵਾਂ 'ਤੇ ਜਾ ਰਿਹਾ, ਜੇ ਉੱਥੇ ਕੋਈ ਬੰਦਾ ਬਾਹਰੋਂ ਨਹੀਂ ਵੀ ਗਿਆ ਤਾਂ ਜਿਹੜਾ ਸਮਾਨ ਜਾਂਦਾ ਇਟ ਮੀਨਸ ਜਿਹੜਾ ਉਹਦਾ ਵਾਇਰਸ ਹੈ ਉਹ ਜ਼ਿਆਦਾ ਦੇਰ ਤੱਕ ਲਾਈਵ ਰਹਿੰਦਾ। ਉਹ ਕਿਸੇ ਉਸ ਹਿਸਾਬ ਦੇ ਵਿੱਚ ਉਹਨੇ ਜਾ ਕੇ ਅਸਰ ਕੀਤਾ। ਟਿੰਬਕਟੂ ਹੈ ਜੀ ਇੱਕ ਜਗ੍ਹਾ, ਬੜੀ ਮਸ਼ਹੂਰ ਜਗ੍ਹਾ ਹੈ ਜੀ ਇਹ, ਤਾਂ ਜਾਣੀ ਦੀ ਉੱਥੇ ਵੀ ਜਿਹੜਾ COVID-19 ਦਾ ਵਾਇਰਸ ਜਾ ਵੜਿਆ ਜੀ, ਲੋਕਾਂ ਨੂੰ ਉੱਥੇ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ। ਬਿਲਕੁਲ, ਟਰੰਪ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀ, ਇੱਕ ਪਾਸੇ ਕਰੋਨਾ ਵਾਇਰਸ ਦੇ ਨਾਲ ਲੋਕੀ ਮਰ ਰਹੇ ਨੇ, ਇੰਨਾ ਜ਼ਿਆਦਾ ਫੈਲ ਰਿਹਾ, ਉਹਨਾਂ ਨੂੰ ਬਚਾਉਣ ਲਈ ਜ਼ਿਆਦਾ ਕੁਛ ਨਹੀਂ ਕੀਤਾ ਜਾ ਰਿਹਾ, ਹੱਥ ਪੈਰ ਨਹੀਂ ਮਾਰੇ ਜਾ ਰਹੇ, ਕੁਛ ਨਹੀਂ ਕੀਤਾ ਜਾ ਰਿਹਾ। ਸਟੇਟਸ ਜਿਹੜੇ ਉਹ ਖੋਲੇ ਜਾ ਰਹੇ ਨੇ, ਫਿਰ ਉੱਥੇ ਜ਼ਿਆਦਾ ਕੇਸਿਸ ਸਾਹਮਣੇ ਆ ਰਹੇ ਨੇ। ਦੂਜੇ ਪਾਸੇ ਜਿਹੜੇ ਉੱਥੇ ਬੁੱਤ ਲੱਗੇ ਹੋਏ ਨੇ, ਉਹਨਾਂ ਨੂੰ ਬਚਾਉਣ ਲਈ, ਉਹਨਾਂ ਦੀ ਸੁਰੱਖਿਆ ਲਈ ਜਿਹੜੀਆਂ ਫੋਰਸਾਂ ਤੱਕ ਲਗਾਈਆਂ ਜਾ ਰਹੀਆਂ ਕਿ ਫੋਰਸਿਸ ਲਗਾ ਦਈਏ, ਇਹੋ ਜਿਹਾ ਕੁਛ ਟਰੰਪ ਹੀ ਕਰ ਸਕਦਾ ਜੀ। ਤੁਸੀਂ ਦੇਖੋ, ਆਪਣੇ ਲੋਕਾਂ ਨੂੰ ਬਚਾਓ, ਉਹਨਾਂ ਦੇ ਬਚਾਉਣ ਦੀ ਗੱਲ ਬਿਲਕੁਲ ਜਿਵੇਂ ਤੁਸੀਂ ਕਹੀ ਬਿਲਕੁਲ ਵੀ ਨਹੀਂ ਹੋ ਗਈ ਹੈ। ਔਰ ਜਿੰਨੇ ਵੀ ਮੋਨੂਮੈਂਟਸ ਹੈਗੇ ਨੇ, ਕਿਉਂਕਿ ਹੁਣ ਪ੍ਰੋਬਲਮ ਹੀ ਆਈ ਹੋਈ ਹੈ ਤਰਨ, ਜਿਹੜੇ ਮੋਨੂਮੈਂਟਸ ਨੇ ਬਹੁਤੇ ਐਸੇ ਮੋਨੂਮੈਂਟਸ ਨੇ ਜਿਹੜੇ ਕਿ ਰੇਸ਼ਲ ਮੋਨੂਮੈਂਟਸ ਨੇ। ਕਿਸੇ ਨਾ ਕਿਸੇ ਵੇਲੇ ਉਹ ਗੁਲਾਮਾਂ ਦੀ ਗੱਲ ਸੀਗੀ। 1865 ਤੱਕ ਤਰਨ 13 ਸੂਬੇ ਐਸੇ ਨੇ, ਕਨਫੈਡਰੇਟ ਉਹਨਾਂ ਨੂੰ ਕੰਟਰੀਜ਼ ਸਟੇਟਸ ਕਹਿੰਦੇ ਨੇ, ਜਿੱਥੇ ਕਿ ਗੁਲਾਮਾਂ ਦੀ ਖਰੀਦੋ ਫਰੋਖਤ ਲੀਗਲ ਸੀ। ਇਮੈਜਿਨ ਕਰੋ। ਔਰ ਉਸ ਜਿਹੜੀ ਖਰੀਦੋ ਫਰੋਖਤ ਹੁੰਦੀ ਸੀਗੀ, ਉੱਥੋਂ ਕੋਈ ਵੀ ਗੁਲਾਮ ਖਰੀਦ ਕੇ ਬਾਕੀ US 'ਚ ਵੀ ਜਾ ਸਕਦਾ ਸੀ, ਤੇ ਉੱਥੇ ਵੀ ਉਹ ਬੰਦਾ ਉਹਦਾ ਗੁਲਾਮ ਹੀ ਰਹਿੰਦਾ ਸੀ। ਸੋ ਤੁਸੀਂ ਇਮੈਜਿਨ ਕਰੋ, ਜਿਹੜੇ ਅਜਿਹੇ ਲੋਕ ਸੀਗੇ, ਉਹਨਾਂ ਲੋਕਾਂ ਦੇ ਉੱਥੇ ਬੁੱਤ ਲੱਗੇ ਹੋਏ ਨੇ। ਹੁਣ ਉਹ ਬੁੱਤ ਲੋਕਾਂ ਨੂੰ ਪਸੰਦ ਨਹੀਂ ਹੈ, ਕਿਉਂਕਿ ਉਹਨਾਂ ਨੇ ਗੱਲ ਗਲਤ ਕੀਤੀ ਹੋਈ ਹੈ। ਉਹਨਾਂ ਨੂੰ ਬਚਾਉਣ ਵਾਸਤੇ ਟਰੰਪ ਸਾਹਿਬ ਨੇ ਆਪਦੀ ਫੋਰਸਿਸ ਲਾਤੀਆਂ ਨੇ ਵੀ ਉਹਨੂੰ ਕੋਈ ਤੋੜੇ ਨਾ। ਜੁਲਾਈ 4 ਆ ਰਹੀ ਹੈ ਜੀ, ਇਹਨਾਂ ਦਾ ਆਜ਼ਾਦੀ ਦਿਵਸ ਆ ਰਿਹਾ, ਵੀ ਉਹਦੀ ਕੋਈ ਭੰਨ ਤੋੜ ਨਾ ਹੋਵੇ। ਪਰ ਜਿਹੜੇ ਤੁਹਾਡੇ ਬੰਦੇ ਮਰ ਰਹੇ ਨੇ, ਦਵਾਈ ਉਹਨਾਂ ਨੂੰ ਜ਼ਰੂਰਤ ਹੈਗੀ ਆ, ਉਹਨਾਂ ਨੂੰ ਸੰਭਾਲ ਦੀ ਜ਼ਰੂਰਤ ਹੈ। ਪਹਿਲਾਂ ਤਾਂ ਤੁਸੀਂ ਪ੍ਰੈਸੀਡੈਂਟ ਸੈੱਟ ਕਰਨਾ ਕਿ ਐਕਸੈਪਟ ਕਰਨਾ ਵੀ ਇਹ ਚੀਜ਼ ਹੈਗੀ ਆ। ਇਹ ਐਕਸੈਪਟ ਕਰਨ ਨੂੰ ਤਿਆਰ ਹੀ ਹੈ ਨਹੀਂ ਕਿ ਤੇ ਜੇ ਲੀਡਰ ਨਹੀਂ ਤਿਆਰ ਹੈਗਾ ਤਾਂ ਉਹਦੇ ਚੇਲੇ ਵੀ ਉਹੋ ਜਿਹੇ ਹੈਗੇ ਨੇ ਜਿਹੜੇ ਜਿਹਨੂੰ ਆਪਾਂ ਭਗਤ ਕਹਿੰਦੇ ਆ ਜੀ, ਉਹਨਾਂ ਕਰਕੇ ਵੀ ਇਹ ਵੱਧ ਰਿਹਾ ਜੀ। ਬਿਲਕੁਲ ਜੀ। ਗੱਲ ਕਰ ਲਈ ਥੋੜੀ ਜਿਹੀ ਚਾਈਨਾ ਦੀ। ਆਪਾਂ ਕਹਿ ਰਹੇ ਹਾਂ ਕਿ ਅਸੀਂ ਜਦੋਂ ਆਪਣੇ ਮੁਲਕ ਦੀ ਗੱਲ ਕਰਦੇ ਹਾਂ ਕਿ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਹੈ, ਇਹ ਹੈ, ਉੱਥੇ ਸਕੈਮਸ ਹਰ ਰੋਜ਼ ਸਾਹਮਣੇ ਆ ਰਹੇ ਨੇ। ਸੋ ਕੋਈ ਵੀ ਮੁਲਕ ਜਿਹੜਾ ਹੈ ਇਸ ਚੀਜ਼ ਤੋਂ ਛੂਤਾ ਨਹੀਂ ਹੁੰਦਾ ਹੈਗਾ। ਇਸ ਵਕਤ ਜੋ ਖਬਰ ਸਾਹਮਣੇ ਆਈ, ਆਪਾਂ ਡਿਸਕਸ ਕਰ ਰਹੇ ਸੀ ਸਰ, ਚਾਈਨਾ ਦੇ ਵਿੱਚ ਵੀ ਕਈ ਬੈਂਕਸ ਦੇ ਵਿੱਚ ਜਿਹੜਾ ਆ ਗੋਲਡ ਨੂੰ ਲੈ ਕੇ ਸਕੈਂਡਲਸ ਸਾਹਮਣੇ ਆਏ ਨੇ, ਸੋਨੇ ਨੂੰ ਲੈ ਕੇ। ਇਹ ਦੇਖੋ, ਜਿਹੜੀ ਤਰਨ ਕੋਈ ਵੀ ਬੈਂਕ ਹੈ ਉਹ ਕਿਹੜੇ ਹਿਸਾਬ ਤੇ ਅੱਗੇ ਲੋਨ ਦਿੰਦਾ। ਬਹੁਤ ਹੀ ਬੈਂਕਸ ਦੇ ਕੋਲੇ ਉਹਦੇ ਵਾਲਟ ਦੇ ਵਿੱਚ ਕਿੰਨਾ ਸੋਨਾ, ਬਿਲਕੁਲ ਸੋਨੇ ਦੇ ਬੇਸ ਦੇ ਉੱਤੇ ਉਹ ਬੈਂਕ ਦੀ ਕੀਮਤ ਹੁੰਦੀ ਆ। ਔਰ ਚਾਈਨਾ ਦੇ ਵਿੱਚ ਇਹ ਸਕੈਂਡਲ ਆ ਰਿਹਾ ਜੀ, ਪਤਾ ਨਹੀਂ ਇਹ ਹੁਣ ਕਿਉਂ ਆਇਆ, ਕਿ US ਨਾਲ ਪੰਗਾ ਪੈਣ ਕਰਕੇ ਆਇਆ ਜਾਂ ਕਿਉਂ ਆਇਆ। ਐਸਾ ਸਕੈਂਡਲ ਹੈ ਜੀ ਕਿ ਕਈ ਬੈਂਕਾਂ ਦੇ ਵਿੱਚ ਜਿਹੜੀਆਂ ਸੋਨਾ ਪਿਆ, ਕਿਲੋਆਂ 'ਚ ਹੁੰਦਾ ਜੀ, ਉਹ ਟਨਾਂ 'ਚ ਹੁੰਦਾ। ਉਹ ਇੱਕ ਜਗ੍ਹਾ ਦੇ ਉੱਤੇ, ਬੈਂਕ ਦਾ ਨਾਮ ਮੈਂ ਭੁੱਲ ਗਿਆ ਜੀ, ਉਹਦੇ ਵਿੱਚ ਟਨਾਂ ਦੇ ਹਿਸਾਬ 'ਚ ਮੈਂਸ਼ਨ ਕੀਤਾ ਗਿਆ। ਉਹਦੇ ਉੱਪਰ ਸਿਰਫ ਝਾਲ ਹੈ ਜੀ, ਉਹਦੇ ਅੰਦਰਲੇ ਪਾਸੇ ਕਾਪਰ ਹੀ ਹੈ, ਪਰ ਉਹ ਸ਼ੋਅ ਇਹ ਕੀਤਾ ਗਿਆ ਸਾਡੇ ਕੋਲ ਹੈਗਾ। ਸੋ ਉਹਦੇ ਬੇਸ ਦੇ ਉੱਤੇ ਲੋਨ ਲਏ ਗਏ, ਬੈਂਕ ਨੇ ਆਪ ਪੈਸਾ ਫੜਿਆ ਤੇ ਅੱਗੇ ਉਹ ਦਿੱਤਾ। ਇਹ ਬੜਾ ਵੱਡਾ ਸਕੈਂਡਲ ਹੈ ਜੀ। ਆਉਣ ਵਾਲੇ ਦਿਨਾਂ ਵਿੱਚ ਅਸੀਂ ਤੁਹਾਨੂੰ ਇਹਦੇ ਬਾਰੇ ਜ਼ਰੂਰ ਦੱਸਾਂਗੇ। ਅੱਜ ਹਜੇ ਖਬਰ ਇੰਨੀ ਕੀ ਆਈ ਹੈ, ਬਾਕੀ ਜਿਵੇਂ ਖਬਰ ਆਏਗੀ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਅਪਡੇਟ ਕਰਾਂਗੇ ਇਹਦੇ ਮਾਮਲੇ ਵਿੱਚ। ਬਿਲਕੁਲ ਜੀ। ਤੇ ਸਰ ਗੱਲ ਕਰ ਲਈ, ਜਿਵੇਂ ਅਸੀਂ ਦੇਖਦੇ ਹਾਂ ਕਿ ਕੋਈ ਵੀ ਦੇਸ਼ ਦਾ ਜਿਹੜਾ ਰਾਸ਼ਟਰਪਤੀ, ਪ੍ਰਧਾਨ ਮੰਤਰੀ ਉਸ ਨੂੰ ਲੀਡ ਕਰਦਾ ਆ, ਜੋ ਉਹ ਕਰਦਾ ਆ, ਉਸ ਦੀ ਛਵੀ ਜਿਹੜੀ ਆ ਮੁਲਕ ਦੇ ਵਿੱਚ ਜਾਂਦੀ ਹੈ। ਮੁਲਕ ਦੇ ਨਾਲ ਨਾਲ ਉਸ ਮੁਲਕ ਦੀ ਛਵੀ ਬਾਕੀ ਮੁਲਕਾਂ ਦੇ ਵਿੱਚ ਵੀ ਬਣਦੀ ਹੈ, ਕਿਵੇਂ ਦੀ ਰੈਪੂਟੇਸ਼ਨ ਹੈ। ਇੱਕ ਪਾਸੇ ਮਿਸਟਰ ਟਰੰਪ ਦੇ ਕਰਕੇ ਅਮਰੀਕਾ ਨੂੰ ਜਿਹੜਾ ਕੋਈ ਵੀ ਕੰਟਰੀ ਖੰਘ ਨਹੀਂ ਸਕਦਾ ਸੀ, ਉਸ ਦੇ ਅੱਗੇ ਹੁਣ ਦੇਖ ਰਹੇ ਹਾਂ ਕਿ ਈਰਾਨ ਵਰਗੀਆਂ ਕੰਟਰੀਜ਼ ਜਿਹੜੀਆਂ ਨੇ ਹੁਣ ਅਮਰੀਕਾ ਨੂੰ ਅੱਖਾਂ ਦਿਖਾ ਰਹੀਆਂ ਨੇ। ਹੁਣ ਅਸੀਂ ਗੱਲ ਕਰੀਏ ਮਿਸਟਰ ਪੁਤਿਨ ਦੀ, ਆਪਣਾ ਰਾਹ ਪੂਰਾ ਜਿਹੜਾ ਕਲੀਨ ਕਰ ਲਿਆ ਉਹਨਾਂ ਨੇ। ਕਹਿੰਦੇ ਨੇ ਕਿ ਗੱਦੀ ਦਾ ਨਸ਼ਾ ਅਜਿਹਾ ਜਿਹਨੂੰ ਹਰ ਕੋਈ ਛੇਤੀ ਛੱਡ ਨਹੀਂ ਪਾਉਂਦਾ ਹੈਗਾ। ਸੋ ਆਪਣੇ ਲਈ ਰਾਹ ਕਲੀਨ ਕਰ ਰਹੇ ਨੇ। ਕਿਹਾ ਜਾ ਰਿਹਾ ਕਿ 2036 ਤੱਕ ਸ਼ਾਇਦ ਉਹ ਰਾਸ਼ਟਰਪਤੀ ਬਣੇ ਰਹਿ ਸਕਦੇ ਨੇ। ਉਹ ਆਪ ਕਹਿੰਦੇ ਜੀ ਮੈਂ ਹਲੇ ਸੋਚਣਾ ਇਹਦੇ ਬਾਰੇ, ਪਰ ਉਹਨਾਂ ਨੇ ਰਾਹ ਪੱਧਰ ਕਰ ਲਿਆ। ਤਰਨ ਐਗਜ਼ਿਟ ਪੋਲਸ ਜਿਹੜੀਆਂ ਰਸ਼ੀਆ ਵਿੱਚ ਇਸ ਵੇਲੇ ਪੈ ਰਹੀਆਂ ਨੇ, ਉਹਦੇ ਰਿਜ਼ਲਟ ਆਉਣ ਲੱਗ ਪਏ ਨੇ ਐਗਜ਼ਿਟ ਪੋਲਸ ਦੇ ਜੀ। ਉਹ ਹੈਗਾ ਜੀ 71%। ਉਹ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰਵਾ ਰਿਹਾ ਜੀ ਮਿਸਟਰ ਪੁਟਿਨ। ਉਹ 71% ਲੋਕਾਂ ਨੇ ਅਪਰੂਵ ਕੀਤਾ, 28% ਲੋਕਾਂ ਨੇ ਰਿਜੈਕਟ ਕੀਤਾ। ਸੋ 71% ਦੇ ਅਪਰੂਵਲ ਕਰਕੇ ਜਿਹੜਾ ਨਵਾਂ ਕਾਨੂੰਨ ਹੈ, ਉਹਦੇ ਮੁਤਾਬਕ 2024 ਤੱਕ ਤਾਂ ਪ੍ਰੈਜ਼ੀਡੈਂਟ ਇਹ ਹੈਗੇ ਹੀ ਨੇ, ਤੇ 2 ਟਰਮਾਂ ਅੱਗੇ ਹੋਰ। ਇਹਨਾਂ ਨੇ 36 ਤੱਕ ਦਾ ਜੁਗਾੜ ਆਪਦਾ ਕਰ ਲਿਆ ਜੀ। 36 ਤੋਂ ਮਗਰੋਂ ਫਿਰ ਚੇਂਜ ਕਰ ਲੈਣਗੇ। ਐਡੀ ਕਰੀ। ਵੈਸੇ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਤਰਨ, ਪੁਟਿਨ ਸਾਹਿਬ ਦੁਨੀਆ ਦੇ ਬਹੁਤ ਵੱਡੇ ਟੌਪ ਵਾਲੇ ਕੁਛ ਅਮੀਰਾਂ ਵਿੱਚੋਂ ਇੱਕ ਨੇ। ਇਹਨਾਂ ਕੋਲੇ ਇੰਨਾ
ਜਾਇਦਾਦ ਹੈਗੀ ਹੈ, ਇਹਨਾਂ ਕੋਲ ਇੰਨੀ ਪ੍ਰੋਪਰਟੀ ਹੈ ਵੀ ਸਮਟਾਈਮਸ ਯੂ ਕੈਨ ਨਾਟ ਈਵਨ ਇਮੈਜਿਨ ਇਹਨਾਂ ਕੋਲ ਇੰਨੀ ਪ੍ਰੋਪਰਟੀ ਹੈਗੀ ਜੀ। ਸੋ ਮਤਲਬ ਕਿ ਪੈਸੇ ਦੇ ਨਾਲ ਨਾਲ ਦੂਸਰੀ ਪਾਵਰ ਵੀ ਜਿਹੜੀ ਹੋਣਾ ਉਹਨਾਂ ਲਈ ਜ਼ਰੂਰੀ ਹੈ ਕਿ ਬਸ ਪਾਵਰ ਦਾ ਨਸ਼ਾ ਅਜਿਹਾ ਕਿ ਹਰ ਕੋਈ ਛੇਤੀ ਛੱਡ ਨਹੀਂ ਸਕਦਾ। ਜਿਹੜੀ ਕੁਰਸੀ ਹੈ ਨਾ ਤਰਨ, ਕੁਰਸੀ ਤਾਂ ਆਪਾਂ ਨਹੀਂ ਛੱਡਣ ਨੂੰ ਤਿਆਰ ਜਿੱਥੇ ਬੈਠੇ ਆ, ਤੇ ਜਿਹੜੀਆਂ ਉਹ ਇੰਨੀ ਵੱਡੀ ਤਾਕਤ ਵਾਲੀ ਕੁਰਸੀਆਂ ਨੇ ਉਹਨੂੰ ਕੌਣ ਛੱਡਣ ਨੂੰ ਤਿਆਰ ਹੈ ਜੀ। ਬਹੁਤ ਕੁਛ ਕਰਨਾ ਪੈਂਦਾ। ਕਿੰਨੇ ਲੋਕਾਂ ਦੇ ਕਹਿੰਦਾ ਉਸ ਕੁਰਸੀ ਤੇ ਬੈਠਣ ਵਾਸਤੇ ਪਤਾ ਨਹੀਂ ਕਿੰਨੀਆਂ ਹੇਰਾ ਫੇਰੀਆਂ ਕਰਨੀਆਂ ਪੈਂਦੀਆਂ, ਕੁਝ ਹੋਰ ਕਰਨਾ ਪੈਂਦਾ। ਪਰ ਪੁੱਟਨ ਸਾਹਿਬ ਤਾਂ ਕਨਸਟੀਟਿਊਸ਼ਨ ਹੀ ਚੇਂਜ ਕਰ ਰਹੇ ਨੇ ਜੀ। ਪਹਿਲਾਂ ਵੀ ਇਹਨਾਂ ਨੇ ਕੀਤਾ ਸੀਗਾ ਚੇਂਜ, ਤੇ ਹੁਣ ਦੁਬਾਰੇ ਫੇਰ ਕਰ ਰਹੇ ਨੇ, ਤੇ ਆਪਦਾ ਰਾਹ ਪੱਕਾ ਕਰ ਰਹੇ ਨੇ ਜੀ। ਬਿਲਕੁਲ ਜੀ ਸਰ, ਮਿਸਟਰ ਜੇਸਨ ਕੈਨੀ ਦੀ ਥੋੜੀ ਜਿਹੀ ਗੱਲ ਕਰ ਲਈਏ। ਕਾਫੀ ਅਸੀਂ ਕੁਝ ਦਿਨ ਪਹਿਲਾਂ ਇਹ ਵੀ ਨਿਊਜ਼ ਡਿਸਕਸ ਕੀਤੀ ਸੀ ਕਿ ਉਹਨਾਂ ਦੇ ਜਿਹੜੇ ਸਪੀਚ ਲਿਖਦੇ ਨੇ, ਉਹਨਾਂ ਦੇ ਸਪੀਚ ਰਾਈਟਰ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਰਹੇ ਨੇ ਕਿ ਜਿਵੇਂ ਦੀ ਉਹ ਸਪੀਚ ਲਿਖਦੇ ਨੇ ਉਹ ਸਹੀ ਨਹੀਂ ਹੈਗੀ, ਕਈ ਵਾਰੀ ਨਿਸ਼ਾਨਾ ਕਿਸੇ ਹੋਰ ਨੂੰ ਬਣਾ ਲਿਆ ਜਾਂਦਾ ਸਪੀਚ ਦੇ ਵਿੱਚ। ਸੋ ਹੁਣ ਵੀ ਸਹੀ ਸਰ ਕਈ ਤੱਥ ਸਾਹਮਣੇ ਆਏ ਨੇ ਕਿ ਉਹਨਾਂ ਦੇ ਜਿਹੜੇ ਸਪੀਚ ਰਾਈਟਰ ਨੇ ਜੋ ਪਹਿਲਾਂ ਸਪੀਚਾਂ ਲਿਖੀਆਂ ਸੀ ਉਹ ਵੀ ਕੁਝ ਅਜਿਹੀਆਂ ਹੀ ਵਿਵਾਦਾਂ ਦੇ ਵਿੱਚ ਘਿਰੀਆਂ ਹੋਈਆਂ ਨਜ਼ਰ ਆਈਆਂ ਨੇ। ਹਾਂ ਤਰਨ, ਪਤਾ ਗੱਲ ਕੀ ਹੈ, ਪੌਲ ਬਰਨਰ ਜੀ ਉਹਨਾਂ ਦਾ ਨਾਮ, ਤੇ ਇਹ ਉਹਨਾਂ ਦੇ ਸਪੀਚ ਰਾਈਟਰ ਨੇ। ਉਹਨਾਂ ਨੇ ਜਿਹੜੇ LGBTQ ਉਹਦੇ ਅਗੇਂਸਟ ਕੁਛ ਲਿਖਿਆ ਸੀ, ਜਿਹੜੇ ਨੇਟਿਵ ਇੰਡੀਅਨਸ ਆ ਉਹਦੇ ਵਿੱਚ ਲਿਖਿਆ ਜੀ ਕੁਛ ਰੇਸਿਸਟ। ਉਹਨੇ ਆਰਟੀਕਲ ਬਹੁਤ ਨਿਕਲਿਆ ਹੈ ਜੀ। ਹੁਣ ਪਹਿਲਾਂ ਤਾਂ 2 ਆਰਟੀਕਲਸ ਦੀ ਗੱਲ ਹੀ ਹੋਈ ਸੀ, ਮੇਰੇ ਖਿਆਲ ਹੁਣ 12 ਜਾਂ 13 ਆਰਟੀਕਲਸ ਐਟਲੀਸਟ ਨਿਕਲੇ ਨੇ, ਸ਼ਾਇਦ ਹੋਰ ਵੀ ਆ ਜਾਣਗੇ। ਪਰ ਮੈਨੂੰ ਇਸ ਗੱਲ ਦੀ ਹੈਰਾਨੀ ਆ ਕਿ ਜੇਸਨ ਕੈਨੀ ਸਾਹਿਬ ਕੋਲ ਹੋਰ ਕੋਈ ਹੈ ਨਹੀਂ, ਕਿਉਂ ਨਹੀਂ ਉਹਨੂੰ ਬਦਲ ਲੈਂਦੇ। ਤੇ ਸੈਕੰਡਲੀ ਤੁਹਾਡੇ ਕੋਲੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ, ਅਲਬਰਟਾ ਦਾ ਇਸ ਵੇਲੇ ਬਜਟ ਬਹੁਤ ਘਾਟੇ 'ਚ ਜਾ ਰਿਹਾ। ਤੁਸੀਂ ਆਪਦੀ ਸਪੀਚ ਆਪ ਲਿਖ ਲਓ, ਕਿੱਡੀ ਗੱਲ ਹੈਗੀ ਆ। ਜੇ ਤੁਸੀਂ ਸਪੀਚ ਵੀ ਨਹੀਂ ਆਪਦੀ ਲਿਖ ਸਕਦੇ ਤਾਂ ਮੇਰਾ ਖਿਆਲ ਆ ਤੁਹਾਨੂੰ ਕੀ ਕਹਾਂ ਹੁਣ। ਐਨੀ ਹਾਓ ਕੈਨੀ ਸਾਹਿਬ ਨੂੰ ਇਸ ਬਾਰੇ ਜ਼ਰੂਰ ਵਿਚਾਰਨਾ ਚਾਹੀਦਾ ਕਿ ਜਦੋਂ ਇੰਨੇ ਇਤਰਾਜ਼ ਹੋ ਰਹੇ ਨੇ, ਖਾਸ ਕਰਕੇ ਜੇ ਰੇਸਿਸਟ ਬੰਦਾ ਹੈਗਾ ਉਹ ਉਹਨਾਂ ਦਾ ਸਪੀਚ ਰਾਈਟਰ ਹੈਗਾ, ਤਾਂ ਤੁਹਾਡੀ ਕੋਈ ਜਿਹੜੀ ਛਵੀ ਆ ਉਹ ਕੋਈ ਬਾਹਰ ਬਹੁਤੀ ਵਧੀਆ ਨਹੀਂ ਹੈ ਜਾ ਰਹੀ ਜੀ। ਬਿਲਕੁਲ ਜੀ, ਜੇ ਰਾਹੁਲ ਗਾਂਧੀ ਜੀ ਦੀਆਂ ਸਪੀਚ ਦੇ ਵਿੱਚ ਚੇਂਜਿਸ ਹੋ ਸਕਦੇ ਆ, ਉਹਨਾਂ ਦੀਆਂ ਸਪੀਚ ਵਿੱਚ ਥੋੜੀ ਜਿਹੀ ਸੁਧਾਰ ਆ ਸਕਦਾ, ਤਾਂ ਫਿਰ ਜੇਸਨ ਕੈਨੀ ਦੀ ਸਪੀਚ ਕਿਉਂ ਨਹੀਂ ਆ ਸਕਦਾ? ਮੈਨੂੰ ਹਾਂ ਆਈ ਐਗਰੀ ਵਿਦ ਯੂ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਮੋਦੀ ਸਾਹਿਬ ਨੂੰ ਕੌਣ ਸਪੀਚ ਲਿਖ ਕੇ ਦਿੰਦਾ। ਮੋਦੀ ਸਾਹਿਬ ਕਈ ਵਾਰੀ ਉਹ ਗੱਲਾਂ ਕਰਦੇ ਨੇ ਕਿ ਜਿਹੜੀਆਂ 2 ਬੰਦੇ ਐਸੇ ਇਕੱਠੇ ਕਰ ਦਿੰਦੇ ਨੇ ਜਿਹੜਾ ਇੱਕ ਆਪਸ 'ਚ ਉਹਨਾਂ 100 ਸਾਲ ਦਾ ਫਰਕ ਆ। ਇਹ ਤਾਂ ਹੋ ਨਹੀਂ ਸਕਦਾ ਤਰਨ ਕਿ ਜਿਹੜੇ ਸਪੀਚ ਰਾਈਟਰ ਆ ਜਾਂ ਪ੍ਰਾਈਮ ਮਿਨਿਸਟਰਸ ਆਫਿਸ ਆ ਉਹ ਇੰਨੇ ਕਮਲੇ ਨੇ, ਉਹ ਬਹੁਤ ਸਿਆਣੇ ਨੇ, ਸਭ ਕੁਛ ਕਰਦੇ ਨੇ। ਪਰ ਮੋਦੀ ਸਾਹਿਬ ਪਤਾ ਨਹੀਂ ਕਿੱਥੋਂ ਹੈ ਜੇ ਫੈਕਟ ਕੱਢ ਕੇ ਲਿਆਉਂਦੇ ਨੇ, ਜਾਂ ਤਾਂ ਉਹਨਾਂ ਨੂੰ ਸੁਣਨ ਨੂੰ ਤਿਆਰ ਨਹੀਂ ਹੈ ਜਿਹੜੇ ਉਹਨਾਂ ਦੇ ਸਪੀਚ ਰਾਈਟਰ ਨੇ, ਤੇ ਜਾਂ ਉਹ ਜਾਣ ਕੇ ਇਹੋ ਜਿਹੀਆਂ ਗੱਲਾਂ ਕਰਦੇ ਨੇ। ਪਰ ਮੂਹਰੇ ਜਿਹੜੇ ਬੈਠੇ ਨੇ ਜੀ, ਉਹਨੂੰ ਪੁੱਛਿਆ ਵੀ, ਮੈਂ ਇੱਕ ਵੀਡੀਓ ਦੇਖਦਾ ਸੀਗਾ ਤਰਨ, ਉਹ 'ਚ ਮੋਦੀ ਸਾਹਿਬ ਪੁੱਛ ਰਹੇ ਨੇ, ਮੂਹਰੇ ਇਕੱਠ ਬੜਾ ਹੋਇਆ ਹੈ ਵੀ ਨਹਿਰੂ ਹੋਣਾ 'ਚੋਂ ਕੋਈ ਵੀ ਨਹੀਂ ਮਿਲਣ ਗਿਆ ਭਗਤ ਸਿੰਘ ਨੂੰ। ਹਾਲਾਂਕਿ ਉਸ ਵੇਲੇ ਦੀ ਜਿਹੜੀ ਪੇਪਰਸ ਦੀਆਂ ਕਟਿੰਗ ਇਸ ਵੇਲੇ ਆਈਆਂ ਹੋਈਆਂ ਨੇ ਜਿਨ੍ਹਾਂ 'ਚ ਪ੍ਰੂਫ ਹੋਇਆ ਹੋਇਆ ਕਿ ਮਿਸਟਰ ਨਹਿਰੂ ਭਗਤ ਸਿੰਘ ਉਹਨਾਂ ਨੂੰ ਮਿਲਣ ਗਏ ਸੀ। ਔਰ ਉਹ ਸਵਾਲ ਪੁੱਛਦੇ ਆ ਜਨਤਾ ਨੂੰ, ਤੁਹਾਨੂੰ ਪਤਾ ਕੋਈ ਮਿਲਣ ਗਿਆ ਸੀ, ਤੁਸੀਂ ਦੱਸੋ ਮਿਲਣ ਗਿਆ ਸੀ? ਲੋਕੀ ਬੈਠੇ ਭਗਤ ਬੈਠੇ ਨਾ ਕੋਈ ਨਹੀਂ ਮਿਲਣ ਗਿਆ। ਸੋ ਜਦੋਂ ਲੋਕਾਂ ਨੂੰ ਤੁਸੀਂ ਇਸ ਹੱਦ ਤੱਕ ਲੈ ਕੇ ਜਾਂਦੇ ਹੋ, ਸਪੀਚ ਰਾਈਟਰਸ ਦੀ ਫਿਰ ਕੋਈ ਕਸਰ ਰਹਿ ਨਹੀਂ ਜਾਂਦੀ ਜਦੋਂ ਤੁਸੀਂ ਆਪਦੀਆਂ ਦੱਬੀ ਜਾਣੀਆਂ। ਮੂਹਰੇ ਜਿਹੜੇ ਬੈਠੇ ਆ ਬੀਨ ਵਜਾਉਣ ਵਾਲੀ ਗੱਲ ਹੈ ਜੀ। ਉਹ ਕਹਿੰਦੇ ਨੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਮ ਪਲੀਜ਼ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਥੋੜਾ ਜਿਹਾ ਘੱਟ ਕਰ ਦਿਓ। ਹਾਂਜੀ, ਤੁਸੀਂ ਇੱਕ ਨਿਊਜ਼ ਦਿੱਤੀ ਸੀ ਜਿਹੜੇ ਬਾਹਰ ਆਪਣੇ ਖਾਲਿਸਤਾਨੀ ਬੈਠੇ ਉਹਨਾਂ ਦਾ ਕੀ ਮਤਲਬ ਕੀ ਉਹਨੇ ਅੱਤਵਾਦੀ ਕਰਾ ਦਿਆ ਤਾਂ? ਜੀ ਬਿਲਕੁਲ, ਸਾਡੇ ਤੱਕ ਤਾਂ ਇਹੀ ਨਿਊਜ਼ ਪਹੁੰਚੀ ਹੈ ਜੀ। ਦੱਸੋ ਕੀ ਕਹਿਣਾ ਚਾਹੁੰਦੇ ਹੋ? ਕਿਹੜੀ ਵਜ੍ਹਾ ਦੇ? ਉਹ ਕਹਿ ਰਹੇ ਨੇ ਜੀ ਦੇਸ਼ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ, ਦੇਸ਼ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਇਸ ਲਈ ਜਿਹੜੇ ਅਜਿਹੀਆਂ ਕੋਸ਼ਿਸ਼ਾਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਕਰਾਰ ਕੀਤਾ ਗਿਆ। ਜੀ ਚਲੋ ਥੈਂਕ ਯੂ, ਬਹੁਤ ਵਧੀਆ ਹੁੰਦਾ ਸੀ ਦੇਖ ਕੇ ਸੁਣਨੇ ਜਦੋਂ ਵੀ ਤੁਹਾਡਾ ਪ੍ਰੋਗਰਾਮ ਹੁੰਦਾ ਸੀ ਪਹਿਲੇ ਪਹਿਲੇ ਦਾ 10 ਮਿੰਟ। ਥੈਂਕ ਯੂ ਸੋ ਨਾਈਸ ਆਫ ਯੂ, ਥੈਂਕ ਯੂ ਜੀ, ਥੈਂਕ ਯੂ। ਇਹ ਜੀ ਸਰਕਾਰ ਨੇ ਕੀਤਾ ਜੀ। ਅਸੀਂ ਤਾਂ ਜਿਹੜੀ ਖਬਰ ਆਉਂਦੀ ਆ ਉਹ ਖਬਰ ਸ਼ੇਅਰ ਕਰਦੇ ਹਾਂ ਜੀ। ਜੋ ਕੁਝ ਸਾਡੇ ਕੋਲ ਖਬਰ ਆਉਂਦੀ ਆ ਅਸੀਂ ਉਹੀ ਤੁਹਾਨੂੰ ਦੱਸਦੇ ਹਾਂ ਜੀ। ਅਸੀਂ ਆਪਦੇ ਕੋਲੋਂ ਨਹੀਂ ਜੀ ਕੁਝ ਜੋੜਦੇ। ਇਹ ਨਵੀਂ ਖਬਰ ਆਈ ਹੈ, ਅੱਜ ਹੀ ਆਈ ਹੈ, ਤੁਹਾਨੂੰ ਤਾਂ ਹੀ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਬਿਲਕੁਲ ਜੀ। ਤੇ ਸਰ ਅਸੀਂ ਗੱਲਬਾਤ ਕਰ ਰਹੇ ਸੀ ਸਪੀਚ ਤੋਂ ਬਾਅਦ, ਅਸੀਂ ਅਗਲੀ ਖਬਰ ਤੇ ਜਾਈਏ ਕਿਉਂਕਿ ਸਪੀਚ ਅਸੀਂ ਦੇਖਦੇ ਹਾਂ ਕਈਆਂ ਦੀਆਂ ਤਾਂ ਸਪੀਚਾਂ ਜਿਹੜੀਆਂ ਉਹਨਾਂ ਨੂੰ ਅਰਸ਼ ਤੋਂ ਫਰਸ਼ ਤੇ ਪਹੁੰਚਾ ਦਿੰਦੀਆਂ, ਕਈਆਂ ਦਾ ਮੂੰਹੋਂ ਨਿਕਲਿਆ ਇੱਕ ਵਰਡ ਜਿਹੜਾ ਉਹਨਾਂ ਨੂੰ ਫਰਸ਼ਾਂ ਤੱਕ ਵੀ ਪਹੁੰਚਾ ਦਿੰਦਾ ਆ। ਸਰ ਗੱਲ ਕਰੀਏ ਮਰਸੀਡੀਜ਼ ਦੀ। ਮਰਸੀਡੀਜ਼ ਇਸ ਵਕਤ ਇੱਕ ਅਜਿਹਾ ਫੈਸਲਾ ਆਇਆ ਮਰਸੀਡੀਜ਼ ਦਾ, ਥੋੜਾ ਜਿਹਾ ਹੈਰਾਨ ਜ਼ਰੂਰ ਆ। ਕਹਿੰਦੇ ਅਗਲੇ ਸਾਲ ਜਿਹੜੀਆਂ ਵੀ ਉਹਨਾਂ ਦੀਆਂ ਫਾਰਮੂਲਾ 1 ਕਾਰਸ ਆਉਣੀਆਂ ਨੇ ਸਾਰੀਆਂ ਬਲੈਕ ਕਲਰ 'ਚ ਹੀ ਆਉਣੀਆਂ ਨੇ। ਬਿਲਕੁਲ ਤਰ੍ਹਾਂ ਐਕਚੁਅਲੀ ਮਰਸੀਡੀਜ਼ ਦਾ ਜਿਹੜਾ ਫਾਰਮੂਲਾ 1 ਦਾ ਜਿਹੜਾ ਕਲਰ ਹੈਗਾ ਐਕਚੁਅਲੀ ਉਹ ਹੈਗਾ ਜੀ ਸਿਲਵਰ, ਉਹੀ ਵਰਤਦੇ ਨੇ।
ਪਰ ਇਹ ਬਿਕਾਜ਼ ਬਲੈਕ ਲਾਈਵਸ ਮੈਟਰ ਇੰਨਾ ਕੁਛ ਹੈਗਾ, ਇਹ ਜੋ ਕੁਛ ਹੋ ਰਿਹਾ ਤਾਂ ਮਰਸਡੀਜ਼ ਨੇ ਇਸ ਸਾਲ ਵਾਸਤੇ ਉਹਨਾਂ ਨੇ ਸਾਰੀਆਂ ਆਪਦੀਆਂ ਜਿਹੜੀਆਂ ਕਾਰਾਂ ਨੇ ਉਹਨਾਂ ਦਾ ਰੰਗ ਬਲੈਕ ਕਰ ਦਿੱਤਾ, ਉਹ ਬਲੈਕ ਕਰਿਆ ਕਰਨਗੇ। ਔਰ ਇੱਕ ਬੜੀ ਹੈਰਾਨੀ ਦੀ ਗੱਲ ਹੈ ਤਰਨ, ਤਕਰੀਬਨ ਮਰਸਡੀਜ਼ ਐਜ਼ ਅ ਹੋਲ ਓਵਰਆਲ, ਮੈਂ ਸੇਲਸ ਪਰਸਨ ਦੀ ਗੱਲ ਨਹੀਂ ਜੀ ਕਰਦਾ, ਮੈਂ ਵੈਸੇ ਗੱਲ ਕਰ ਰਿਹਾ, ਉਸ 'ਚ ਜਿਹੜੀਆਂ ਮਾਈਨੋਰਟੀਜ਼ ਨੇ, ਬਲੈਕ ਪੀਪਲ ਹੈ ਸਪੈਸ਼ਲੀ, ਸਿਰਫ 3% ਹੀ ਨੇ ਜੀ ਕੰਮ ਕਰਦੇ। ਔਰ ਮਰਸਡੀਜ਼ ਦੀ ਹੋਲ ਇੰਸਟੀਟਿਊਸ਼ਨ ਦੇ ਵਿੱਚ ਸਿਰਫ 13% ਲੇਡੀਜ਼ ਹੀ ਕੰਮ ਕਰਦੀਆਂ ਨੇ। ਬੜੇ ਹੈਰਾਨੀ ਹੋਈ ਹੈ ਮੈਨੂੰ ਇਸ ਗੱਲ ਦੇ ਉੱਤੇ ਕਿ ਜਰਮਨੀ ਦੀ ਕੰਪਨੀ ਹੈ, ਜਰਮਨੀ ਦੇ ਵਿੱਚ ਐਡਾ ਵੱਡਾ ਕਾਰੋਬਾਰ ਹੈ ਜੀ ਇਹਨਾਂ ਦਾ, ਸਾਰੀ ਦੁਨੀਆ ਦੇ ਵਿੱਚ ਮਰਸਡੀਜ਼ ਵਿਕਦੀ ਹੈ। ਤੇ ਔਰ ਕੱਲੀਆਂ ਕਾਰਾਂ ਨਹੀਂ ਹੈ ਜੀ, ਇਹਨਾਂ ਦੇ ਟਰੱਕ ਵੀ ਨੇ, ਤਰ੍ਹਾਂ ਤਰ੍ਹਾਂ ਦੀਆਂ ਵੈਨਸ ਨੇ, ਬਹੁਤ ਕੁਛ ਹੈ, ਵੱਡੀਆਂ ਬੱਸਾਂ ਨੇ ਜਿਨ੍ਹਾਂ 'ਚ ਜਿਹੜੇ ਲੋਕ ਇੰਡੀਆ ਜਾਂਦੇ ਨੇ, ਆਪਾਂ 에ਅਰਪੋਰਟ ਤੋਂ ਲੁਧਿਆਣੇ ਨੂੰ ਆਉਂਦੀਆਂ ਨੇ, ਉਹ ਸਾਰੀਆਂ ਮਰਸਡੀਜ਼ ਦੀਆਂ ਨੇ। ਇਸ ਗੱਲ ਦੀ ਬੜੀ ਹੈਰਾਨੀ ਹੋਈ ਜੀ। ਪਰ ਜੇ ਇਹ ਇੱਕ ਚੰਗਾ ਸਟੈਪ ਲਿਆ ਜੀ, ਜੇ ਇੰਨੀ ਵੱਡੀ ਕੰਪਨੀ ਨੇ ਆਪਣੀ ਫਾਰਮੂਲਾ 1 ਦੀਆਂ ਕਾਰਾਂ ਦਾ ਰੰਗ ਚੇਂਜ ਕਰ ਦਿੱਤਾ ਜਸਟ ਟੂ ਸਪੋਰਟ ਬਲੈਕ ਲਾਈਵਸ ਮੈਟਰ। ਬਿਲਕੁਲ ਜੀ। ਤੇ ਅਗਲੀ ਖਬਰ ਵੱਲ ਵਧੀਆ, ਆਪਾਂ ਕੱਲ ਵੀ ਇੱਕ ਖਬਰ ਡਿਸਕਸ ਕੀਤੀ ਸੀ ਕਿ ਕੈਨੇਡਾ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਡਰੱਗ ਦੀ ਖੇਪ ਫੜੀ ਗਈ ਹੈ, ਜਿਸ ਵਿੱਚ ਇੱਕ ਇੰਡੀਅਨ ਫੜਿਆ ਗਿਆ ਸੀ, ਇੰਡੀਅਨ ਓਰੀਜਨ ਦਾ ਪਰਸਨ ਫੜਿਆ ਗਿਆ ਸੀ, 27 ਸਾਲ ਦੇ ਸਨ ਤੇ PR ਤੇ ਸਨ ਕੈਨੇਡਾ ਦੀ। ਤੇ ਹੁਣ ਇਟਾਲੀਅਨ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਦੁਨੀਆ ਦੀ ਸਭ ਤੋਂ ਵੱਡੀ ਡਰੱਗਸ ਦੀ ਖੇਪ ਜਿਹੜੀ ਆ ਉਹ ਬਰਾਮਦ ਕੀਤੀ ਹੈ। US ਜੇ ਅਸੀਂ ਡਾਲਰਸ ਦੇ ਅਕੋਰਡਿੰਗ ਗੱਲ ਕਰੀਏ ਤਾਂ 1.1 ਬਿਲੀਅਨ ਡਾਲਰਸ ਦੀ ਜਿਹੜੀ ਇਹ ਕੀਮਤ ਹੈਗੀ ਹੈ ਇਸ ਦੀ। ਬਿਲਕੁਲ ਜੀ। ਇਹ ਆਪਾਂ ਥੋੜ੍ਹੀ ਜਿਹੀ ਹੋਰ ਵੱਧ ਕਰ ਦਿੰਦੇ ਹਾਂ ਤਰਨ, ਉਹ ਮੋਦੀ ਸਾਹਿਬ ਵੀ ਕਹਿੰਦੇ ਨੇ ਬਤਾਓ ਹੋਰ ਕਿੰਨੇ ਕਰਾਂ, ਆਪਾਂ ਥੋੜਾ ਜਿਹਾ ਕਰ ਦਿੰਦੇ ਹਾਂ ਜੀ। ਇਹ US ਡਾਲਰ ਨਹੀਂ ਹੈ ਜੀ, ਇਹ ਪਾਉਂਡਸ ਨੇ, ਯੂਰੋ ਪਾਉਂਡਸ ਨੇ। ਹਾਂਜੀ। ਤੇ ਇਹਦੀ ਏਡੀ ਵੱਡੀ ਕਦੇ ਖੇਪ ਫੜੀ ਨਹੀਂ ਜੀ ਗਈ। ਇਹ ਕਹਿੰਦੇ ਆ ਜੀ ਆਈਸਿਸ ਸੀਰੀਆ ਦੇ ਵਿੱਚ ਪ੍ਰੋਡਿਊਸ ਕੀਤੀ ਗਈ ਸੀ, ਪਰ ਇਟਾਲੀਅਨ ਪੁਲਿਸ ਨੇ ਇੰਨੀ ਵੱਡੀ ਖੇਪ ਫੜੀ ਹੈ ਜੀ। ਐਮਫੈਟਾਮਾਈਨਸ ਦੀ ਕਹਿ ਰਹੇ ਨੇ ਇਹ ਜਿਹੜੀ ਖੇਪ ਫੜੀ ਗਈ ਆ। ਤੇ ਇਸ ਨਸ਼ੇ ਦੀ ਗੱਲਬਾਤ ਹੋ ਰਹੀ ਸੀ। ਸਰ, ਨਸ਼ੇ ਦੀ ਖੇਪ ਉਹੀ ਆ ਕਿ ਨਸ਼ਾ ਜਿਹੜਾ ਆ ਹਰ ਮੁਲਕ ਨੂੰ ਬਰਬਾਦ ਕਰਨ ਵਿੱਚ ਲੱਗਿਆ ਹੋਇਆ, ਤੇ ਨਸ਼ੇ ਦੇ ਸੌਦਾਗਰ ਅਜੇ ਵੀ ਜਿਹੜਾ ਹੈ ਸਰਕਾਰ ਦੇ ਹੱਥੋਂ ਬਚਦੇ ਹੋਏ ਨਜ਼ਰ ਆ ਰਹੇ ਨੇ। ਬਿਲਕੁਲ ਸਹੀ ਗੱਲ ਆ ਤਰਨ। ਬਹੁਤਿਆਂ ਥਾਵਾਂ 'ਤੇ ਤਾਂ ਜਿਹੜੇ ਸੌਦਾਗਰ ਨੇ ਉਹ ਹੇਰਾਫੇਰੀ ਨਾਲ ਬਚਣ ਦੀ ਕੋਸ਼ਿਸ਼ ਕਰਦੇ ਨੇ, ਪਰ ਕਈਆਂ ਥਾਵਾਂ 'ਤੇ ਸਰਕਾਰਾਂ ਦੀ ਮਦਦ ਨਾਲ ਇਹ ਕੰਮ ਹੁੰਦਾ। ਆਮ ਨਾਟ ਟਾਕਿੰਗ ਅਬਾਊਟ ਇੰਡੀਆ, ਆਮ ਟਾਕਿੰਗ ਅਬਾਊਟ ਸੋ ਮੈਨੀ ਕੰਟਰੀਜ਼ ਇਨ ਸਾਊਥ ਸੈਂਟਰਲ ਅਮਰੀਕਾ। ਉੱਥੇ ਇਹੋ ਜਿਹੀਆਂ ਬਹੁਤ ਕੋਈ ਗੱਲਾਂ ਹੁੰਦੀਆਂ ਨੇ। ਸਮ ਅਫਰੀਕਨ ਕੰਟਰੀਜ਼ ਉੱਥੇ ਹੁੰਦੀਆਂ ਨੇ। ਆਪਣੇ ਇੰਡੀਆ ਦੇ ਵਿੱਚ ਬੜੇ ਲੀਡਰਸ ਦੇ ਉੱਤੇ ਦੋਸ਼ ਲੱਗਦੇ ਰਹੇ ਨੇ ਕਿ ਆਹ ਗੱਲ ਉੱਥੇ ਦੀ ਡਰੱਗਸ ਵਗੈਰਾ ਮਿਲੀ ਭੁਗਤ ਦੇ ਨਾਲ ਵਿਕਦੀ ਹੈਗੀ ਆ। ਡਰੱਗ ਹੈ ਬਹੁਤ ਮਾੜੀ ਜੀ। ਨਸ਼ਾ ਜਿੱਥੇ ਲੱਗ ਗਿਆ ਜੀ, ਇਹ ਉਹ ਪਰਿਵਾਰ ਬਰਬਾਦ ਹੋ ਜਾਂਦਾ ਜੀ। ਇਨਸਾਨ ਵੀ ਬਰਬਾਦ ਹੋਏਗਾ, ਪਰਿਵਾਰ ਵੀ ਬਰਬਾਦ ਹੋਏਗਾ। ਖਾਸ ਕਰਕੇ ਜਿਹੜੇ ਸਿੰਥੈਟਿਕ ਨਸ਼ੇ ਨੇ, ਦੇ ਆਰ ਟੋਟਲੀ ਕੈਮੀਕਲਸ, ਤੁਹਾਡੀ ਬਾਡੀ ਨੂੰ ਕੁਛ ਨਹੀਂ ਛੱਡਦੇ। ਮਾੜੀ ਪਲੀਜ਼ ਬਚੋ ਅਜਿਹੀਆਂ ਗੱਲਾਂ ਦੇ ਉੱਤੋਂ ਜੀ। ਜੀ ਬਿਲਕੁਲ। ਤੇ ਸਰ, ਹੁਣ ਸਵਾਲਾਂ ਦੇ ਅਸੀਂ ਜਵਾਬ ਦੇ ਦਈਏ ਕਿਉਂਕਿ ਸਮਾਂ ਵੀ ਇਜਾਜ਼ਤ ਲੈਣ ਦਾ ਲਗਭਗ ਹੁੰਦਾ ਜਾ ਰਿਹਾ। ਫਿਰ ਅਸੀਂ ਜਾਣਾਂਗੇ ਕਿ ਅੱਜ ਕਿਸ ਮੁੱਦੇ ਉੱਤੇ ਤੁਸੀਂ ਗੱਲਬਾਤ ਕਰੋਗੇ। ਪਹਿਲਾਂ ਇੱਕ ਦਰਸ਼ਕ ਜੁੜ ਗਏ ਨੇ, ਉਹਨਾਂ ਦਾ ਅਸੀਂ ਸਵਾਲ ਲੈ ਲਈਏ। ਹੈਲੋ ਹੈਲੋ ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਮ, ਮੈਂ ਇੱਥੇ ਕੈਨੇਡਾ ਤੋਂ ਬੋਲ ਰਹੀ ਹਾਂ ਜੀ। ਮੈਂ ਤੁਹਾਨੂੰ ਅੱਗੇ ਕੀਤਾ ਸੀ ਕਿ ਤੁਹਾਡਾ ਪ੍ਰੋਗਰਾਮ ਅੱਛਾ ਹੁੰਦਾ। ਥੈਂਕ ਯੂ Thank you ਮੈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੈਰੀ ਡਿਫਰੈਂਟ ਲੱਗ ਰਹੇ ਹੋ, ਦੈਟਸ ਵਾਈ ਮੈਂ ਕਾਲ ਕਰਨਾ ਚਾਹੁੰਦੀ ਹਾਂ। ਜੀ ਥੈਂਕ ਯੂ ਸੋ ਮਚ। ਵੈਰੀ ਨਾਈਸ। ਥੈਂਕ ਯੂ। ਤਾਂ ਮੈਂ ਕਿਹਾ ਮੈਨੂੰ ਤਾਂ ਬਾਹਰ ਕਹਿ ਰਹੇ ਮੈਡਮ ਲੇਟ ਹੈਗੇ ਤੁਸੀਂ, ਤੇ ਮੈਂ ਕਿਹਾ ਉਹ ਕੱਲ ਦੀ ਗੱਲ ਤਾਂ ਪੁਰਾਣੀ ਹੋ ਜਾਣੀ, ਅੱਜ ਹੀ ਕਰਨਾ ਪੈਣਾ। ਜੀ ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਮੈਮ, ਐਪਰੀਸੀਏਸ਼ਨ। ਐਂਡ ਮਰਗਨ ਜੀ, ਯੂ ਡੋਂਟ ਮਾਈਂਡ ਕਦੇ ਕਦੇ ਤੁਹਾਡਾ ਡਿਫਰੈਂਟ ਹੁੰਦਾ, ਤੁਹਾਨੂੰ ਕੰਪਲੀਮੈਂਟ ਆਇਆ ਕੁਝ ਦਿਨ ਪਹਿਲਾਂ ਤੁਹਾਡੀ ਬਾਤ ਜਦੋਂ ਰੈਡ ਬਣੀ ਹੈ। ਥੈਂਕ ਯੂ ਜੀ। ਅੱਛੇ ਲੱਗ ਰਹੇ ਹੋ। ਥੈਂਕ ਯੂ ਜੀ। ਅੱਜ ਕੈਨੇਡਾ ਡੇ ਹੈ ਜੀ, ਤੇ ਫਿਰ ਮੈਂ ਕਿਹਾ ਵੀ ਲਾਲ ਰੰਗ ਅੱਜ ਸਾਨੂੰ ਸਾਡਾ ਮਾਣ ਹੈ ਜੀ। ਆਈ ਐਮ ਪ੍ਰਾਊਡ ਟੂ ਬੀ ਕੈਨੇਡੀਅਨ। ਥੈਂਕ ਯੂ ਜੀ। ਥੈਂਕ ਯੂ। ਥੈਂਕ ਯੂ ਡਿਫਰੈਂਟ ਲੱਗੇ ਤਾਂ ਮੈਂ ਕਿਹਾ ਫੋਨ ਕਰਿਆ ਜਾਏ। ਥੈਂਕ ਯੂ ਸੋ ਮਚ ਮੈਮ। ਥੈਂਕਸ। ਮੈਂ ਆਪਣੀ ਗੱਲ ਦੱਸਦਾ ਜੀ, ਮੈਂ ਅੱਜ ਤਾਂ ਥੋੜਾ ਚੰਗਾ ਲੱਗਦਾ, ਮੈਂ ਨਹਾ ਕੇ ਆਇਆ ਜੀ ਅੱਜ। ਫਿਰ ਸਰ ਮੈਂ ਜ਼ਿਆਦਾ ਚੰਗੀ ਲੱਗ ਰਹੀ ਹਾਂ, ਮੈਂ ਕਿੰਨੀ ਦੇਰ ਬਾਅਦ ਹੋਈ ਹੋਵਾਂਗੀ। ਥੈਂਕ ਯੂ ਸੋ ਮਚ ਮੈਮ ਕਾਲ ਕਰਨ ਲਈ ਜੀ। ਤੇ ਸਰ, ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦੇਈਏ। ਥੈਂਕ ਯੂ ਸੋ ਮਚ ਜੀ ਐਪਰੀਸੀਏਸ਼ਨ ਦੇ ਲਈ। ਹਾਸਾ ਮਜ਼ਾਕ ਵਿੱਚ ਵੀ ਅਸੀਂ ਚਲਾਉਂਦੇ ਰਹਿੰਦੇ ਹਾਂ ਤਾਂ ਕਿ ਮੂਡ ਵੀ ਥੋੜਾ ਜਿਹਾ ਲਾਈਟ ਰਵੇ। ਜ਼ਿਆਦਾ ਅਸੀਂ ਚਾਹੁੰਦੇ ਨਹੀਂ ਕਿ ਜ਼ਿਆਦਾ ਬਿਲਕੁਲ ਸੰਗੀਨ ਟੈਂਸ ਅਸੀਂ ਚਾਹੁੰਦੇ ਨਹੀਂ। ਨਿਊਜ਼ ਵੈਸੇ ਹੀ ਟੈਂਸ ਬਹੁਤ ਨੇ ਜੀ। ਅਸੀਂ ਕੋਸ਼ਿਸ਼ ਕਰਦੇ ਹਾਂ ਕੁਝ ਮਾੜਾ ਮੋਟਾ ਕੁਝ ਹੋਰ ਨਾਲ ਰਲ ਜਾਵੇ ਤਾਂ ਚੰਗਾ, ਸਹਿੰਦੀਆਂ ਨਿਊਜ਼ ਹੋ ਜਾਣ। ਸਰ, ਸਵਾਲਾਂ ਦੇ ਜਵਾਬ ਦੇ ਦਈਏ ਥੋੜਾ ਜਿਹਾ। ਸਰੀ ਤੋਂ ਇੱਕ ਦੀ ਕਾਲ ਆਈ ਸੀ, ਅਸੀਂ ਕਿਹਾ ਸੀ ਕਿ ਪ੍ਰੋਗਰਾਮ ਤੋਂ ਬਾਅਦ ਤੁਸੀਂ ਕਾਲ ਕਰ ਲਿਓ। ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਕੰਸਲਟੈਂਟ ਦਾ ਤੁਹਾਨੂੰ ਨੰਬਰ ਜ਼ਰੂਰ ਪ੍ਰੋਵਾਈਡ ਕਰਵਾ ਦਈਏ। ਉਸ ਤੋਂ ਬਾਅਦ ਸੀ ਜੀ ਉਹਨਾਂ ਨੇ ਕਿਹਾ ਸੀ ਕਿ ਲੁਫਥਾਂਸਾ 에ਅਰਲਾਈਨਸ ਦੇ ਬਾਰੇ ਪੁੱਛਣਾ ਚਾਹੁੰਦੇ ਨੇ। ਇੰਡੀਆ ਤੋਂ ਕੈਨੇਡਾ ਉਹਨਾਂ ਨੇ ਆਪਣੇ ਦਾਦੀ ਜੀ ਨੂੰ ਲੈ ਕੇ ਆਉਣਾ, ਉਹਨਾਂ ਦੀ ਗ੍ਰੈਂਡ ਮਦਰ ਨੇ। ਸੋ ਪੁੱਛ ਰਹੇ ਸੀ ਕਿ 에ਅਰਲਾਈਨਸ ਚੱਲ ਰਹੀਆਂ ਨੇ ਜਾਂ ਨਹੀਂ।
ਤਰਨ ਤੁਹਾਡੇ ਕੋਲ ਜਾਂ ਬੈਟਰ ਇਹਦਾ ਆਨਸਰ ਹੋਏਗਾ। ਸਰ ਲੁਫਤਾਂਸਾ 에ਅਰਲਾਈਨਸ ਦੀ ਮੇਰੇ ਕੋਲ ਹਜੇ ਇਸ ਬਾਰੇ ਕੋਈ ਨਹੀਂ ਹੈ ਇਨਫੋਰਮੇਸ਼ਨ ਨਹੀਂ ਹੈਗੀ, ਬਟ 에ਅਰ ਇੰਡੀਆ ਦੀਆਂ ਜ਼ਰੂਰ ਚੱਲਦੀਆਂ ਨੇ ਫਲਾਈਟਸ ਜਿਹੜੀਆਂ ਚੱਲਦੀਆਂ ਨੇ, ਉਹਨਾਂ ਨੇ ਜ਼ਰੂਰ ਦੱਸਿਆ। ਇਹਦੇ 'ਚ ਇੰਨਾ ਕੁ ਜ਼ਰੂਰ ਹੈਗਾ ਤਰਨ, ਸ਼ਾਇਦ ਮੈਨੂੰ ਇਉਂ ਲੱਗਦਾ ਕਿ ਜਿਹੜੀ ਅੱਗੇ ਕਨੈਕਟਿੰਗ ਫਲਾਈਟ ਆ ਉਹ ਲੁਫਤਾਂਸਾ, ਜੇ ਉੱਥੋਂ ਇੰਡੀਆ 'ਚ ਆਉਂਦੀ ਹੈ ਤਾਂ 에ਅਰ ਇੰਡੀਆ ਹੀ ਆ ਰਹੀ ਹੈ ਜੀ। 에ਅਰ ਇੰਡੀਆ ਤੋਂ ਅੱਗੇ ਲੁਫਤਾਂਸਾ, ਇੰਡੀਆ ਤੋਂ ਲੁਫਤਾਂਸਾ ਨਹੀਂ ਆ ਰਹੀ ਜੀ ਜਿੱਥੇ ਤੱਕ ਸਾਡੀ ਨੌਲੇਜ ਹੈਗੀ ਹੈ। ਕਿਉਂ ਤਾਂ ਮੈਨੂੰ ਇਵੇਂ ਲੱਗਦਾ ਹੈ ਨਾ। ਬਿਲਕੁਲ ਜੀ, ਜਿਹੜੀਆਂ ਕਨੈਕਟਿੰਗ ਜਿਹੜੇ ਇਸ ਵਕਤ ਜਿੱਥੇ ਤੁਸੀਂ ਕਨੈਕਟ ਕਰਦੇ ਹੋ ਆ ਕੇ, ਜਿੱਥੇ ਤੁਹਾਡਾ ਸਟਾਪੇਜ ਹੁੰਦਾ ਆ, ਜਿੱਥੇ ਤੁਸੀਂ ਰੁਕਦੇ ਹੋ, ਉੱਥੋਂ ਦੀ ਸ਼ਾਇਦ ਅੱਗੇ ਫਲਾਈਟਸ ਚੱਲਦੀਆਂ ਹੋਣਗੀਆਂ। ਫਿਲਹਾਲ ਇਹਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਹੈਗੀ। ਅਸੀਂ ਕੱਲ੍ਹ ਨੂੰ ਹਾਜ਼ਰ ਹੋਵਾਂਗੇ, ਅਸੀਂ ਕੋਸ਼ਿਸ਼ ਕਰਾਂਗੇ, ਕਿਉਂਕਿ ਦਰਸ਼ਕ ਬਹੁਤ ਸਾਨੂੰ ਪੁੱਛ ਰਹੇ ਨੇ ਫਲਾਈਟਸ ਦੇ ਬਾਰੇ ਵਿੱਚ, ਕੋਸ਼ਿਸ਼ ਕਰਾਂਗੇ ਫਲਾਈਟਸ ਦੇ ਬਾਰੇ ਵਿੱਚ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਦੇ ਸਕੀਏ। ਸੋ ਇਹ ਵੀ ਲੈ ਕੇ ਆਵਾਂਗੇ ਕਿ ਕਿਹੜੀਆਂ 에ਅਰਲਾਈਨਸ ਇਸ ਵਕਤ ਕੈਨੇਡਾ ਵਿੱਚ ਆ ਰਹੀਆਂ ਨੇ। ਸਰ ਸਮਾਂ ਹੋ ਚੁੱਕਿਆ ਤੁਹਾਡੇ ਇੰਟਰਸਟਿੰਗ ਫੈਕਟ, ਅੱਜ ਕਿਸ ਮੁੱਦੇ ਉੱਤੇ ਜਾਣਕਾਰੀ ਦੇ ਰਹੇ ਹੋ? ਤਰਨ ਕੈਨੇਡਾ ਡੇ ਆਪਾਂ ਕੁਛ ਇਸੇ ਸੰਬੰਧ 'ਚ ਗੱਲ ਕਰ ਰਹੇ ਹਾਂ ਅੱਜ। ਮੈਂ ਜੀ ਕਿਸੇ ਪਰਸਨੈਲਿਟੀ ਦੀ ਗੱਲ ਨਹੀਂ ਕਰ ਰਿਹਾ, ਇੱਕ ਬਿਲਡਿੰਗ ਦੀ ਗੱਲ ਕਰ ਰਿਹਾ ਜੀ। 55,000 ਸਕੁਅਰ ਫੁੱਟ ਜਗ੍ਹਾ ਜੀ ਇਹਦੀ। ਇਹਦੇ 132 ਕਮਰੇ ਨੇ, 35 ਬਾਥਰੂਮਸ ਨੇ, 412 ਦਰਵਾਜ਼ੇ ਨੇ, 147 ਵਿੰਡੋ ਨੇ, 28 ਫਾਇਰ ਪਲੇਸਿਸ ਨੇ, 8 ਸਟੇਅਰ ਕੇਸਿਸ ਨੇ, 3 ਐਲੀਵੇਟਰ ਨੇ। ਇਹਦੇ ਵਿੱਚ ਜੀ ਸਭ ਤੋਂ ਪਹਿਲੀ ਵਾਰੀ ਵੀਲ ਚੇਅਰ ਐਕਸੈਸ ਇੱਕ ਉੱਥੋਂ ਦੇ ਜਿਹੜਾ ਸ਼ਾਸਕ ਹੈ ਉਹਦੇ ਵਾਸਤੇ ਕੀਤਾ ਗਿਆ ਸੀਗਾ। ਔਰ ਇਹ ਇਸ ਵੇਲੇ ਨੈਸ਼ਨਲ ਹੈਰੀਟੇਜ ਸਾਈਟ ਦੀ ਅਪਰੂਵਰ ਹੈ ਜੀ, ਨੈਸ਼ਨਲ ਪਾਰਕ ਸਰਵਿਸ ਇਹਨੂੰ ਕੰਟਰੋਲ ਕਰਦੀ ਹੈ ਜੀ। ਇਹਦੇ ਵਿੱਚ ਬਹੁਤ ਵੱਡਾ ਇਨਸਾਨ, ਆਪਣੀ ਬੜਾ ਵੱਡਾ ਜਿਹੜਾ ਹੈਗਾ ਜਿਹਦੇ ਕੋਲ ਪਾਵਰ ਹੈ ਜੀ, ਉਹ ਇਸ ਦੇ ਵਿੱਚ ਰਹਿੰਦਾ ਵੀ ਆ। ਇਹਦਾ ਆਫਿਸ ਵੀ ਹੈ। ਤੇ ਕੁਛ ਆਇਆ ਜੀ ਕੋਈ ਜਵਾਬ? ਨਹੀਂ ਜੀ, ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਇਹ ਹੈਗਾ ਜੀ ਵਾਈਟ ਹਾਊਸ। ਵਾਈਟ ਹਾਊਸ? ਹਾਂਜੀ ਸਰ, ਅੱਜ ਕੈਨੇਡਾ ਡੇ ਤੇ ਤੁਸੀਂ ਵਾਈਟ ਹਾਊਸ ਦੀਆਂ ਗੱਲਾਂ ਕਰ ਰਹੇ ਹੋ। ਮੈਂ ਸੋਚ ਰਿਹਾ ਸੀ ਕੋਈ ਕੈਨੇਡੀਅਨ ਪਾਰਲੀਮੈਂਟ ਵਗੈਰਾ ਦਾ ਇਤਿਹਾਸ ਦੱਸੋਗੇ। ਹਲੇ ਫਿਰ ਮੁੱਕੀ ਨਹੀਂ ਜੀ। ਓਕੇ। ਵਾਈਟ ਹਾਊਸ ਹੈ ਜੀ। ਵਾਈਟ ਹਾਊਸ ਨੂੰ ਵਾਈਟ ਹਾਊਸ ਕਿਉਂ ਕਿਹਾ ਜਾਂਦਾ? ਸਾਡੇ ਜਿਹੜੇ ਅਮਰੀਕਨ ਦਰਸ਼ਕ ਨੇ ਜੀ, ਹੋ ਸਕਦਾ ਤੁਹਾਨੂੰ ਸਾਡੀ ਇਹ ਗੱਲ ਚੰਗੀ ਨਾ ਲੱਗੇ। ਇਟਸ ਪਾਰਟ ਆਫ ਕੈਨੇਡੀਅਨ ਹਿਸਟਰੀ। ਐਸੀ ਗੱਲ ਹੋਈ ਸੀਗੀ ਕਿ ਸਾਡੀ ਜਿਹੜੀ ਕੈਪੀਟਲ ਹੈਗੀ ਆ ਉਦੋਂ ਟੋਰਾਂਟੋ ਦੇ ਵਿੱਚ ਸੀਗੀ, ਤੇ ਅਮਰੀਕਨ ਫੌਜਾਂ ਨੇ ਇਹ 'ਤੇ ਅਟੈਕ ਕੀਤਾ। ਜਿਹੜਾ ਸਾਡਾ ਮੇਸ ਹੈ, ਮੇਸ ਹੁੰਦਾ ਜੀ ਇੱਕ ਡੰਡਾ ਹੈ ਜਿਹਦੇ ਇੱਕ ਪਾਸੇ ਜਿਵੇਂ ਗੁਰਜ ਵਰਗੀ ਚੀਜ਼ ਹੁੰਦੀ ਹੈ, ਉਹ ਸਾਡੇ ਕਿੰਗ ਨੂੰ, ਕੁਈਨ ਨੂੰ ਰਿਪਰੈਜ਼ੈਂਟ ਕਰਦਾ। ਜਦੋਂ ਸਾਡੀ ਪਾਰਲੀਮੈਂਟ ਦੇ ਵਿੱਚ, ਚਾਹੇ ਪ੍ਰੋਵਿੰਸ਼ੀਅਲ ਦੇ ਵਿੱਚ ਚਾਹੇ ਫੈਡਰਲ ਦੇ ਵਿੱਚ, ਜੋ ਕਾਰਵਾਈ ਸ਼ੁਰੂ ਹੁੰਦੀ ਹੈ ਪਹਿਲਾਂ ਮੇਸ ਲਿਆਂਦਾ ਜਾਂਦਾ। ਉਹਦਾ ਮਤਲਬ ਹੈ ਵੀ ਇੱਥੇ ਕਿੰਗ ਹਾਜ਼ਰ ਹੈ। ਸਾਡਾ ਉਹ ਮੇਸ ਅਮਰੀਕਨ ਫੌਜਾਂ ਚੱਕ ਕੇ ਲੈ ਗਈਆਂ ਸੀਗੀਆਂ ਤੇ ਅਸੀਂ ਫਿਰ ਉਹ ਮੇਸ ਛਡਾਉਣ ਦੀ ਥਾਂ ਤੇ, ਸਾਨੂੰ ਮੇਸ ਤਾਂ ਨਹੀਂ ਛਡਾ ਹੋਇਆ, ਅਸੀਂ ਅਮਰੀਕਾ ਤੇ ਅਟੈਕ ਕੀਤਾ। ਵੀ ਦ ਕੈਨੇਡੀਅਨਸ ਅਸੀਂ ਅਟੈਕ ਕੀਤਾ ਔਰ ਸਾਡੀਆਂ ਫੌਜਾਂ ਅਟੈਕ ਕਰਦਿਆਂ ਵਾਸ਼ਿੰਗਟਨ ਜਾ ਵੜੀਆਂ ਜੀ। ਦਿਸ ਇਜ਼ ਅ ਫੈਕਟ ਜੀ। ਕਿ ਤੁਸੀਂ ਜਿਹੜੀ ਮੋਸਟਲੀ ਥਾਵਾਂ ਤੇ ਪੜ੍ਹਦੇ ਹੋ ਉੱਥੇ ਕਹਿੰਦੇ ਵੀ ਇਹ ਗੱਲ ਕਹੀ ਜਾਂਦੀ ਹੈ, ਨਹੀਂ ਜੀ ਇਹ ਗੱਲ ਹੈਗੀ ਹੈ। ਸਾਡੀਆਂ ਫੌਜਾਂ ਨੇ ਅਟੈਕ ਕੀਤਾ ਜੀ, ਉੱਥੇ ਤਬਾਹੀ ਮਚਾਈ ਜੀ। ਤੇ ਜਿਹੜਾ ਪ੍ਰੈਜ਼ੀਡੈਂਸ਼ੀਅਲ ਪੈਲੇਸ ਸੀਗਾ, ਉਦੋਂ ਵੇਲੇ ਪ੍ਰੈਜ਼ੀਡੈਂਸ਼ੀਅਲ ਪੈਲੇਸ ਕਿਹਾ ਜਾਂਦਾ ਸੀਗਾ, ਵਾਈਟ ਹਾਊਸ ਨਹੀਂ ਸੀ ਕਹਿੰਦੇ, ਉਹਨੂੰ ਅੱਗ ਲਾਤੀ ਜੀ। ਉਹਨੂੰ ਅੱਗ ਲਾ ਕੇ ਸਾੜ ਦਿੱਤਾ ਔਰ ਉਹ ਇੰਨਾ ਕਾਲਾ ਹੋ ਗਿਆ ਕਿ ਉਹਦਾ ਕੋਈ ਇਲਾਜ ਨਹੀਂ ਸੀਗਾ। ਉਹ ਜਦੋਂ ਉਹਦੀ ਰੈਨੋਵੇਸ਼ਨ ਕੀਤੀ, ਉਹ ਸਾਰੇ ਦੇ ਸਾਰੇ ਨੂੰ ਵਾਈਟ ਕਰ ਦਿੱਤਾ ਗਿਆ। ਸੋ ਵੀ ਦ ਕੈਨੇਡੀਅਨਸ ਗੇਵ, ਸਾਡੇ ਕਰਕੇ ਤੁਹਾਡਾ ਜਿਹੜਾ ਪ੍ਰੈਜ਼ੀਡੈਂਸ਼ੀਅਲ ਮੈਂਸ਼ਨ ਆ ਉਸ ਦਾ ਨਾਮ ਵਾਈਟ ਹਾਊਸ ਰੱਖਿਆ ਗਿਆ। That was the Canadian history. ਕੀ ਬਾਤ ਹੈ ਸਰ, ਥੈਂਕ ਯੂ ਸੋ ਮਚ ਇਹਦੇ ਬਾਰੇ ਜਾਣਕਾਰੀ ਦੇਣ ਲਈ। ਸਰ, ਸਾਡੇ ਇੱਕ ਦਰਸ਼ਕ ਨੇ ਵਿਦੇਸ਼ਾ ਸੇਖੋਂ ਜੀ, ਉਹਨਾਂ ਦਾ ਕਹਿਣਾ ਹੈ ਕਿ ਲੁਫਥਾਂਸਾ ਤੇ KLM ਦੀਆਂ ਫਲਾਈਟਸ ਚੱਲਦੀਆਂ ਨੇ। ਹਾਲਾਂਕਿ ਅਸੀਂ ਹਜੇ ਇਸ ਦੀ ਪੁਸ਼ਟੀ ਨਹੀਂ ਕਰਦੇ ਹੈਗੇ। ਅਸੀਂ ਇਸ ਦੇ ਬਾਰੇ ਵਿੱਚ ਕੱਲ੍ਹ ਨੂੰ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ 에ਅਰਲਾਈਨਸ ਚੱਲਦੀਆਂ ਨੇ ਜਾਂ ਨਹੀਂ ਚੱਲਦੀਆਂ। ਸਰ, ਤੁਸੀਂ ਕੁਝ ਕਹਿਣਾ ਚਾਹੋਗੇ ਪ੍ਰੋਗਰਾਮ ਦੇ ਅਖੀਰ 'ਚ? ਜਿਹੜੀਆਂ ਸਾਨੂੰ ਕਾਲਸ ਆਉਂਦੀਆਂ ਨੇ, ਜਿਹੜੇ ਕਮੈਂਟਸ ਆਉਂਦੇ ਨੇ ਜੀ, ਅਸੀਂ ਸਾਡੀ ਕੋਸ਼ਿਸ਼ ਹੈ, ਦੇਖੋ ਤੁਸੀਂ ਸਾਡੀ ਰੂਹ ਫੂਕਦੇ ਹੋ ਜੀ, ਸਾਨੂੰ ਸਾਹ ਦਿੰਦੇ ਹੋ। ਤੁਹਾਡੀਆਂ ਕਾਲਾਂ ਸਾਨੂੰ ਬਹੁਤ ਹੌਸਲਾ ਦਿੰਦੀਆਂ ਨੇ। ਤੁਹਾਡੇ ਕਮੈਂਟਸ ਆਉਂਦੇ ਨੇ ਪੋਜ਼ੀਟਿਵ, ਨੈਗੇਟਿਵਸ, ਵੀ ਐਪਰੀਸ਼ੀਏਟ ਦੈਟ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਹਰ ਕਮੈਂਟ ਦਾ ਜਵਾਬ ਵੀ ਦਿੱਤਾ ਜਾਵੇ। ਕਿਤੇ ਮਿਸ ਹੋ ਜਾਂਦਾ, ਤੁਹਾਡੇ ਮੈਸੇਂਜਰ 'ਤੇ ਮੈਸੇਜ ਆਉਂਦੇ, ਮੈਂ ਕਈ ਵਾਰੀ ਮੈਸੇਂਜਰ ਲੇਟ ਚੈੱਕ ਕਰਦਾ। ਆਮ ਵੈਰੀ ਸੌਰੀ ਫॉर ਦੈਟ। ਇਸ ਕੰਮ 'ਚ ਮੈਂ ਢਿੱਲਾ, ਪਰ ਕੋਸ਼ਿਸ਼ ਹੁੰਦੀ ਹੈ ਅਸੀਂ ਤੁਹਾਡੇ ਹਰ ਇੱਕ ਗੱਲ ਦਾ ਜਵਾਬ ਦਈਏ। ਜੇ ਨਹੀਂ ਹੈਗੀ ਤਾਂ, ਜਾਂ ਤੁਸੀਂ ਕਿਸੇ ਚੀਜ਼ ਬਾਰੇ ਜਾਣਨਾ ਚਾਹੁੰਦੇ ਹੋ, ਸਾਨੂੰ ਤੁਸੀਂ ਕੁਐਸਚਨ ਕਰਦੇ ਹੋ, ਅਸੀਂ ਉਹ ਅਗਲੇ ਪ੍ਰੋਗਰਾਮ ਜ਼ਰੂਰ ਲੈ ਕੇ ਆਵਾਂਗੇ। ਸੋ ਨਾਈਸ ਆਫ ਯੂ, ਤੁਸੀਂ ਸਾਡੇ ਨਾਲ ਜੁੜਦੇ ਹੋ। ਮੇਰੇ ਕੋਲ ਸ਼ਬਦ ਨਹੀਂ ਹੈ ਜੀ, ਨਾ ਤਰਨ ਕੋਲ ਇੰਨੇ ਸ਼ਬਦ ਹੈ ਕਿ ਅਸੀਂ ਤੁਹਾਨੂੰ ਇਹ ਕਹਿ ਸਕੀਏ ਅਸੀਂ ਤੁਹਾਡੇ ਕਿੰਨੇ ਧੰਨਵਾਦੀ ਹਾਂ ਜੀ। ਥੈਂਕ ਯੂ ਸੋ ਮਚ ਸਰ, ਪ੍ਰੋਗਰਾਮ 'ਚ ਨਾਲ ਜੁੜਨ ਦੇ ਲਈ ਥੈਂਕ ਯੂ ਸੋ ਮਚ। ਜਿੰਨੇ ਕਾਫੀ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮੈਸੇजेस ਵੀ ਕੀਤੇ, ਤੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਕੈਨੇਡਾ ਡੇ ਦੀ ਬਹੁਤ ਬਹੁਤ ਮੁਬਾਰਕਬਾਦ। ਦਿਓ ਇਜਾਜ਼ਤ, ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।